ਡਾਕਟਰਾਂ ਨੇ ਹੱਥ ਖੜੇ ਕਰਤੇ ਸੀਗੇ ਤੇ ਫਿਰ ਮੈਂ ਨਾ ਅਸੀਂ ਖਾ ਪੀ ਕੇ ਸਬਜ਼ੀ ਸੁਬਜ਼ੀਆਂ ਨਾਲ ਕਹਿੰਦੇ ਮੈਂ ਆਪਣਾ ਇਲਾਜ ਕਰ ਲਿਆ ਤੇ ਕਹਿੰਦੇ ਮੈਂ 100% ਠੀਕ ਹੋ ਗਿਆ। ਤੇ ਨੈਚੁਰੋਪੈਥ ਮੈਂ ਕਾਫੀ ਕਾਮਨ ਦੇਖੇ ਨੇ ਇੱਥੇ ਬੋਰਡ ਲੱਗੇ ਹੋਏ ਕਿ ਨੈਚੁਰੋਪੈਥ ਡਾਕਟਰ ਅਵੇਲੇਬਲ ਨੇ ਇੱਥੇ। 50 ਸਾਲਾਂ ਚ ਨੈਚੁਰੋਪੈਥੀ ਫੇਰ ਬਿਲਡ ਹੋ ਗਈ ਯੂਰਪ ਚ, ਦੁਬਾਰਾ ਤੋਂ ਆ ਗਈ। ਦਵਾਈਆਂ ਤੁਸੀਂ ਦੇਖੋ ਕਿੰਨੇ ਬੱਚੇ ਨੇ 10 ਸਾਲਾਂ ਦੇ 8 ਸਾਲਾਂ ਦੇ ਦਵਾਈਆਂ ਹੀ ਖਾਈ ਜਾਂਦੇ ਨੇ, ਪੂਰੀ ਲਾਈਫ ਹੀ ਦਵਾਈਆਂ ਖਾਈ ਜਾਂਦੇ ਨੇ ਕਈ ਬੱਚੇ। ਉਦੋਂ ਭੂਟਾਨ ਗਏ ਸੀ, ਤੂੰ ਬਿਮਾਰ ਹੋ ਗਿਆ ਸੀ ਉੱਥੇ, ਤੈਨੂੰ ਬੁਖਾਰ ਹੋ ਗਿਆ ਸੀ ਹਨਾ। ਹਾਂ ਤੇ ਅਸੀਂ ਜ਼ੋਰ ਲਾ ਲਿਆ ਦਵਾਈ ਲੈ ਲੈ ਤੂੰ ਲਈ ਨਹੀਂ। ਅਗਰ ਤੁਸੀਂ ਪਿਓਰ ਨੈਚੁਰੋਪੈਥੀ ਦੇਖਣੀ ਆ ਤਾਂ ਫਿਰ ਤੁਹਾਨੂੰ ਬਹੁਤ ਵੱਡੇ ਮੇਜਰ ਚੇਂਜਸ ਕਰਨੇ ਪੈਂਦੇ ਨੇ। ਤੋਂ ਪਹਿਲਾਂ ਹੀ ਮਰਨ ਤੋਂ ਪਹਿਲਾਂ ਹੀ ਮਾਰ ਦਿੰਨੇ ਆਪਾਂ ਬੰਦੇ ਨੂੰ। 99% ਲੋਕ ਸੁਸਾਈਡ ਨਾਲ ਮਰ ਰਹੇ ਨੇ। ਆਪਾਂ ਕਹਿ ਦਿੰਦੇ ਹਾਰਟ ਅਟੈਕ ਹੋ ਗਿਆ, ਫਲਾਨਾ ਹੋ ਗਿਆ, ਸਾਨੂੰ ਦਿਖ ਰਿਹਾ ਹੁੰਦਾ ਯਾਰ ਬੰਦੇ ਦੇ ਲੱਛਣ ਇਹੋ ਜਿਹੇ ਨੇ। ਨਹੀਂ ਤੁਸੀਂ ਕਹੋਗੇ ਕਿ ਮੈਂ ਆਪਣੀ ਸਾਰੀ ਕਾਬਲੀਅਤ ਫਲਾਨੀ ਕੰਪਨੀ ਨੂੰ ਦੇ ਕੇ ਚਲੇ ਗਿਆ। ਕਰ ਕੀ ਰਹੇ ਆ ਐਕਚੁਅਲੀ ਹੈ ਨਾ। ਆਪਾਂ ਦੇਖੋ ਆਪਾਂ ਇੰਨਾ ਟਾਈਮ ਡੋਨੇਟ ਕਰ ਰਹੇ ਆ ਇੱਥੇ, ਵਾਟ ਆਰ ਵੀ ਐਕਚੁਅਲੀ ਡੂਇੰਗ, ਆਪਾਂ ਨੂੰ ਮਿਲ ਕੀ ਰਿਹਾ ਦੇ ਆਸ-ਪਾਸ ਚ। ਕਹਿੰਦਾ ਮੈਂ ਕਿਹਾ ਮੇਰਾ ਹੱਥ ਰੱਖ ਕੇ ਨਾ ਇੱਥੇ ਇੱਕ ਬੀਅਰ ਦੀ ਬੋਟਲ ਰੱਖ ਦਿਓ। ਅੱਛਾ ਹਾਂਜੀ ਵੀ ਮੋਹਨਜੀਤ, ਕੀ ਹਾਲ ਚਾਲ? ਵਧੀਆ, ਠੀਕ ਠਾਕ? ਵਧੀਆ ਜੀ ਵਧੀਆ, ਤੁਸੀਂ ਸੁਣਾਓ? ਬਸ ਜੀ ਆਲ ਵੈਲ। ਤੇ ਆਪਾਂ ਹਜੇ ਕੱਲ੍ਹ ਹੀ ਗੱਲ ਕਰਦੇ ਸੀਗੇ ਕਿ ਆਪਾਂ ਥੋੜ੍ਹੀ ਆਪਣੀ ਲੰਬੀ ਸੀਰੀਜ਼ ਵੀ ਸਟਾਰਟ ਕਰੀਏ ਹੁਣ, ਹੈ ਨਾ। ਅਤੇ ਸਭ ਤੋਂ ਪਹਿਲਾਂ ਕਿਊਰੋਸਿਟੀ ਤਾਂ ਮੈਨੂੰ ਬੜੇ ਲੰਬੇ ਟਾਈਮ ਤੋਂ ਹੈ ਵੈਸੇ ਇਹ, ਕਿ ਮੈਂ ਥੋੜ੍ਹਾ ਜਿਹਾ ਜਾਣਨਾ ਚਾਹੁੰਦੀ ਸੀਗੀ ਕਿਉਂਕਿ ਜਦੋਂ ਅਸੀਂ ਮੂਵ ਹੋ ਗਏ ਇੱਥੇ ਇੰਡੀਆ ਤੋਂ ਇੱਧਰ ਆ ਗਏ ਕੈਨੇਡਾ ਵੱਲ, ਉਸੀ ਟਾਈਮ 'ਤੇ ਉਹਦੇ ਆਸ-ਪਾਸ ਟਾਈਮ 'ਤੇ ਆਈ ਥਿੰਕ ਤੂੰ ਨੈਚੁਰੋਪੈਥੀ ਕਰਨ ਲੱਗਿਆ ਸੀਗਾ, ਹੈ ਨਾ। ਨੈਚੁਰੋਪੈਥੀ ਪੜ੍ਹੀ ਤੂੰ, ਉਹਦਾ ਕੋਰਸ ਪੂਰਾ ਕੀਤਾ। ਤੇ ਮੈਨੂੰ ਬੜੀ ਹੈਰਾਨੀ ਹੋਈ ਸੀ, ਮੈਂ ਕਿਹਾ ਇਹ ਕਿੱਧਰਲੇ ਪਾਸੇ ਨੂੰ ਪੈ ਗਿਆ ਇਹ, ਹੈ ਵੀ ਤੂੰ ਤਾਂ ਪੜ੍ਹਾਈ ਲਿਖਾਈ ਤੋਂ ਭੱਜਦਾ ਹੁੰਦਾ ਸੀ ਇੰਨਾ, ਵੀ ਇਹ ਨੈਚੁਰੋਪੈਥੀ ਦੇ ਵੱਲ ਕਿੱਥੇ ਪੈ ਗਿਆ। ਤੇ ਇਹ ਕੁਐਸਚਨ ਤੈਨੂੰ ਮੈਂ ਉਦੋਂ ਵੀ ਪੁੱਛਣਾ ਚਾਹੁੰਦੀ ਸੀ, ਪਰ ਆਪਣੀ ਡਿਟੇਲ 'ਚ ਕਦੇ ਇੰਨੀ ਗੱਲ ਹੋਈ ਨਹੀਂ ਹੈਗੀ। ਤਾਂ ਮੈਂ ਫਿਰ ਅੱਜ ਹੀ ਇਸ ਟੌਪਿਕ ਨੂੰ ਥੋੜ੍ਹਾ ਛੇੜਨਾ ਚਾਹੁੰਦੀ ਹਾਂ ਕਿ ਮੈਨੂੰ ਤੂੰ ਇਹ ਦੱਸ ਕਿ ਨੈਚੁਰੋਪੈਥੀ ਹੈ ਕੀ, ਅਤੇ ਇਹਦੇ 'ਚ ਤੇਰਾ ਇੰਟਰਸਟ ਕਿਵੇਂ ਬਣਿਆ ਇਸ ਫੀਲਡ ਨੂੰ ਲੈ ਕੇ? ਹਾਂ, ਇਹ ਨਾ ਇੱਕ ਔਰਗੈਨਿਕ ਫਾਰਮਰ ਨੇ, ਬੜੇ ਸੀਨੀਅਰ ਨੇ, ਨਿਰਮਲ ਭੋਤਨਾ, ਤਾਂ ਉਹ ਬਰਨਾਲੇ ਉਹਨਾਂ ਕੋਲ ਬੈਠਾ ਤਾਂ ਉਹ ਕਹਿੰਦੇ ਕਿ ਭਾਈ ਮੋਹਨਜੀਤ ਮੇਰੀ ਵਾਈਫ ਨਾ ਨੈਚੁਰੋਪੈਥੀ ਪੜ੍ਹਨ ਲੱਗ ਗਈ ਤੁਹਾਡੇ ਚੰਡੀਗੜ੍ਹ। ਮੈਂ ਕਿਹਾ ਅੰਕਲ ਜੀ ਉਹ ਕਾਫੀ ਏਜਡ ਨੇ ਅੰਕਲ। ਮੈਂ ਕਿਹਾ ਉਹਨਾਂ ਆਂਟੀ ਨੂੰ ਕਿਤੇ ਚਸਕਾ ਪੈ ਗਿਆ। ਤੇ ਉਹਨਾਂ ਨੇ ਫਿਰ ਦੱਸਿਆ, ਕਹਿੰਦੇ ਕਿ ਮੇਰੇ ਨਾ ਉਹਨਾਂ ਦੇ ਕਾਲਾ ਪੀਲੀਆ ਹੋ ਗਿਆ ਸੀਗਾ, ਤਾਂ ਉਹ ਕਹਿੰਦੇ ਕਿ ਮੇਰਾ ਡਾਕਟਰਾਂ ਨੇ ਹੱਥ ਖੜੇ ਕਰਤੇ ਸੀਗੇ ਤੇ ਫਿਰ ਮੈਂ ਨਾ ਅਸੀਂ ਖਾ ਪੀ ਕੇ ਸਬਜ਼ੀ ਸੁਬਜ਼ੀਆਂ ਨਾਲ ਕਹਿੰਦੇ ਮੈਂ ਆਪਣਾ ਇਲਾਜ ਕਰ ਲਿਆ ਤੇ ਕਹਿੰਦੇ ਮੈਂ 100% ਠੀਕ ਹੋ ਗਿਆ। ਕਹਿੰਦਾ ਬੋਨਸ, ਕਹਿੰਦਾ ਮੇਰਾ ਬਲੱਡ ਪ੍ਰੈਸ਼ਰ ਵੀ ਨਾਲ ਚੱਕਿਆ ਗਿਆ, ਮਤਲਬ ਇੱਕ ਬਿਮਾਰੀ ਕਰਨ ਗਿਆ ਸੀ ਮੈਂ, ਸਭ ਕੁਝ ਠੀਕ ਹੋ ਗਿਆ। ਕਹਿੰਦੇ ਸਾਡਾ ਤਾਂ ਇੰਨਾ ਵਿਸ਼ਵਾਸ ਬਣ ਗਿਆ। ਮੈਂ ਭਾਈ ਆਪਣੀ ਵਾਈਫ ਨੂੰ ਕਿਹਾ ਤੂੰ ਨੈਚੁਰੋਪੈਥੀ ਉਹ ਪੜ੍ਹ, ਮਤਲਬ ਏਜਡ ਹੋ ਕੇ ਵੀ, ਤੇ ਉਹ ਕੋਰਸ ਕਰਨ ਲੱਗ ਗਏ। ਤੇ ਮੈਂ ਕਿਹਾ ਇਹ ਤਾਂ ਬੜਾ ਵਧੀਆ। ਮੈਂ ਵੀ ਚੰਡੀਗੜ੍ਹ ਚਲੇ ਗਿਆ, ਗਾਂਧੀ ਸਮਾਰਕ ਆ ਉਰੇ 16 ਸੈਕਟਰ, ਤੇ ਫਿਰ ਮੈਂ ਉੱਥੇ ਜਾ ਕੇ ਦੇਖਿਆ। ਉਹ ਕਹਿੰਦੇ ਹਾਂਜੀ, ਕਹਿੰਦੇ ਸਾਡੇ ਕੋਲ 3 ਇਅਰਸ ਦਾ ਕੋਰਸ ਆ, ਤੁਸੀਂ ਐਵਰੀ ਸੰਡੇ ਆਣਾ ਤੇ ਐਵਰੀ ਸੰਡੇ ਤੁਹਾਡੀ ਕਲਾਸ ਲੱਗੂਗੀ ਤੇ ਫਿਰ ਐਗਜ਼ਾਮ ਵੀ ਹੁੰਦਾ ਸਾਲ ਬਾਅਦ। ਤੇ ਮੈਨੂੰ ਬਹੁਤ ਅੱਛਾ ਲੱਗਿਆ ਕਿ ਐਵਰੀ ਸੰਡੇ ਜਾਂਦੇ ਸੀ ਅਸੀਂ, ਕਲਾਸਿਸ ਲਗਾਉਂਦੇ ਸੀਗੇ ਤੇ ਉੱਥੇ ਕੁਝ ਫਰੈਂਡਸ ਵੀ ਬਣ ਗਏ ਤੇ ਫਿਰ ਐਗਜ਼ਾਮ ਵੀ ਹੁੰਦਾ ਸੀ ਸਾਲ ਬਾਅਦ। ਤੇ ਮੈਨੂੰ ਲੱਗਿਆ ਕਿ ਬਹੁਤ ਇੰਪੋਰਟੈਂਟ ਪਾਰਟ ਆ ਇਹ, ਬਹੁਤ ਇੰਪੋਰਟੈਂਟ ਪਾਰਟ ਆ ਜਦੋਂ ਤੁਸੀਂ ਆਪਣੀ ਜ਼ਿੰਦਗੀ ਦਾ ਨਾ, ਮੈਨੂੰ ਲੱਗਿਆ ਕਿ ਬਹੁਤ ਇੰਪੋਰਟੈਂਟ ਪਾਰਟ ਆ। ਤਾਂ ਮੈਨੂੰ ਵੀ ਲੱਗਿਆ ਕਿ ਪਹਿਲੀ ਡਿਸਕਸ਼ਨ ਆਪਾਂ ਨਾ ਇਸੇ ਤੇ ਕਰੀਏ। ਨਹੀਂ, ਇਹ ਤੂੰ ਪੂਰੀ ਪੜ੍ਹਾਈ ਕੀਤੀ ਹੋਈ ਹੈ ਨੈਚੁਰੋਪੈਥੀ ਦੀ, ਜਿਵੇਂ ਪੂਰਾ ਕਹਿ ਲਓ ਕਿ ਡਿਗਰੀ ਹੈ ਤੇਰੇ ਕੋਲ, ਡਿਪਲੋਮਾ ਹੈ ਇਹਦਾ ਨੈਚੁਰੋਪੈਥੀ ਦਾ? ਇਹ ਗਾਂਧੀ ਸਮਾਰਕ ਦਾ ਇੱਕ ਇੰਸਟੀਟਿਊਟ ਆ। ਇਹਦੇ 'ਚ ਜੋ ਇਹਨਾਂ ਦਾ ਫਾਰਮੈਟ ਆ ਨਾ, ਮੈਨੂੰ ਲੱਗਦਾ ਇਹ ਫਾਰਮੈਟ ਬੈਸਟ ਆ। ਇਹ ਫਾਰਮੈਟ ਨਾ ਤੁਹਾਨੂੰ ਐਜੂਕੇਟ ਕਰਦਾ। ਮਤਲਬ ਇੱਕ ਹੁੰਦਾ ਨਾ ਕਿ ਤੁਹਾਨੂੰ ਡਾਕਟਰ ਬਣਾਉਣ ਦਾ, ਇੱਕ ਫਾਰਮੈਟ ਹੁੰਦਾ ਕਿ ਤੁਹਾਨੂੰ ਡਾਕਟਰ ਹੋ, ਤੁਸੀਂ ਅੱਡ ਹੋ, ਸਮਾਜ ਅੱਡ ਆ, ਤੁਸੀਂ ਡਾਕਟਰ ਅੱਡ ਹੋ। ਇਹ ਜਿਹੜਾ ਫਾਰਮੈਟ ਆ ਨਾ, ਇਸ ਫਾਰਮੈਟ 'ਚ ਕਿ ਇਹਨਾਂ ਦਾ ਮਤਲਬ ਮੇਨ ਹੀ ਹੁੰਦਾ ਕਿ ਬੀ ਯੂਅਰ ਓਨ ਡਾਕਟਰ। ਤੁਸੀਂ ਐਟਲੀਸਟ ਤੁਹਾਨੂੰ ਆਪਣੀ ਲਾਈਫ ਦੀ ਇੰਨੀ ਇੰਪੋਰਟੈਂਟ ਚੀਜ਼ ਆ ਹੈਲਥ, ਤੁਹਾਨੂੰ ਉਹਦੇ ਬੇਸਿਕਸ ਸਮਝ ਆਉਣ। ਤੇ ਇਹ ਐ ਨਹੀਂ ਹੈਗੀ ਕਿ ਬਹੁਤ ਹਲਕੀ ਪੜ੍ਹਾਈ ਸੀਗੀ, ਇਹ 'ਚ ਪ੍ਰੋਪਰ ਅਨਾਟੋਮੀ ਪੜ੍ਹਾਈ ਗਈ ਆਪਣੀ ਸਰੀਰ ਦੀ, ਪ੍ਰੋਪਰ ਜਿਹੜਾ ਲਿਵਰ ਕੀ ਕੰਮ ਕਰਦਾ ਤੁਹਾਡਾ, ਪਹਿਲਾਂ ਤਾਂ ਅਨਾਟੋਮੀ ਉਹ ਆਉਂਦੀ ਆ ਪ੍ਰੋਪਰ ਹੀ, ਕਿ ਤੁਹਾਡਾ ਬੋਡੀ ਕੀ ਆ, ਹੈ ਨਾ, ਤੁਹਾਡੇ ਕਾਰਬੋਹਾਈਡਰੇਟਸ ਕੀ ਨੇ, ਤੁਹਾਡਾ ਫੂਡ ਕਿਵੇਂ ਪਚਦਾ, ਤੇ ਕਾਫੀ ਹੈਵੀ ਸਾਇੰਸ ਸੀਗੀ ਬਾਇਓਲੋਜੀ ਜਿਵੇਂ ਆਪਣੀ ਹੁੰਦੀ ਆ।
ਤੇ ਫਿਰ ਉਸ ਤੋਂ ਬਾਅਦ ਇਹਨੂੰ ਪੜ੍ਹਾਉਂਦੇ ਨੇ, ਇਹਦੇ ਵਿੱਚ ਪ੍ਰਿੰਸੀਪਲਸ ਪੜ੍ਹਾਉਂਦੇ ਨੇ, ਫਿਰ ਇਹਦੇ ਇਲਾਜ ਪੜ੍ਹਾਉਂਦੇ ਨੇ, ਫਿਰ ਇਹਦੀ ਹਿਸਟਰੀ ਵੀ ਪੜ੍ਹਾਈ ਜਾਂਦੀ ਆ ਪਹਿਲਾਂ ਕਿ ਹਿਸਟਰੀ ਕਿਵੇਂ ਹੋਈ ਸੀ। ਆਪਾਂ ਨੂੰ ਨੈਚੁਰੋਪੈਥੀ ਲੱਗਦਾ ਕਿ ਮੇਬੀ ਕੋਈ ਆਯੁਰਵੇਦਾ ਟਾਈਪ ਚੀਜ਼ ਆ, ਪਰ ਇਹ ਪਿਓਰ ਯੂਰਪੀਅਨ ਆ, ਮਤਲਬ ਯੂਰਪ ਦੇ ਵਿੱਚ ਹਾਂ ਜਦੋਂ ਰਾਜੇ ਰੂਜੇ ਜਦੋਂ ਰਾਜਾ ਚੱਲ ਰਹੇ ਸੀ ਯੂਰਪ ਦੇ, ਤੇ ਉਦੋਂ ਇਹ 18ਵੀਂ ਸਦੀ 'ਚ ਮਤਲਬ ਇਹ ਇੱਕ ਆਪਣੇ ਐਲੋਪੈਥੀ ਵਾਂਗੂ ਫੇਮਸ ਹੋਈ ਸੀ ਉੱਥੇ 18ਵੀਂ ਸਦੀ 'ਚ। ਹਾਂ ਫਿਰ ਜਦੋਂ ਐਲੋਪੈਥੀ ਆਈ ਆ ਉਸ ਤੋਂ ਬਾਅਦ ਨੈਚੁਰੋਪੈਥੀ ਡਿਕਲਾਈਨ ਹੋ ਗਈ, ਜਦੋਂ ਗੋਲੀਆਂ ਆ ਗਈਆਂ, ਜਦੋਂ ਹਸਪੀਟਲ ਐਲੋਪੈਥੀ ਦੇ ਆ ਗਏ। ਤੇ ਹੁਣ ਕਹਿੰਦੇ ਦੁਬਾਰਾ ਤੋਂ ਪਿਛਲੇ 50 ਸਾਲਾਂ 'ਚ ਨੈਚੁਰੋਪੈਥੀ ਫੇਰ ਬਿਲਡ ਹੋ ਗਈ ਯੂਰਪ 'ਚ, ਦੁਬਾਰਾ ਤੋਂ ਆ ਗਈ, ਉਹੀ ਹਰਬਲ ਵੱਲ ਲੋਕ ਚਲੇ ਗਏ। ਸਾਡੇ ਇੱਥੇ ਵੀ ਜਦੋਂ ਅਸੀਂ ਡਾਕਟਰ ਵਗੈਰਾ ਕੁਝ ਦੇਖਦੇ ਹਾਂ, ਸਾਡੀ ਇੰਸ਼ੋਰੈਂਸ 'ਚ ਵੀ ਹੈਗੀ ਹੈ ਵੀ ਉਹਦੇ 'ਚ ਐਲੋਪੈਥੀ ਹੈ, ਫਿਰ ਨੈਚੁਰੋਪੈਥੀ ਵੀ ਅਸੀਂ ਜਾ ਸਕਦੇ ਹਾਂ, ਉਹਨਾਂ ਕੋਲ ਇਲਾਜ ਕਰਾ ਸਕਦੇ ਹਾਂ। ਤੇ ਨੈਚੁਰੋਪੈਥ ਮੈਂ ਕਾਫੀ ਕਾਮਨ ਦੇਖੇ ਨੇ ਇੱਥੇ, ਬੋਰਡ ਲੱਗੇ ਹੋਏ ਕਿ ਨੈਚੁਰੋਪੈਥ ਡਾਕਟਰ ਅਵੇਲੇਬਲ ਨੇ ਇੱਥੇ। ਤੇ ਕਿਉਂਕਿ ਉਹ ਯੂਰੋਪੀਅਨ ਕਲਚਰ ਥੋੜਾ ਜਿਹਾ ਹੈਗਾ ਹਲੇ ਇੱਥੇ, ਤਾਂ ਉਹ ਜਿਹੜੇ ਪੁਰਾਣੇ ਲੋਕ ਨੇ ਉਹ ਜਾਂਦੇ ਹੋਣਗੇ ਜਿਵੇਂ ਨੈਚੁਰੋਪੈਥੀ ਨੂੰ ਥੋੜਾ ਫੋਲੋ ਕਰਦੇ ਹੋਣਗੇ। ਨਹੀਂ ਪੁਰਾਣੇ ਵੀ ਨੇ ਤੇ ਥੋੜੇ ਅੱਗੇ ਵੀ ਨੇ। ਇਹ ਐਲੋਪੈਥੀ ਤੋਂ ਇਹ ਛੇਤੀ ਇਹਨਾਂ ਨੇ ਸਾਈਡ ਇਫੈਕਟ ਵੀ ਇਹਨਾਂ ਨੂੰ ਪਹਿਲਾਂ ਪਤਾ ਲੱਗੇ ਨੇ ਐਜ਼ ਕੰਪੇਅਰ ਟੂ ਇੰਡੀਅਨਸ। ਆਪਾਂ ਨੂੰ ਜਿਵੇਂ ਅੱਜ ਦੀ ਡੇਟ 'ਚ ਵੀ ਅਗਰ ਆਪਾਂ ਇੰਡੀਆ 'ਚ ਪੰਜਾਬ 'ਚ ਦੇਖਾਂਗੇ ਨਾ, ਲੋਕਾਂ ਦਾ ਬਹੁਤ ਵਿਸ਼ਵਾਸ ਆ ਐਲੋਪੈਥੀ ਦੇ ਉੱਤੇ। ਤੇ ਉਹ ਜਿਹੜਾ ਵਿਸ਼ਵਾਸ ਆ ਹੁਣ ਹੌਲੀ ਹੌਲੀ ਪਿਛਲੇ 5-7 ਸਾਲਾਂ 'ਚ ਲੱਗਿਆ ਕਿ ਲੋਕਾਂ ਨੂੰ ਸਾਈਡ ਇਫੈਕਟਸ ਵੱਲ ਲੋਕ ਥੋੜਾ ਕੌਨਸ਼ੀਅਸ ਨੇ ਕਿ ਸਾਈਡ ਇਫੈਕਟ ਹੁੰਦੇ ਨੇ ਇਹਦੇ। ਤੇ ਮਤਲਬ ਇਹ ਬਿਮਾਰੀ, ਇੱਕ ਬਿਮਾਰੀ ਤੋਂ ਅਗਲੀ ਲੜੀ ਬਣ ਜਾਂਦੀ ਆ, ਨੈਕਸਟ ਬਿਮਾਰੀ ਤੇ ਚਲੇ ਜਾਂਦੇ ਹੋ, ਨੈਕਸਟ ਬਿਮਾਰੀ ਤੇ ਲੈ ਜਾਂਦੇ, ਮਤਲਬ ਤੁਸੀਂ ਇੱਕ ਹੈਲਦੀ ਲਾਈਫ ਨਹੀਂ ਜਿਉ ਸਕਦੇ। ਲੋਕਾਂ ਨੂੰ ਐ ਫੀਲ ਹੋਣ ਲੱਗ ਗਿਆ, ਹੈਪੀਨੈਸ ਜੀ ਨਹੀਂ ਹੈਗੀ, ਹਸਪੀਟਲ ਬਾਰ-ਬਾਰ ਜਾ ਕੇ ਹੈਪੀਨੈਸ ਜੀ ਨਹੀਂ ਹੈਗੀ। ਜਿਹੜੀ ਇਹ ਨੈਚੁਰੋਪੈਥੀ ਆ ਇਹ ਥੋੜਾ ਹੋਲਿਸਟਿਕ ਆ, ਜ਼ਿਆਦਾ ਇਹਦੀ ਅਪਰੋਚ ਜ਼ਿਆਦਾ ਹੋਲਿਸਟਿਕ ਆ। ਚਲੋ ਆਪਾਂ ਥੋੜਾ ਇਹਨੂੰ ਸਮਝੀਏ ਕੀ ਹੈ ਕੀ। ਤੇ ਮੈਂ ਨਾ ਥੋੜੇ ਇਹਦੇ ਜਿਹੜੇ ਤੂੰ ਮੈਨੂੰ ਭੇਜੇ ਸੀਗੇ 10 ਪ੍ਰਿੰਸੀਪਲਸ ਮੈਂ ਪ੍ਰਿੰਟ ਕਰਕੇ ਰੱਖੇ ਹੋਏ ਨੇ ਆਪਣੇ ਕੋਲੇ, ਕਿ ਮੈਂ ਤੇ ਤੋਂ ਪੁੱਛਦੀ ਜਾਊਂਗੀ ਤੇ ਥੋੜਾ ਐਕਸਪਲੇਨ ਕਰਦਾ ਜਾਈ। ਤੇ ਆਪਾਂ ਇਸ ਤਰੀਕੇ ਨਾਲ ਜਿਹੜੇ ਆਪਣੇ ਆ ਦੇਖਣ ਵਾਲੇ ਨੇ ਉਹਨਾਂ ਨੂੰ ਵੀ ਥੋੜਾ ਸਮਝ ਆਊਗਾ, ਆਪਾਂ ਸ਼ੇਅਰ ਕਰੀਏ ਕੀ ਹੈ ਕੀ, ਇਹਦਾ ਬੇਸਿਸ ਕੀ ਹੈ। ਠੀਕ ਹੈ। ਤੇ ਪਹਿਲਾ ਪ੍ਰਿੰਸੀਪਲ ਹੈਗਾ ਇਹਦਾ, all diseases are same, their causes are same and their treatment is same। ਕਿ ਸਾਰੀ ਬਿਮਾਰੀਆਂ ਇੱਕੋ ਜਿਹੀਆਂ ਹੁੰਦੀਆਂ ਨੇ, ਉਹਨਾਂ ਦੇ ਕਾਰਨ ਵੀ ਇੱਕੋ ਜਿਹੇ ਹੁੰਦੇ ਨੇ, ਤੇ ਉਹਨਾਂ ਦੀ ਇਲਾਜ ਜਿਹੜਾ ਹੈਗਾ ਟਰੀਟਮੈਂਟ ਉਹ ਵੀ ਇੱਕੋ ਜਿਹੀ ਹੁੰਦੀ ਹੈ। ਤੇ ਇਹ ਮੈਨੂੰ ਬੜਾ ਅਟਪਟੀ ਜਿਹੀ ਚੀਜ਼ ਲੱਗਦੀ ਹੈ ਕਿ ਕਿਉਂਕਿ ਬਿਮਾਰੀਆਂ ਤਾਂ ਸਾਰੀਆਂ ਅਲੱਗ-ਅਲੱਗ ਹੁੰਦੀਆਂ ਨੇ, ਹੈ ਨਾ। ਬਿਮਾਰੀਆਂ ਮੈਂ ਇਹ ਸੁਣਿਆ ਕਿ ਫੂਡ ਦੇ ਨਾਲ ਰਿਲੇਟਡ ਹੁੰਦੀਆਂ ਨੇ ਮੋਸਟ ਆਫ ਇਟ, ਬਟ ਮੈਂ ਇਹ ਨਹੀਂ ਕਦੇ ਸੁਣਿਆ ਸੀ ਕਿ ਸਾਰੀ ਬਿਮਾਰੀ ਇੱਕੋ ਜਿਹੀਆਂ ਹੁੰਦੀਆਂ ਨੇ। ਇਹਨੂੰ ਜਰਾ ਐਕਸਪਲੇਨ ਕਰ ਕੀ ਚੀਜ਼ ਹੈ ਇਹ। ਹਾਂ ਇਹ ਨਾ ਜਦੋਂ ਤੁਸੀਂ ਇਹ ਕਾਫੀ ਲੋਕਾਂ ਨੂੰ ਨਾ ਨੈਚੁਰੋਪੈਥੀ ਦੇ ਫਸਟ ਵਿਜ਼ਿਟਸ ਤੋਂ ਬਾਅਦ ਨਾ ਬਾਹਰ ਮਤਲਬ ਲੋਕਾਂ ਨੂੰ ਨਾ ਉਹਨੂੰ ਸੀਰੀਅਸਲੀ ਨਹੀਂ ਲੈਂਦੇ। ਉਹ ਕਹਿੰਦੇ ਯਾਰ ਮੈਨੂੰ ਆਹ ਬਿਮਾਰੀ ਸੀ, ਮੈਨੂੰ ਵੀ ਉਹੀ ਡਾਕਟਰ ਉਵੇਂ ਗੱਲ ਕੀਤੀ ਡਾਕਟਰ ਨੇ, ਤੈਨੂੰ ਵੀ ਉਹੀ ਗੱਲ ਕੀਤੀ ਹੈ, ਤੇ ਇਹ ਡਾਕਟਰ ਨੂੰ ਤਾਂ ਕੁਝ ਪਤਾ ਹੀ ਨਹੀਂ। ਉਹ ਐਂ ਕਹਿੰਦੇ ਨੇ ਕਿ ਭਾਈ ਇਹ ਤਾਂ ਕੈਂਸਰ ਵਾਲੇ ਨੂੰ ਵੀ ਸੇਮ ਗੱਲ ਕਹਿ ਦਿੰਦੇ ਨੇ, ਡਾਇਬਟੀਜ਼ ਵਾਲੇ ਨੂੰ ਵੀ ਸੇਮ ਕਹਿ ਦਿੰਦੇ ਨੇ, ਠੀਕ ਹੈ ਨਾ, ਕਿਸੇ ਦਾ ਲਿਵਰ ਪ੍ਰੋਬਲਮ ਉਹਨੂੰ ਵੀ ਸੇਮ ਗੱਲ ਕਹਿ ਦਿੰਦੇ ਨੇ। ਤਾਂ ਨੈਚੁਰੋਪੈਥੀ ਕਹਿੰਦੀ ਆ ਕਿ ਬੇਸਿਕਲੀ ਤੁਸੀਂ ਇੱਕ ਹੋਲ ਹੋ, ਤੁਸੀਂ ਹੋਲਨੈਸ ਆ ਤੁਹਾਡੇ 'ਚ, ਤੁਸੀਂ ਇੱਕ ਹੋਲ ਹੋ। ਜੇ ਤੁਹਾਡੇ ਇੱਕ ਜਗ੍ਹਾ ਅਸੀਂ ਜੋ ਐਲੋਪੈਥੀ ਕੀ ਕਰਦੀ ਆ ਉਹ ਨਾ ਸਪਰੈਸ ਕਰ ਦਿੰਦੀ ਆ ਡਿਜ਼ੀਜ਼ ਨੂੰ। ਜਿਵੇਂ ਇੱਥੇ ਪੈਂਚਰ ਲੱਗਿਆ ਉੱਥੋਂ ਸਪਰੈਸ ਕਰਤਾ, ਤਾਂ ਪ੍ਰੋਬਲਮ ਤਾਂ ਤੁਹਾਡੇ ਲਾਈਫ ਸਟਾਈਲ 'ਚ ਆ ਕੇ ਤੇ ਪੈਂਚਰ ਕਿਤੇ ਹੋਰ ਨਿਕਲ ਆਊਗਾ, ਤਾਂ ਉਧਰੋਂ ਸਪਰੈਸ ਕਰ ਦੂਗੀ। ਪ੍ਰੋਬਲਮ ਕਿਤੇ ਹੋਰ ਆ ਤਾਂ ਕਿਤੇ ਹੋਰ ਸਪਰੈਸ ਕਰ ਦੂਗੀ। ਤਾਂ ਉਹ ਕਹਿੰਦੇ ਨੇ ਜਦੋਂ ਤੱਕ ਤੁਸੀਂ ਰੂਟ ਕਾਜ਼ ਤੇ ਕੰਮ ਨਹੀਂ ਕਰੋਗੇ ਤਾਂ ਇਹ ਪੈਂਚਰ ਲਗਾ ਕੇ ਪ੍ਰੋਬਲਮ ਸੋਲਵ ਨਹੀਂ ਹੋਣਗੀਆਂ। ਤਾਂ ਜਿਹੜੇ ਆਪਣਾ ਐਲੋਪੈਥੀ ਆ, ਐਲੋਪੈਥੀ ਪੈਂਚਰ ਤੋਂ ਸਟਾਰਟ ਹੁੰਦੀ ਆ ਕਿ ਆਹ ਪੈਂਚਰ ਆ, ਇਹ ਪੈਂਚਰ ਲਗਾ ਦਿਓ ਬਸ। ਹੈ ਇਹ ਕਹਿੰਦੇ ਨੇ ਭਾਈ ਇਹ ਪੈਂਚਰ ਪੁੰਚਰ ਲਾਉਣ ਨਾਲ ਕੁਛ ਨਹੀਂ ਬਲ ਬਣੂਗੀ। ਇਹ ਪੈਂਚਰਾਂ ਦੇ ਅੱਡ-ਅੱਡ ਨਾਮ ਨੇ, ਕਿਸੇ ਨੂੰ ਤੁਸੀਂ ਕੈਂਸਰ ਨਾਮ ਦੇ ਦੋਗੇ, ਕਿਸੇ ਨੂੰ ਡਾਇਬਟੀਜ਼ ਦੇ ਦੋਗੇ, ਕਿਸੇ ਨੂੰ ਕੁਛ ਦੇ ਦੋਗੇ। ਬੇਸ ਕੀ ਆ, ਰੂਟ ਕਾਜ਼ ਕਿੱਥੇ ਆ? ਤਾਂ ਉਹ ਕਹਿੰਦੇ ਨੇ ਰੂਟ ਕਾਜ਼ ਸਭ ਦਾ ਸੇਮ ਹੁੰਦਾ ਤੇ ਰੂਟ ਕਾਜ਼ ਦੀ ਟਰੀਟਮੈਂਟ ਵੀ ਸੇਮ ਹੁੰਦੀ ਆ। ਤਾਂ ਇਹਨਾਂ ਨੇ ਜੋ ਕਿਹਾ ਕਿ ਇਹ ਕਹਿ ਰਹੇ ਨੇ ਕਿ ਸਾਰੀ ਰੂਟ ਕਾਜ਼ ਕੀ ਹੁੰਦੀ ਆ, ਫੋਰਨ ਮੈਟਰ। ਇਹ ਕਹਿੰਦੇ ਨੇ ਕਿ ਆਪਾਂ 5 ਤੱਤਾਂ ਦੇ ਬਣੇ ਆ। ਉਹ 5 ਤੱਤਾਂ ਦੇ ਵਿੱਚ ਜਦੋਂ 5 ਤੱਤਾਂ ਤੋਂ ਇਲਾਵਾ ਆਪਣੇ ਬੋਡੀ ਅੰਦਰ ਕੋਈ ਵੀ ਚੀਜ਼ ਚਲੇ ਜਾਂਦੀ ਆ, 6ਵਾਂ ਤੱਤ ਮਤਲਬ ਬਾਹਰਲਾ ਤੱਤ ਆ, ਉਹਨੂੰ ਫੋਰਨ ਮੈਟਰ ਕਹਿ ਦਿੰਦੇ ਨੇ ਕਿ ਬਾਹਰਲੀ ਚੀਜ਼ ਆ, ਉਹ ਆਪਣੀ ਬੋਡੀ ਐਕਸੈਪਟ ਨਹੀਂ ਕਰਦੀ ਉਹਨੂੰ। ਤੇ ਜਦੋਂ ਉਹ ਆਪਣੀ ਬੋਡੀ ਅੰਦਰ ਵੜ ਜਾਂਦੀ ਆ ਤਾਂ ਆਪਣੀ ਬੋਡੀ ਉਸ ਨੂੰ ਬਾਹਰ ਕੱਢਦੀ ਆ। ਬਸ ਕਹਿੰਦੇ ਇਹ ਕੰਮ ਆ। ਤੁਸੀਂ ਇਹਦੀ ਟਰੀਟਮੈਂਟ ਕੀ ਆ ਕਿ ਤੁਸੀਂ ਉਹਨੂੰ ਫੋਰਨ ਮੈਟਰ ਨੂੰ ਬੋਡੀ ਚੋਂ ਬਾਹਰ ਕੱਢਣਾ। ਤਾਂ ਜੇ ਉਹ ਤੁਹਾਡੇ
ਭਾਵਾਂ ਦੀ ਜਿਵੇਂ ਕੋਈ ਇਨਫੈਕਸ਼ਨ ਹੋ ਗਿਆ ਹਨਾ, ਉਹ ਵੀ ਚਲੋ ਬਾਹਰੋਂ ਦੀ ਚੀਜ਼ ਹੋ ਕੇ ਆਪਾਂ ਨੂੰ ਇਨਫੈਕਟ ਕੀਤੀ, ਉਹ ਵੀ ਕੀ ਚੀਜ਼ ਹੋ ਗਈ। ਤੇ ਫਿਰ ਜਿਵੇਂ ਆਪਾਂ ਕੋਈ ਦਵਾਈਆਂ ਖਾ ਲੀਆਂ, ਉਹ ਕੈਮੀਕਲ ਹੋ ਗਿਆ, ਵੀ ਕੈਮੀਕਲ ਵੀ ਇੱਕ ਫੋਰਨ ਐਲੀਮੈਂਟ ਹੋ ਗਿਆ, ਤੁਹਾਡੀ ਬੋਡੀ 'ਚ ਚਲਾ ਗਿਆ। ਜਾਂ ਕੋਈ ਇਹੋ ਜਿਹਾ ਫੂਡ ਖਾ ਲਿਆ ਜੋ ਕਿ ਆਪਾਂ ਨੂੰ ਡਾਈਜੈਸਟ ਨਹੀਂ ਹੋਇਆ ਪ੍ਰੋਪਰਲੀ, ਹਨਾ, ਤੇ ਉਹ ਵੀ ਇੱਕ ਫੋਰਨ ਐਲੀਮੈਂਟ ਟਰੀਟ ਹੋ ਜਾਂਦਾ ਹੈ। ਅੱਛਾ, ਤੇ ਇਸ ਤਰੀਕੇ ਨਾਲ ਮਤਲਬ ਕੋਈ ਵੀ ਚੀਜ਼ ਜਿਹੜੀ ਬੋਡੀ ਐਕਸੈਪਟ ਨਹੀਂ ਕਰਦੀ ਹੈਗੀ, ਉਹਨੂੰ ਫੋਰਨ ਐਲੀਮੈਂਟ ਨੂੰ ਕਾਊਂਟ ਐਜ਼ ਅ ਫੋਰਨ ਐਲੀਮੈਂਟ ਕਾਊਂਟ ਕਰਕੇ ਫਿਰ ਆਪਣਾ ਸਰੀਰ ਉਹਨੂੰ ਬਾਹਰ ਸਿੱਟਣ ਦੀ ਟਰਾਈ ਕਰਦਾ ਬੇਸਿਕਲੀ ਹੈ। ਹਾਂ, ਮਤਲਬ ਆਪਣਾ ਪੰਜ ਤੱਤ ਜਿਹੜੇ ਨੇ, ਆਪਣੇ ਪੰਜ ਤੱਤ ਨੇ ਜਿਹੜੇ ਬੇਸਿਕ ਨੇ ਨਾ, ਆਪਾਂ ਕਹਿ ਦਿੰਦੇ ਆ ਕਿ ਹਵਾ, ਪਾਣੀ, ਹਨਾ, ਜਿਹੜੇ ਪੰਜ ਤੱਤ ਹੁੰਦੇ ਨੇ। ਉਸ ਤੋਂ ਇਲਾਵਾ ਕੋਈ ਵੀ ਚੀਜ਼ ਜਦੋਂ ਅੰਦਰ ਸਰੀਰ ਦੇ ਵੜਦੀ ਆਪਣੇ, ਆਪਾਂ ਸਰੀਰ ਉਹਨੂੰ ਕੱਢਦਾ। ਬਸ ਕਹਿੰਦੇ ਸਿੰਪਲ ਪ੍ਰੋਸੈਸ ਆ। ਤੁਸੀਂ ਹਰ ਬੰਦੇ ਨੂੰ ਕਹੋ ਯਾਰ ਮੈਂ ਤੇਰੇ ਸਰੀਰ ਨੂੰ ਸਾਫ਼ ਕਰ ਦੇਣਾ, ਠੀਕ ਆ, ਤਾਂ ਸਫਾਈ ਕਰਾਂਗੇ। ਤੁਸੀਂ ਵੀ ਨਾਰਮਲੀ ਦੇਖੋ ਨਾ, ਆਪਣੇ ਪੁਰਾਣੇ ਕਿਹਾ ਜਾਂਦਾ ਸੀ ਘਰ 'ਚ ਧੁੱਪ ਲਵਾਓ, ਹਨਾ, ਹਵਾ ਲਵਾ ਲਓ ਚੀਜ਼ਾਂ ਨੂੰ। ਆਪਾਂ ਰਜਾਈਆਂ ਨੂੰ ਵੀ ਸਿਆਲਾਂ 'ਚ ਕੱਢਦੇ ਸਰ ਬਾਹਰ ਕੱਢਦੇ ਆ, ਹਵਾ ਲਵਾ ਲਓ, ਧੁੱਪ ਲਵਾ ਲਓ ਹੈ। ਉਹ ਤੇ ਮੈਂ ਮਾਡਰਨ 'ਚ ਵੀ ਦੇਖਿਆ, ਕਦੀ ਫੋਨ ਵੀ ਖਰਾਬ ਹੁੰਦੇ ਨੇ ਨਾ, ਤੁਸੀਂ ਕਦੀ ਸ਼ੌਪਕੀਪਰ ਕੋਲ ਜਾਓ, ਬਲੋਰ ਜਿਹਾ ਹੀ ਮਾਰਦਾ, ਸਿਰਫ ਖੋਲ ਕੇ ਸਾਫ਼ ਜਿਹਾ ਕਰ ਦਿੰਦਾ। ਤੇ ਜਦੋਂ ਸਾਫ਼ ਕਰਦਾ, ਕਾਰ ਦਾ ਵੀ ਇਹੀ ਹੁੰਦਾ। ਤੁਸੀਂ ਸਰਵਿਸ ਕਰਾਉਣ ਜਾਂਦੇ ਹੋ, ਕਿੰਨੀ ਪ੍ਰੋਬਲਮ ਸੋਲਵ ਹੋ ਜਾਂਦੀਆਂ ਨੇ। ਐਕਚੁਅਲ 'ਚ ਕੋਈ ਵੀ ਚੀਜ਼ ਆ ਨਾ, ਜਦੋਂ ਬਣੀ ਆ, ਉਹ ਇੱਕ ਨੈਚੁਰਲ ਸਟੇਟ 'ਚ ਬਣਦੀ ਆ, ਤੇ ਹੌਲੀ ਹੌਲੀ ਵਿਦ ਯੂਜ਼ ਉਹਦੇ ਅੰਦਰ ਬਾਹਰਲੀ ਚੀਜ਼ਾਂ ਅੰਦਰ ਵੜ ਜਾਂਦੀਆਂ ਨੇ। ਤੇ ਨਾ ਉਹਦੇ ਸਮੂਥ ਫੰਕਸ਼ਨਿੰਗ 'ਚ ਉਹਦੀ ਸਮੂਥ ਫੰਕਸ਼ਨਿੰਗ ਨਹੀਂ ਕਰਨ ਦਿੰਦਾ ਫਿਰ ਉਹਨੂੰ। ਉਹ ਤਾਂ ਬਸ ਉਹ ਕਹਿੰਦੇ ਨੇ ਹੁਣੀ ਪਿੱਛੇ ਜੇ ਮੈਂ ਆਪਣੀ ਟ੍ਰੈਡਮਿਲ ਏਦਾਂ ਹੀ ਠੀਕ ਕੀਤੀ ਹੈ, ਉਹ ਚਲਦੀ ਖੜ ਗਈ, ਤੇ ਮੈਂ ਉਹਦਾ ਬੋਰਡ ਜਿਹਾ ਖੋਲ ਕੇ ਨਾ, ਤੇ ਉਹਦੇ 'ਚ ਹਵਾ ਜੀ ਮਾਰ ਕੇ ਉਹਦੇ ਸਾਰੇ ਅੰਦਰ ਧੂਲ ਮਿੱਟੀ ਜੰਮੀ ਹੋਈ ਸੀ ਸਾਰੀ, ਉਹ ਮੈਂ ਕਲੀਨ ਕਰਕੇ ਦੁਬਾਰਾ ਚਲਾਈ, ਚੱਲ ਗਈ ਉਹ, ਹਨਾ। ਤੇ ਉਹੀ ਹੈ, ਆਪਣਾ ਸਰੀਰ ਵੀ ਏਦਾਂ ਹੀ ਹੁੰਦਾ ਹੈ ਵੀ ਆਪਾਂ ਨੂੰ ਕਲੀਨ ਕਰਕੇ ਜੇ ਇੱਕ ਵਾਰ ਰੀਸੈਟ ਕਰ ਦਈਏ ਬੇਸਿਕਲੀ, ਤਾਂ ਉਹ ਰੀਸੈਟ ਹੋਏ ਤੋਂ ਚੱਲ ਜਾਂਦਾ ਫਿਰ ਦੁਬਾਰਾ ਤੋਂ। ਹਾਂ, ਰੀਸੈਟ ਹੋਏ ਤੋਂ ਚੱਲ ਜਾਂਦਾ। ਹਾਂ। ਓਕੇ। ਤੇ ਹੋਰ ਕੁਛ ਇਹਦੇ ਬਾਰੇ, ਪਹਿਲੇ ਪੁਆਇੰਟ ਦੇ ਬਾਰੇ ਕੁਝ ਹੋਰ ਗੱਲ ਕਰਨੀ ਹੈ? ਨਹੀਂ, ਆਪਾਂ ਜਿਵੇਂ ਅੱਗੇ ਚੱਲਾਂਗੇ, ਮੇਰੇ ਨਾਲ ਲੜੀਆਂ ਜੁੜਦੀ ਜਾਣਗੀਆਂ, ਤਾਂ ਆਪਾਂ ਉਹਨੂੰ ਜੋੜਾਂਗੇ ਤਾਂ ਬੈਟਰ ਆ। ਜਿਵੇਂ ਅਗਲੀ ਲੜੀ ਆਪਾਂ ਪਿਛਲੀ ਨਾਲ ਜੁੜ ਜੂਗੀ ਨਾ, ਜਦੋਂ ਕੋਈ ਗੱਲ ਨਿਕਲੀ ਆਪਾਂ ਉਹਨੂੰ ਜੋੜ ਲਾਂਗੇ, ਉਹ ਬੈਟਰ ਆ। ਤੁਸੀਂ ਅਗਲਾ ਪੁਆਇੰਟ ਤੇ ਆਪਾਂ ਅਗਲਾ ਪ੍ਰਿੰਸੀਪਲ ਦੇਖਦੇ ਹਾਂ। ਤੇ ਦੂਸਰਾ ਪ੍ਰਿੰਸੀਪਲ ਹੈਗਾ ਜਰਮਸ ਡੂ ਨਾਟ ਕਾਜ਼ ਡਿਜ਼ੀਜ਼, ਕਿ ਜਿਹੜੇ ਜਰਮਸ ਹੁੰਦੇ ਨੇ, ਕੀਟਾਣੂ ਹੁੰਦੇ ਨੇ, ਇਹਨਾਂ ਕਰਕੇ ਬਿਮਾਰੀ ਨਹੀਂ ਹੁੰਦੀ। ਇਹ ਤਾਂ ਆਪਣੇ ਬਿਲਕੁਲ ਆਪੋਜ਼ਿਟ ਜੀ ਗੱਲ ਹੋ ਗਈ, ਵੀ ਆਪਾਂ ਨੂੰ ਤਾਂ ਕਹੀ ਜਾਂਦੇ ਨੇ ਕਿ ਜਰਮਸ ਕਰਕੇ ਇਨਫੈਕਸ਼ਨ ਹੋ ਜਾਂਦੀ ਹੈ, ਜਰਮਸ ਕਰਕੇ ਬਿਮਾਰੀਆਂ ਹੋ ਜਾਂਦੀਆਂ ਨੇ ਬਹੁਤ। ਇਹ ਵੀ ਪਤਾ ਹੈ ਮੈਨੂੰ ਕਿ ਵਧੀਆ ਜਰਮਸ ਵੀ ਹੁੰਦੇ ਨੇ ਤੁਹਾਡੇ ਬੋਡੀ ਦੇ ਅੰਦਰ, ਪਰ ਆਪਾਂ ਨੂੰ ਡਿਵਾਈਡ ਕਰਦੇ ਆ ਫਿਰ ਵੀ ਕਿ ਦੋ ਹਿੱਸਿਆਂ 'ਚ, ਇੱਕ ਵਧੀਆ ਵਾਲੇ ਜਰਮਸ ਤੇ ਇੱਕ ਜਿਹੜੇ ਵਧੀਆ ਨਹੀਂ ਹੈਗੇ ਜਰਮਸ, ਹਨਾ। ਪਰ ਜਰਮਸ ਦੇ ਕਰਕੇ ਬਿਮਾਰੀ ਤਾਂ ਹੁੰਦੀ ਹੈ ਨਾ। ਹਾਂ, ਤੇ ਇਹ ਨਾ, ਹਾਂ, ਇਹ ਜਿਹੜਾ ਜਰਮਸ ਵਾਲਾ ਪੱਖ ਆ ਨਾ, ਇਹ ਮੈਨੂੰ ਐ ਲੱਗਦਾ ਕਿ ਨਾ ਹਿਊਮਨ ਦੀ ਨੌਲੇਜ ਆ। ਬਸ ਸਾਨੂੰ ਫਾਰਮਿੰਗ 'ਚ ਵੀ ਕਹਿ ਦਿੰਦੇ ਮਿੱਤਰ ਕੀਟ, ਹਨਾ, ਮਿੱਤਰ ਕੀਟ ਵਰਡ ਯੂਜ਼ ਕੀਤਾ ਜਾਂਦਾ ਕਿ ਇਹ ਤੁਹਾਡੇ ਮਿੱਤਰ ਕੀਟ ਨੇ। ਦੂਸਰੇ ਮਤਲਬ ਦੁਸ਼ਮਣ ਕੀਟ ਹੋ ਗਏ, ਉਹ ਚੱਲ ਵਰਡ ਨਹੀਂ ਯੂਜ਼ ਕੀਤਾ ਜਾਂਦਾ, ਮਿੱਤਰ ਕੀਟ ਤੇ ਦੁਸ਼ਮਣ ਕੀਟ ਹੀ ਹੋ ਗਏ ਨਾ। ਤਾਂ ਸੇਮ ਗੁੱਡ ਵਾਇਰਸ, ਬੈਡ ਵਾਇਰਸ, ਗੁੱਡ ਬੈਕਟੀਰੀਆ, ਬੈਡ ਬੈਕਟੀਰੀਆ, ਇਹ ਨਾ ਹਿਊਮਨ ਦਾ ਸਿਰਫ ਜਿੱਥੇ ਤੱਕ ਸਮਝ ਆਈ ਆਪਾਂ ਨੂੰ, ਆਪਣੇ ਹਿਸਾਬ ਨਾਲ ਆਪਾਂ ਗੁੱਡ ਬੈਡ ਕਹਿ ਦਿੰਦੇ ਆ। ਤੇ ਮੈਨੂੰ ਇਹ ਜੋ ਨੈਚੁਰੋਪੈਥੀ ਕਹਿੰਦੀ ਆ ਕਿ ਦੇਖੋ, ਕੋਈ ਵੀ ਚੀਜ਼ ਕੁਦਰਤ ਦੇ ਵਿੱਚ ਬੇਮਤਲਬ ਤੋਂ ਨਹੀਂ ਹੈਗੀ, ਤਾਂ ਹਰ ਚੀਜ਼ ਦਾ ਇੱਕ ਫੰਕਸ਼ਨ ਆ। ਇਹ ਆਪਾਂ ਕੀ ਕਰਦੇ ਆ, ਆਪਾਂ ਉਸ ਨੂੰ ਨਾ ਡਿਸਬੈਲੈਂਸ ਕਰ ਲੈਂਦੇ ਆ। ਇੱਕ ਤਾਂ ਬੈਕਟੀਰੀਆਜ਼ ਨੂੰ ਆਪਾਂ ਮੋਨੋਕਲਚਰ ਆ ਗਿਆ ਆਪਣੇ ਅੰਦਰ, ਆਪਾਂ ਇੱਕੋ ਜਿਹਾ ਖਾਣਾ ਖਾ ਰਹੇ ਆ ਜਾਂ ਇੱਕੋ ਜਿਹੇ এনवायरमेंट 'ਚ ਜੋਈ ਜਾ ਰਹੇ, ਆਪਣਾ ਗੱਟ ਦੇ ਵਿੱਚ ਇੱਕੋ ਟਾਈਪ ਦੇ ਬੈਕਟੀਰੀਆ ਹੋ ਗਏ। ਇੱਕ ਟਾਈਪ ਦਾ ਕੁਝ ਵੀ ਜ਼ਿਆਦਾ ਹੋ ਜਾਂਦਾ, ਐਕਸੈਸ ਆਫ ਐਨੀਥਿੰਗ ਇਜ਼ ਪੋਇਜ਼ਨ, ਮਤਲਬ ਇਹ ਪੁਰਾਣੀ ਕਹਾਵਤ ਆ। ਹਾਂ, ਤਾਂ ਉਹ ਆਪਾਂ ਨੂੰ ਇਹ ਕਹਿ ਦਿੱਤਾ ਗਿਆ ਬੈਕਟੀਰੀਆ ਐਕਸੈਸ ਹੋ ਗਏ ਨੇ, ਇੱਕ ਟਾਈਪ ਦੇ ਬੈਕਟੀਰੀਆ ਜ਼ਿਆਦਾ ਹੋ ਗਏ ਨੇ। ਆਪਾਂ ਨੂੰ ਕਹਿੰਦਾ ਬੈਕਟੀਰੀਆ ਤਾਂ ਦੁਸ਼ਮਣ ਆ। ਹੁਣ ਆਪਾਂ ਨੂੰ ਐਲੋਪੈਥੀ ਕੀ ਕਰਦੀ ਆ, ਸਾਰੇ ਹੀ ਸਾਫ਼ ਕਰ ਦਿੰਦੀ ਆ। ਮਤਲਬ ਉਹ ਪਾਣੀ ਪੀਣਾ, ਉਹ ਫਿਲਟਰ ਜਿਹੜਾ ਵਾਟਰ ਫਿਲਟਰ ਨੇ ਨਵੇਂ ਟਾਈਪ ਦੇ, ਇੰਨੇ ਕੈਮੀਕਲ ਵਾਲਾ ਇੰਨਾ ਕੁਛ ਆ, ਉਹ ਬਿਲਕੁਲ ਹੀ ਪਾਣੀ ਨੂੰ ਜ਼ੀਰੋ ਹੀ ਕਰ ਦੇਣਗੇ, ਉਹ 'ਚ ਲਾਈਫ ਹੀ ਨਹੀਂ ਹੈਗੀ। ਮਤਲਬ ਉਹ ਲਾਈਫਲੈਸ ਵਾਟਰ ਬਣ ਗਿਆ। ਆਪਣੇ ਬਾਡੀ ਦੇ ਵਿੱਚ ਦਵਾਈਆਂ ਦੇ ਕੇ ਆਪਣੇ ਸਾਰੇ ਬੈਕਟੀਰੀਆ ਖਤਮ ਕਰਦੇ, ਆਪਾਂ ਲਾਈਫਲੈਸ ਬੈਕਟੀਰੀਆ ਬਣ ਗਏ। ਆਪਣੇ ਅੰਦਰ ਕੁਛ ਹੈ ਹੀ ਨਹੀਂ। ਆਪਣੀ ਬਾਡੀ ਵੀ ਕਹਿੰਦੇ ਆਪਣਾ DNA ਹਾਰਡਲੀ 10% ਨਹੀਂ ਹੈਗਾ, ਬਾਕੀ 90% ਤਾਂ ਆਪਾਂ ਬੈਕਟੀਰੀਆ ਹੀ ਆ। ਤਾਂ ਜਿੰਨਾ ਆਪਣਾ ਗੱਟ ਦੇ ਵਿੱਚ ਮਲਟੀਪਲ ਟਾਈਪ ਦੇ ਬੈਕਟੀਰੀਆਜ਼ ਹੋਣਗੇ, ਉਨਾ ਕਹਿੰਦੇ ਆਪਣਾ ਗੱਟ ਸਟਰੋਂਗ ਹੋਊਗਾ। ਤਾਂ ਇਹ ਕਹਿੰਦੇ ਨੇ ਬੈਕਟੀਰੀਆ ਬਿਲਕੁਲ ਗਲਤ ਨਹੀਂ ਹੈਗਾ। ਆਪਾਂ ਹੁਣ ਤੁਸੀਂ ਇਹਦਾ ਸਿੱਧਾ ਹੀ ਲਗਾ ਲਓ, ਜੰਗਲੀ ਜਿਹੜੇ ਜਾਨਵਰ ਨੇ, ਉਹ ਤਾਂ ਇੰਨੇ ਜੰਗਲੀ, ਇੰਨੇ ਇਹੋ ਜਿਹੇ 'ਚ ਰਹਿੰਦੇ ਨੇ, ਦੇਖੋ ਆਪਣੇ ਤੋਂ ਜ਼ਿਆਦਾ ਹੈਲਦੀ ਕਿਉਂ ਨੇ ਫਿਰ ਉਹ? ਅੱਜ ਤੱਕ ਉਹਨਾਂ ਨੂੰ ਡਾਕਟਰਸ ਦੀ ਲੋੜ ਵੀ ਨਹੀਂ ਪਈ।
ਪਰ ਉਹਨਾਂ ਦੀ ਜਿਹੜੀ ਉਮਰ ਹੁੰਦੀ ਹੈ ਲੰਬੀ ਤਾਂ ਹਿਊਮਨਸ ਦੀ ਹੈ ਨਾ, ਉਹਨਾਂ ਨੇ ਆਪਣੇ ਨੂੰ ਬੈਕਟੀਰੀਆ ਨੂੰ ਖਤਮ ਕਰ ਕਰਕੇ ਆਪਣੀ ਉਮਰ ਲੰਬੀ ਕੀਤੀ ਹੈ ਨਾ ਹਿਊਮਨ ਨੇ ਤਾਂ। ਨਹੀਂ, ਇਹ ਵੀ ਇੱਕ ਮਿਥ ਆ। ਜਿਹੜੇ ਹਿਊਮਨਸ ਦੀ ਆਪਾਂ ਲਾਈਫ ਲੰਬੀ ਕਹਿ ਰਹੇ ਆ, ਉਹ ਆਪਾਂ ਰਿਕਾਰਡ ਕਰ ਰਹੇ ਆ ਕਿ ਬਰਥ ਰੇਟ ਤੇ ਜਿਹੜਾ ਬੱਚਾ ਮਰਦਾ ਉਸ ਦੇ ਚ ਆਪਾਂ ਪਿਛਲੇ ਜਦੋਂ ਦੀ ਐਲੋਪੈਥੀ ਆਈ ਹੈ ਉਦੋਂ ਤੋਂ ਉਹਨੂੰ ਆਪਾਂ ਕਾਮਯਾਬ ਜ਼ਿਆਦਾ ਹੋ ਗਏ ਆ। ਆਪਣੇ ਬੱਚੇ ਨਹੀਂ ਮਰ ਰਹੇ, ਪਰ ਬੱਚੇ ਪੈਦਾ ਵੀ ਘੱਟ ਹੋ ਰਹੇ ਨੇ। ਤਾਂ ਜਿਵੇਂ ਉਹ ਡਿਵੀਜ਼ਨ ਆਂਦਾ, ਜਦੋਂ ਜਿਵੇਂ ਉਹ ਡਿਵੀਜ਼ਨ ਆਂਦਾ ਨਾ, ਜਿਵੇਂ ਹੁਣ ਇੱਕ ਮੰਨ ਕੇ ਚਲੋ ਐਜ਼ ਪੁਰਾਣੇ ਆਪਾਂ ਟਾਈਮ ਦੇਖਦੇ ਸੀ, ਬੱਚੇ 8-8 10-10 ਜਵਾਕ ਹੁੰਦੇ ਸੀ, ਇੱਕ ਦੋ ਮਰ ਜਾਂਦੇ ਸੀ ਵਿੱਚੋਂ, ਠੀਕ ਆ। ਤਾਂ ਹੁਣ ਕੀ ਹੋ ਗਿਆ, ਹੁਣ ਜਿਹੜੀ ਉਹ ਡੈਥ ਰੇਟ ਸੀ ਨਾ, ਬੱਚਾ ਪੈਦਾ ਹੁੰਦਾ, ਉਹ ਡਿਵੀਜ਼ਨ ਜਦੋਂ ਕਰਦੇ ਆ ਤੁਸੀਂ, ਉਹ ਡਿਵੀਜ਼ਨ ਇੱਕਦਮ ਤੁਹਾਡਾ ਮਤਲਬ ਲਾਈਫ ਨੂੰ ਲੰਬਾ ਕਰ ਜਾਂਦੀ ਆ ਜਦੋਂ ਤੁਸੀਂ ਡਾਟਾ 'ਚ ਜਾਂਦੇ ਹੋ। ਤੇ ਪਰ ਜੇ ਤੁਸੀਂ ਦੇਖੋਗੇ ਪੁਰਾਣੇ ਪਿੰਡਾਂ 'ਚ ਜਾ ਕੇ ਦੇਖੋਗੇ 100 ਸਾਲ ਦੇ ਬੁੜੇ ਨਾਰਮਲ ਦਿਖਦੇ ਸੀ ਪਿੰਡਾਂ ਦੇ ਵਿੱਚ, ਪਰ ਡਾਟਾ ਦੇ ਵਿੱਚ ਕਿਉਂਕਿ ਉਦੋਂ ਕੀ ਹੁੰਦਾ ਸੀ, ਉਹ ਬੁੜੇ ਦੇ ਕੁਝ ਭਰਾ ਬਿਲਕੁਲ ਵਿਦ ਬਰਥ ਮਰ ਗਿਆ। ਮੰਨ ਕੇ ਚਲੋ ਇੱਕ ਬਜ਼ੁਰਗ 100 ਸਾਲ ਦਾ ਹੋਇਆ, ਉਹਦਾ ਦੂਸਰਾ ਭਰਾ ਔਨ ਬਰਥ ਮਰ ਗਿਆ, ਤਾਂ ਐਵਰੇਜ ਕੱਢੋਗੇ ਤਾਂ 50 ਸਾਲ ਆ ਗਈ ਨਾ, ਐਵਰੇਜ ਥੱਲੇ ਆ ਗਈ। ਹਾਂ, ਅੱਛਾ, ਉਹ ਇਸ ਤਰੀਕੇ ਨਾਲ ਤੂੰ ਕਹਿੰਦੇ ਕਿ ਸਾਰੇ ਸਰਵਾਈਵ ਨਹੀਂ ਕਰਦੇ ਸੀਗੇ ਤਾਂ ਐਵਰੇਜ ਘਟ ਆ ਜਾਂਦੀ ਸੀ। ਹਾਂ ਹਾਂ ਹਾਂ, ਨੇਚਰਲ ਆਈ ਹੁੰਦਾ, ਸਾਰੇ ਸੀਡ ਸਿਰੇ ਨਹੀਂ ਚੜਦੇ। ਤਾਂ ਆਪਾਂ ਕੀ ਕੀਤਾ, ਆਪਾਂ ਵਿਦ ਐਲੋਪੈਥੀ ਉਹਨਾਂ ਨੇ ਇੱਕ ਤਾਂ ਬੱਚੇ ਪੈਦਾ ਕਰਨੇ ਘਟਾਤੇ ਨੇ ਜਾਣ ਕੇ, ਹੈ, ਤੇ ਜਿਹੜੇ ਪੈਦਾ ਹੋ ਰਹੇ ਨੇ ਉਹਨਾਂ ਨੂੰ ਇੰਨਾ ਅੱਛਾ ਹੈਲਥ ਕੇਅਰ ਦਿੱਤਾ ਗਿਆ ਕਿ ਉਹਨਾਂ ਨੂੰ ਖਿੱਚ ਤੂ ਕੇ ਨਾ 30-40 ਤੱਕ ਤਾਂ ਲਈ ਜਾਂਦੇ ਨੇ, ਚਾਹੇ ਉਹ ਜਿੰਨਾ ਮਰਜੀ ਮਾੜਾ DNA ਜਾਂ ਉਸ ਦੇ ਅੰਦਰ ਯੂਜ਼ਲੈਸ ਮਤਲਬ ਉਹ ਜੀਨਸ ਸੀਗਾ ਇੱਕ ਟਾਈਪ ਦਾ, ਉਹਨੂੰ ਫਿਰ ਵੀ 30-40 ਤੱਕ ਲੈ ਜਾਂਦੇ ਨੇ। ਉਹਦੇ ਨਾਲ ਕੀ ਹੋਇਆ, ਜਿਹੜਾ ਜਦੋਂ ਤੁਸੀਂ ਖਿੱਚ ਧੂ ਕੇ ਦਵਾਈਆਂ ਤੁਸੀਂ ਦੇਖੋ ਕਿੰਨੇ ਬੱਚੇ ਨੇ 10 ਸਾਲਾਂ ਦੇ 8 ਸਾਲਾਂ ਦੇ ਦਵਾਈਆਂ ਹੀ ਖਾਈ ਜਾਂਦੇ ਨੇ, ਪੂਰੀ ਲਾਈਫ ਹੀ ਦਵਾਈਆਂ ਖਾਈ ਜਾਂਦੇ ਨੇ ਕਈ ਬੱਚੇ। ਮਤਲਬ ਉਹਨਾਂ ਦਾ ਕਦੀ ਲਾਈਫ 'ਚ ਪੀਰੀਅਡ ਹੀ ਨਹੀਂ ਆਇਆ ਜਿੱਥੇ ਉਹਨਾਂ ਨੇ ਦਵਾਈਆਂ ਤੋਂ ਬਿਨਾਂ ਮਤਲਬ ਉਹ ਕਦੀ ਰਹੇ ਨੇ। ਤੇ ਉਹ ਸਾਰੇ ਕੌਣ ਸੀਗੇ? ਡਿਸੇਬਲ ਜੇ ਹੁੰਦੇ ਨੇ ਬੱਚੇ ਜਿਹੜੇ, ਉਹਨਾਂ ਨੂੰ ਵੀ ਆਪਾਂ ਕੇਅਰ ਬਹੁਤ ਕੀਤੀ ਜਾਂਦੀ ਹੈ, ਉਹਨਾਂ ਦੀ ਦਵਾਈਆਂ ਦੇ ਸਿਰ ਤੇ ਉਹਨਾਂ ਨੂੰ ਸਰਵਾਈਵ ਕਰਵਾਇਆ ਜਾਂਦਾ ਹੈ ਨਾ, ਤੇ ਉਹ ਉਸ ਤਰੀਕੇ ਨਾਲ। ਹਾਂ, ਉਹਦੇ ਨਾਲ ਜਦੋਂ ਤੁਸੀਂ ਡਾਟਾ ਦੇਖੋਗੇ ਤਾਂ ਡਾਟਾ 'ਚ ਹਮੇਸ਼ਾ ਝਲਕੂਗਾ ਕਿ ਤੁਸੀਂ ਲਾਈਫ ਤੁਹਾਡੀ ਲੰਬੀ ਹੋ ਗਈ, ਪਰ ਨਹੀਂ, ਉਹ ਮਤਲਬ ਉਹ ਲਾਈਫ ਹੈਲਦੀ ਲਾਈਫ ਲੰਬੀ ਨਹੀਂ ਹੋਈ। ਉਹ ਇੱਕ ਬਿਮਾਰ ਲੋਕ, ਹੁਣ ਜੇ ਮੰਨ ਕੇ ਚਲੋ ਤੁਹਾਡੀ ਕਾਰ ਆ, ਠੀਕ ਆ ਨਾ, ਤੁਸੀਂ ਕਾਰ ਆ, ਹਰ ਹਫ਼ਤੇ ਤੁਹਾਨੂੰ ਗੈਰੇਜ ਜਾਣਾ ਪੈਂਦਾ, ਤੁਹਾਨੂੰ ਸਰਵਿਸ, ਤੁਸੀਂ ਲੜਾਈ ਝਗੜਾ ਕਰਦੇ ਹੋ ਕਿ ਯਾਰ ਮੈਨੂੰ ਕੀ ਕਬਾੜ ਦੇਤਾ, ਉਹ ਤੁਹਾਨੂੰ ਰਿਪੇਅਰ ਕਰਕੇ ਫੇਰ ਮੋੜ ਦੇਣ, ਇਹ ਤੁਸੀਂ ਇਹ ਜੀ ਨੂੰ ਕਾਰ ਨੂੰ 10 ਸਾਲ ਲੈ ਕੇ ਤੁਰੇ ਫਿਰੋ, ਠੀਕ ਆ ਨਾ, ਤਾਂ ਤੁਸੀਂ ਇਹ ਥੋੜੀ ਕਹਿ ਦੋਗੇ ਯਾਰ ਇਹਦਾ ਕਾਰ ਬੜੀ ਸਕਸੈਸਫੁਲ ਆ। ਤੁਸੀਂ ਤਾਂ ਗਾਲਾਂ ਹੀ ਕੱਢੋਗੇ ਨਾ ਐਂਡ 'ਚ, ਯਾਰ ਇਹ ਗੱਡੀ ਨਾ ਲਿਓ, ਕੰਪਨੀ ਦੀ ਸਮਾਨ ਨਾ ਲਿਓ, ਇਹ ਉੱਥੇ ਬਸ ਗੋਲੀ ਪਾ ਕੇ ਤੁਹਾਨੂੰ ਤੋੜ ਦਿੰਦੇ ਨੇ, ਤੁਸੀਂ ਆ ਜਾਂਦੇ ਹੋ, ਫੇਰ 2 ਦਿਨਾਂ ਨੂੰ ਪ੍ਰੋਬਲਮ ਆ ਜਾਂਦੀ ਆ, ਫੇਰ ਜਾਂਦੇ ਹੋ। ਤਾਂ ਇਹ ਉਸ ਟਾਈਪ ਦੀ ਐਲੋਪੈਥੀ, ਉਸ ਟਾਈਪ ਦੀ ਅਪਰੋਚ ਆ ਕਿ ਤੁਹਾਨੂੰ ਰਿਪੇਅਰ ਜਾ ਕਰਕੇ ਫੇਰ ਤੋੜ ਦਿੰਦੇ ਨੇ, ਰਿਪੇਅਰ ਜਾ ਕਰਕੇ ਫੇਰ ਤੋੜਦੇ ਨੇ। ਜਦੋਂ ਹੈਲਥ ਦੀ ਡੈਫੀਨੇਸ਼ਨ ਆ ਨਾ, ਹੈਲਥ ਦੀ ਡੈਫੀਨੇਸ਼ਨ ਆ ਕਿ ਇੱਕ ਪ੍ਰੋਪਰ ਸਟੇਟ ਆਫ ਫਿਜ਼ੀਕਲ, ਮੈਂਟਲ ਐਂਡ ਸਪਿਰਿਚੁਅਲ ਵੈਲਨੈਸ। ਇਹ ਮਤਲਬ ਇਹਦੇ ਡੈਫੀਨੇਸ਼ਨ ਸਾਨੂੰ ਸਟਾਰਟਿੰਗ 'ਚ ਨੈਚੁਰੋਪੈਥੀ ਸਿਖਾਇਆ ਗਿਆ ਕਿ ਹੈਲਦੀ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਸਾਹ ਲੈ ਰਹੇ ਹੋ, ਤੁਸੀਂ ਜਿਉ ਰਹੇ ਹੋ, ਡੈਟਸ ਇਟ। ਉਹ ਤਾਂ ਕਹਿੰਦੇ ਤੁਸੀਂ ਕੋਮਾ ਦੇ ਵਿੱਚ ਵੀ ਬੰਦਾ ਪਿਆ, ਉਹ ਵੀ ਫਿਰ ਉਹਦੀ ਵੀ ਕਾਊਂਟ ਕਰ ਲਓ, ਏਜ ਕਰਦੇ ਹੀ ਆਪਾਂ। ਕੋਈ ਬੰਦਾ ਕਹਿੰਦੇ ਨੇ ਆਪਾਂ 5 ਸਾਲ ਹੋ ਗਿਆ ਭਾਈ ਕੋਮੇ 'ਚ ਹੀ ਪਿਆ, ਭਾਈ ਉਹ ਲਾਈਫ ਨਹੀਂ ਹੈਗੀ, ਉਹ ਸਪਿਰਿਚੁਅਲ, ਮੈਂਟਲ, ਫਿਜ਼ੀਕਲ ਵੈਲਨੈਸ ਨਹੀਂ ਹੈਗੀ ਉਹਦੀ। ਆਪਾਂ ਉਹਨੂੰ ਕਾਊਂਟ ਕਰਾਂਗੇ। ਤਾਂ ਇਹ ਕਹਿੰਦੇ ਜਰਮਸ ਤੋਂ ਕੋਈ ਮਾੜੇ ਨਹੀਂ ਹੈਗੇ, ਤੁਸੀਂ ਜਰਮਸ ਨੂੰ ਸਮਝ ਨਹੀਂ ਪਾਏ ਤੇ ਜਰਮਸ ਤੋਂ ਬਿਨਾਂ ਤੁਸੀਂ ਕੁਝ ਵੀ ਨਹੀਂ ਹੋ, ਤੁਸੀਂ ਜ਼ੀਰੋ ਹੋ ਜਰਮਸ ਤੋਂ ਬਿਨਾਂ। 90% ਕਹਿੰਦੇ ਕਿ 99% ਜਾਂ ਵਟਐਵਰ ਕਹਿੰਦੇ ਨੇ ਕਿ ਆਪਾਂ ਜਰਮਸ ਦੇ ਹੀ ਬਣੀ ਹੁੰਦੀ ਹੈ। ਤਾਂ ਪਿੱਛੇ ਇੰਨੀ ਇੰਡਸਟਰੀ ਖੜੀ ਹੋਈ ਆ, ਵੱਡੀ ਕੰਪਨੀਆਂ ਨੇ ਸਾਬਣ ਵੇਚੇ ਨੇ, ਫਲੋਰ ਕਲੀਨਰ ਵੇਚੇ ਨੇ, ਇਹਨਾਂ ਨੇ ਨਾ ਜਰਮਸ ਨੂੰ ਇੰਨੇ ਨੈਗੇਟਿਵ ਤਰੀਕੇ ਨਾਲ ਦਿਖਾ ਕੇ ਲੋਕਾਂ ਨੂੰ ਡਰਾ ਕੇ ਇਸ ਤਰੀਕੇ ਨਾਲ ਕੀਤਾ। ਤੇ ਦੂਸਰੇ ਪਾਸੇ ਤੁਸੀਂ ਯਕੁਲਟ ਵਰਗੀ ਕੰਪਨੀਆਂ ਵੀ ਆਈਆਂ ਨੇ ਜਿਹੜੀ ਕਹਿ ਰਹੇ ਨੇ ਗੁੱਡ ਬੈਕਟੀਰੀਆ ਪੀਓ, ਤੁਸੀਂ ਦਹੀਂ ਖਾਓ। ਹੁਣ ਦਹੀਂ ਥੱਲੇ ਜੇ ਕੋਈ ਟੈਲੀਸਕੋਪ ਮਾਈਕਰੋਸਕੋਪ ਨਾਲ ਦਹੀਂ ਦੇਖਿਓ ਤਾਂ ਖਾਧਾ ਹੀ ਨਹੀਂ ਜਾਂਦਾ। ਤੇ ਹੁਣ ਇੱਕ ਹੋਰ ਬੜੇ ਅੱਡ ਟਾਈਪ ਦੇ ਨਾ ਬਾਇਓਟਿਕ ਡਰਿੰਕਸ ਆ ਗਏ ਨੇ, ਲੋਕ ਪੀਂਦੇ ਨੇ ਹੁਣ ਕਿ ਸਾਡੇ ਅੰਦਰ ਬੈਕਟੀਰੀਆ ਆਵੇ, ਪ੍ਰੀਬਾਇਓਟਿਕ ਵਗੈਰਾ। ਕੰਬੂਚਾ ਵੀ ਇਸੇ ਦਾ ਨਾਲ ਹੀ ਹੈ। ਕੰਬੂਚਾ ਵੀ ਅਸੀਂ ਵੀ ਪੀਣ ਲੱਗ ਗਏ ਹੁਣ ਫਾਰਮ ਤੇ, ਬੜਾ ਵਧੀਆ ਲੱਗਦਾ, ਬਹੁਤ ਵਧੀਆ ਚੀਜ਼ ਆ, ਤੁਸੀਂ ਵੀ ਪੀਓ। ਰਾਈਟ।
ਇਹ ਬੇਸਿਕਲੀ ਆਪਣਾ ਫਾਇਦਾ ਦੇਖਣ ਵਾਸਤੇ ਥੋੜਾ ਉਹਨੂੰ ਆਰਗੇਨਾਈਜ਼ ਜਿਹਾ ਕਰਕੇ ਵੇਚਦੇ ਨੇ, ਵੀ ਇੱਕ ਨੂੰ ਨੈਗੇਟਿਵ ਛਵੀ ਜੀ ਦੇ ਕੇ ਕਹਤਾ ਕਿ ਬੈਕਟੀਰੀਆਜ਼ ਹੁੰਦੇ ਨੇ ਸਾਰੇ, ਗਲਤ ਹੈ, ਇਹਨਾਂ ਨੂੰ ਨਾ ਯੂਜ਼ ਉਹ ਕਰੋ, ਹਨਾ, ਵੀ ਐਕਸਪੋਜ਼ਰ ਨਾ ਦਿਓ ਆਪਣੇ ਆਪ ਨੂੰ। ਤੇ ਦੂਜੇ ਪਾਸੇ ਉਹੀ ਬੈਕਟੀਰੀਆਜ਼ ਨੂੰ ਇਹ ਇਹਦੇ ਵਿੱਚ ਫੂਡ ਇੰਡਸਟਰੀ 'ਚ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਫਾਇਦੇ ਲਈ ਯੂਜ਼ ਕਰ ਜਾਂਦੇ ਨੇ, ਹਨਾ। ਇਹ 'ਚ ਮੈਂ ਉਹਨਾਂ ਨੂੰ ਗਲਤ ਨਹੀਂ ਕਹੂੰ, ਮੈਂ ਉਹਨਾਂ ਨੂੰ ਬਹੁਤਾ ਗਲਤ ਵੀ ਨਹੀਂ ਕਹੂੰਗਾ ਨਾ। ਆਪਾਂ ਨਾ ਬਹੁਤ ਪੀਸਿਸ 'ਚ ਜਿਉਣ ਲੱਗ ਗਏ, ਆਪਾਂ ਫਰੇਮਸ 'ਚ ਜਿਉਂਦੇ ਆ ਹੁਣ ਆਪਾਂ ਨਾ ਹੋਲਨੈਸ ਦੇਖਣ ਦੀ ਵਿਜ਼ਨ ਹੀ ਨਹੀਂ ਰਹੀ, ਬ੍ਰੌਡ ਵਿਜ਼ਨ ਹੀ ਖਤਮ ਹੋ ਚੁੱਕੀ ਆ। ਜਿਵੇਂ ਜਿਵੇਂ ਸਟੱਡੀਜ਼ ਆ ਗਈਆਂ, ਮੈਨੂੰ ਲੱਗਦਾ ਕੋਈ ਜਾਣਾ ਸਿਰਫ ਮੈਡੀਕਲ ਲੈ ਰਿਹਾ, ਕੋਈ ਜਾਣਾ ਸਿਰਫ ਨਾਨ ਮੈਡੀਕਲ ਲੈ ਰਿਹਾ, ਉਹਨਾਂ ਦੀ ਲਾਈਨ ਹੀ ਅੱਡ ਆ। ਉਹ ਕੁਝ ਹੋਰ ਦੇਖੀ ਜਾ ਰਿਹਾ ਸਾਰੀ ਲਾਈਫ, ਉਸ ਤੋਂ ਬਾਅਦ ਦੂਸਰਾ ਕੁਝ ਹੋਰ ਦੇਖੀ ਜਾ ਰਿਹਾ। ਉਹ ਦੋਨੋਂ ਜੁਆਇੰਟ ਨਹੀਂ ਹੋ ਪਾ ਰਹੇ। ਉਹ ਇਹ ਜਿਹੜੀ ਆ ਅਪਰੋਚ ਆ ਨਾ, ਟੈਲੀਸਕੋਪਿਕ ਅਪਰੋਚ ਕਹਿ ਦਿੰਦੇ ਆ, ਉਹ ਬੰਦਾ ਨਾ ਬਹੁਤ ਦ੍ਰਿੜ ਹੋ ਕੇ ਕਹਿੰਦਾ ਮੈਂ ਬਿਲਕੁਲ ਠੀਕ ਆ, ਬੈਕਟੀਰੀਆ ਨੇ ਤੰਗ ਕੀਤਾ ਹੋਇਆ। ਮਤਲਬ ਉਹਨੇ ਇਹ ਨਹੀਂ ਦੇਖਿਆ ਕਿ ਬੈਕਟੀਰੀਆ ਦੀ ਹਿਸਟਰੀ ਕੀ ਸੀ, ਜੰਗਲ ਦੇ ਵਿੱਚ ਜਾਨਵਰ ਕਿਵੇਂ ਚੱਲ ਰਹੇ ਨੇ, ਹਨਾ। ਉਹਦਾ ਸਿਰਫ ਸਾਰੀ ਰਿਸਰਚ PhD ਸਿਰਫ ਉਸ ਬੈਕਟੀਰੀਆ ਤੇ, ਸਿੰਗਲ ਬੈਕਟੀਰੀਆ ਤੇ ਰਿਸਰਚ ਕਰਕੇ ਬਹਿ ਗਏ। ਤਾਂ ਉਹ ਆਪਣੇ ਜਗ੍ਹਾ ਠੀਕ ਆ ਕਿ ਉਹਨੇ ਤਾਂ ਜੋ ਉਸ ਟਾਈਮ ਕਾਰਨ ਦਿਖ ਰਿਹਾ, ਉਹਨੇ ਉਸ ਤਰੀਕੇ ਨਾਲ ਆਪਾਂ ਨੂੰ ਡਿਸਕ੍ਰਾਈਬ ਕਰਤਾ, ਪਰ ਉਹਦੇ ਬੈਕ ਤੇ ਅੱਗੇ ਜਾਂ ਹੋਲਿਸਟਿਕ ਨਹੀਂ ਗਏ। ਹੋਲਿਸਟਿਕ ਉਹਦਾ ਇਫੈਕਟ ਜਿਹੜਾ ਹੁੰਦਾ ਹੈ ਉਹ ਨਹੀਂ ਦੇਖਦੇ ਹੈਗੇ, ਉਹਦੀ ਰੈਲੇਵੈਂਸ ਨਹੀਂ ਦੇਖਦੇ ਹੈਗੇ ਓਵਰਆਲ। ਓਵਰਆਲ ਰੈਲੇਵੈਂਸ ਨਹੀਂ ਦੇਖਦੇ। ਚਲੋ, ਇਹ ਥੈਂਕ ਯੂ ਜੀ ਇਹ ਸਮਝਾਉਣ ਵਾਸਤੇ ਕਿ ਜਰਮਸ ਡੂ ਨਾਟ ਕਾਜ਼ ਡਿਜ਼ੀਜ਼, ਕਿ ਇਹਦੇ ਕੀਟਾਣੂਆਂ ਕਰਕੇ ਆਪਾਂ ਨੂੰ ਬਿਮਾਰੀਆਂ ਨਹੀਂ ਹੁੰਦੀਆਂ, ਇਹਦੇ ਬਾਰੇ ਆਪਾਂ ਡਿਸਕਸ ਕੀਤਾ। ਤੀਸਰਾ ਪੁਆਇੰਟ ਹੈਗਾ ਐਕਿਊਟ ਇਲਨੈਸ ਇਜ਼ ਨਾਟ ਐਨ ਐਨਮੀ ਬਟ ਅ ਫਰੈਂਡ, ਕਿ ਕਹਿੰਦੇ ਕਿ ਜਿਹੜੀ ਗੂੜੀ ਬਿਮਾਰੀ ਹੁੰਦੀ ਹੈ ਉਹ ਆਪਣੀ ਦੁਸ਼ਮਣ ਨਹੀਂ ਹੈਗੀ, ਆਪਣੀ ਦੋਸਤ ਹੈ। ਐਕਿਊਟ ਮਤਲਬ ਹਲਕਾ ਮਤਲਬ ਦੋ ਟਾਈਪ ਦੀ ਬਿਮਾਰੀਆਂ ਨੇ, ਇੱਕ ਅਕਿਊਟ ਤੇ ਕ੍ਰੋਨਿਕ। ਆਪਾਂ ਕਹਿੰਦੇ ਕ੍ਰੋਨਿਕ ਡਿਜ਼ੀਜ਼ ਹੋ ਗਈ ਹੁਣ ਤਾਂ। ਅੱਛਾ ਓਕੇ। ਹਾਂ, ਮਤਲਬ ਜਿਹੜੀਆਂ ਅਕਿਊਟ ਬਿਮਾਰੀਆਂ ਹੁੰਦੀਆਂ, ਨਾਰਮਲ ਬਿਮਾਰੀਆਂ ਆਪਾਂ ਨੂੰ ਹੁੰਦੀਆਂ ਨੇ, ਡੇ ਟੂ ਡੇ ਹੁੰਦੀਆਂ ਨੇ, ਇਹ ਆਪਣੀਆਂ ਦੁਸ਼ਮਣ ਨਹੀਂ ਹੈਗੀਆਂ, ਇਹ ਆਪਣੇ ਫਰੈਂਡ ਨੇ। ਇਹਨੂੰ ਮੈਂ ਇਸ ਤਰੀਕੇ ਨਾਲ ਦੇਖਦੀ ਹਾਂ, ਤਾਂ ਪਹਿਲਾਂ ਕਿ ਤੂੰ ਐਕਸਪਲੇਨ ਕਰੇ ਕਿ ਜਿਹੜੀਆਂ ਵੀ ਆਪਾਂ ਨੂੰ ਇਹ ਛੋਟੀ ਜਿਵੇਂ ਜ਼ੁਕਾਮ, ਖਾਂਸੀ, ਇਹ ਚੀਜ਼ਾਂ ਜਿਹੜੀਆਂ ਹੋ ਗਈਆਂ, ਇਹ ਨਾ ਰੂਟ ਕਾਜ਼ ਨਹੀਂ ਹੁੰਦੀਆਂ, ਇਹ ਤੁਹਾਨੂੰ ਸਿਰਫ ਥੋੜਾ ਦਰਸਾਉਂਦੀਆਂ ਨੇ, ਇਹ ਸਿਰਫ ਇੰਡੀਕੇਟਰਸ ਹੁੰਦੇ ਨੇ। ਮਤਲਬ ਕਿ ਹਾਂ ਵੀ ਤੁਹਾਨੂੰ ਕੋਈ ਪ੍ਰੋਬਲਮ ਹੈ ਛੋਟੀ ਮੋਟੀ ਵੀ, ਤਾਂ ਇਹ ਇੰਡੀਕੇਟ ਕਰਦੀਆਂ ਨੇ, ਹੈ ਨਾ। ਤਾਂ ਇਸ ਕਰਕੇ ਆਪਾਂ ਹੋ ਸਕਦਾ ਇਹ ਪੁਆਇੰਟ ਤਾਈਓ ਲਿਖਿਆ ਹੈ ਕਿ ਇਹ ਫਰੈਂਡ ਹੁੰਦੀਆਂ ਨੇ, ਤੁਹਾਨੂੰ ਦੱਸਣਾ ਚਾਹੁੰਦੀਆਂ ਨੇ ਵੀ ਤੁਹਾਡੇ ਸਰੀਰ 'ਚ ਕੁਛ ਹੋ ਰਿਹਾ ਹੈ, ਕੁਛ ਪ੍ਰੋਬਲਮ ਹੋ ਰਹੀ ਹੈ ਕਰਕੇ, ਜਾਂ ਕੋਈ ਫੋਰਨ ਐਲੀਮੈਂਟ ਆਇਆ ਹੈ ਤੁਹਾਡੇ ਸਰੀਰ ਦੇ ਅੰਦਰ, ਜਾਂ ਉਹਨੂੰ ਕੱਢਣ ਦੀ ਟਰਾਈ ਕਰ ਰਹੀ ਹੈ, ਇਸ ਕਰਕੇ ਇਹਨੂੰ ਐਜ਼ ਅ ਫਰੈਂਡ ਕਿਹਾ ਗਿਆ। ਦੱਸ ਮੇਰੀ ਅੰਡਰਸਟੈਂਡਿੰਗ ਠੀਕ ਹੈ ਕਿ ਨਹੀਂ ਇਹਦੇ ਬਾਰੇ? ਹਾਂ, ਠੀਕ ਆ, ਕਾਫੀ ਠੀਕ ਆ। ਇਹ ਕਹਿ ਰਹੇ ਨੇ ਕਿ 5 ਤੁਹਾਡੇ ਨਾ ਸਰੀਰ 'ਚ 5 ਅਕਿਊਟ ਡਿਜ਼ੀਜ਼ ਹੁੰਦੀਆਂ ਨੇ, ਜਿਹ 'ਚ ਆਪਾਂ ਕਹਿ ਰਹੇ ਆ ਕਿ ਜ਼ੁਕਾਮ, ਖਾਂਸੀ, ਬੁਖਾਰ, ਲੂਜ਼ ਮੋਸ਼ਨ ਤੇ ਵੋਮਿਟਿੰਗ, ਹਨਾ। ਇਹ 5 ਦੇਖੋ ਤੁਸੀਂ ਸਭ ਤੋਂ, ਜਿਵੇਂ ਆਪਾਂ ਬੱਚੇ ਨੂੰ ਦੇਖਦੇ ਹਾਂ ਜਾਂ ਆਪਾਂ ਵੀ ਦੇਖਦੇ ਹਾਂ, ਬਿਲਕੁਲ ਸਟਾਰਟਿੰਗ 'ਚ ਜਾਂ ਕਿਸੇ ਤੁਸੀਂ ਡੌਗ ਵਗੈਰਾ ਨੂੰ ਦੇਖਿਓ, ਤੁਸੀਂ ਇਹਨਾਂ ਤੋਂ ਨਾ ਜ਼ਿਆਦਾ ਜੱਜ ਕਰ ਸਕੋਗੇ। ਇਹ ਸਭ ਤੋਂ ਪਹਿਲਾਂ ਤਾਂ ਉਲਟੀ ਕਰ ਦਿੰਦੇ ਨੇ, ਸਭ ਤੋਂ ਪਹਿਲਾਂ ਇੰਪੈਕਟ ਆਪਾਂ ਨੂੰ ਕਦੀ ਵੀ ਕੁਝ ਆਪਾਂ ਗਲਤ ਖਾਧਾ ਨਾ, ਆਪਾਂ ਫਟਾਫਟ ਵੋਮਿਟ ਕਰ ਦਿੰਦੇ ਆ, ਤੇ ਵੋਮਿਟ ਕਰਨ ਤੋਂ ਬਾਅਦ ਹਰ ਬੰਦਾ ਕਹਿੰਦਾ ਯਾਰ ਮੈਨੂੰ ਸੌਖਾ ਜਿਹਾ ਫੀਲ ਹੁੰਦਾ। ਤੇ ਆਪਣੇ ਘਰ ਦੇ ਵੀ ਕਹੀ ਜਾਂਦੇ ਸੀਗੇ ਕਿ ਉਂਗਲ ਮਾਰੋ ਜਾਂ ਬਰਸ਼ ਮਾਰ ਲਓ ਗਲ ਦੇ ਵਿੱਚ, ਕੱਢ ਦੇ ਸਾਰਾ ਕੁਝ, ਹੁਣ ਤੂੰ ਕੱਢਣ ਤੋਂ ਬਾਅਦ ਕਿ ਸੌਖਾ ਜਿਹਾ ਹੋ ਜਾਏਗਾ ਤੂੰ, ਤੇ ਸੇਮ ਜ਼ੁਕਾਮ, ਖਾਂਸੀ ਤੇ ਬੁਖਾਰ ਤੇ ਲੂਜ਼ ਮੋਸ਼ਨ। ਤੇ ਐਕਚੁਅਲ 'ਚ ਜੇ ਤੁਸੀਂ ਧਿਆਨ ਨਾਲ ਓਬਜ਼ਰਵ ਕਰੋ ਨਾ, 5 ਬਿਮਾਰੀਆਂ ਦੇ ਵਿੱਚ ਨਾ ਤੁਹਾਡਾ ਬੋਡੀ ਥਰੋ ਆਊਟ ਕਰ ਰਹੀ ਆ, ਤੁਹਾਡੀ ਬੋਡੀ ਬਾਹਰ ਨੂੰ ਭਗਾ ਕੇ ਮਾਰ ਰਹੀ ਆ ਚੀਜ਼। ਤੁਹਾਨੂੰ ਖਾਂਸੀ ਹੋ ਰਹੀ ਆ ਤਾਂ ਤੁਹਾਡੇ ਲੰਗਸ ਭਗਾ ਕੇ ਮਾਰ ਰਹੇ ਨੇ ਬਾਹਰ ਨੂੰ, ਦੱਬ ਕੇ ਜ਼ੋਰ ਨਾਲ, ਕਹਿੰਦੇ ਨੇ ਦੂਰ ਸਿੱਟਾਂ ਮੈਂ ਕਿਤੇ, ਥੁੱਕ ਜਾ ਬਾਹਰ। ਜ਼ੁਕਾਮ ਆ ਤਾਂ ਤੁਹਾਡੇ ਬੋਡੀ ਕਹਿ ਰਹੀ ਆ ਫਲੂਇਡ ਕੱਢੀ ਚੱਲੋ, ਲਿਕੁਇਡ ਬਾਹਰ ਕੱਢੋ। ਤੇ ਲੂਜ਼ ਮੋਸ਼ਨ ਤਾਂ ਜਮਾ ਹੀ ਪਲਟੀ ਹੋ ਜਾਂਦਾ ਕੰਮ। ਤੇ ਫਿਰ ਜਦੋਂ ਬੁਖਾਰ ਚੜਦਾ, ਤੁਹਾਡੇ ਬੋਡੀ ਸਵੈਟ ਕਰਦੀ ਆ, ਤੁਹਾਡੀ ਸਕਿਨ ਪਸੀਨਾ ਕੱਢਦੀ ਆ ਬਾਹਰ ਨੂੰ, ਹਨਾ। ਤਾਂ ਤੇ ਤੁਸੀਂ ਦੇਖੋਗੇ ਕਿ 5 ਦੇ 5 ਬਿਮਾਰੀਆਂ ਦੇ ਵਿੱਚ ਨਾ ਤੁਹਾਡੀ ਬੋਡੀ ਥਰੋ ਆਊਟ ਕਰ ਰਹੀ ਆ। ਤੇ ਇਹ ਉਹੀ ਆ ਕਿ ਜਿਹੜਾ ਫੋਰਨ ਮੈਟਰ ਤੁਹਾਡੀ ਬੋਡੀ 'ਚ ਆ ਗਿਆ, ਉਹਨੂੰ ਕਹਿੰਦੇ ਨੇ, ਉਹਨੂੰ ਬੋਡੀ ਕਹਿੰਦੀ ਹੈ ਕਿ ਮੈਂ ਇਹਨੂੰ ਬਾਹਰ ਕੱਢਦਾ, ਸਟਾਰਟਿੰਗ ਸਟੇਜਿਸ 'ਚ, ਸ਼ੁਰੂਆਤ 'ਚ ਮੈਂ ਬਾਹਰ ਕੱਢਦਾ ਇਹਨੂੰ। ਤੇ ਇਹ ਇੰਨਾ ਅੱਛਾ ਫਿਲਟਰ ਆ। ਤੇ ਮੈਂ ਤੁਹਾਨੂੰ ਦੱਸਾਂ ਕਿ ਮੈਨੂੰ ਨਹੀਂ ਪਤਾ ਕੱਲ ਨੂੰ ਕੀ ਹੋਣਾ। ਮੈਂ ਪਿਛਲੇ
ਮੈਨੂੰ ਲੱਗਦਾ ਹੁਣ ਤਾਂ 13-14 ਸਾਲ ਹੋ ਗਏ ਕਿ ਮੈਂ ਕੋਈ ਵੀ ਮੈਡੀਸਨ ਨਹੀਂ ਖਾਧੀ, ਤੇ ਮੈਂ ਇਸ ਨੂੰ ਬਹੁਤ ਫੋਲੋ ਕੀਤਾ। ਮੈਨੂੰ ਬਹੁਤ ਰਿਸਪੈਕਟ ਕਰਦਾ ਹੈ 5 ਬਿਮਾਰੀਆਂ ਦੀ। ਮੈਂ ਇਹ ਨਹੀਂ ਕਹਿ ਰਿਹਾ ਮੈਂ ਉਮੀ ਸ਼ਹਿਰ 'ਚ ਰਹਿ ਰਿਹਾ, ਕਾਫੀ ਹੱਦ ਤੱਕ ਮੈਂ ਸ਼ਹਿਰ 'ਚ ਰਹਿ ਰਿਹਾ, ਤੇ ਹੁਣ ਇਹ ਵੀ ਨਹੀਂ ਮੈਂ ਕਹਿ ਸਕਦਾ ਕਿ ਮੈਂ 100% ਔਰਗੈਨਿਕ ਖਾਨਾ। ਮੈਨੂੰ ਲੱਗਦਾ ਮੇਰੀ ਲਾਈਫ ਦਾ 60-70-80% ਵੀ ਸ਼ਾਇਦ ਨੌਨ ਔਰਗੈਨਿਕ ਖਾ ਰਿਹਾ ਹੋਵਾਂ, ਉਹੀ ਪੋਲਿਊਸ਼ਨ 'ਚ ਵੀ ਜਿਉਣਾ ਪੈ ਰਿਹਾ, ਠੀਕ ਹੈ ਨਾ। ਪਰ ਮੈਨੂੰ ਇਹ ਲੱਗਦਾ ਕਿ ਇਹ ਜਿਹੜੀ 5 ਬਿਮਾਰੀਆਂ ਨੂੰ ਇੱਕ ਰਿਸਪੈਕਟ ਦੇਣੀ ਨਾ, ਇਹ ਨਾ ਤੁਹਾਡੇ 1-2 ਦਿਨ ਖਰਾਬ ਜ਼ਰੂਰ ਕਰਨਗੀਆਂ, ਵੱਧ ਤੋਂ ਵੱਧ ਹਫਤਾ ਨਹੀਂ ਮੇਰਾ ਖਰਾਬ ਕੀਤਾ ਇਹਨਾਂ ਨੇ। ਮੈਨੂੰ ਨਾ ਦੂਜੇ ਦਿਨ ਜਾਂ ਤੀਜੇ ਦਿਨ, ਦੂਜੇ ਦਿਨ ਤੋਂ ਵੱਧ ਖਰਾਬ ਨਹੀਂ ਕੀਤਾ ਮੈਂ ਦੇਖਿਆ ਬਿਮਾਰੀਆਂ ਨੂੰ। ਤੁਸੀਂ ਰਿਸਪੈਕਟ ਦਿਓ ਇਹ 5 ਬਿਮਾਰੀਆਂ ਨੂੰ। ਮੈਨੂੰ ਯਾਦ ਹੈ ਆਪਾਂ ਜਦੋਂ ਉਦੋਂ ਭੂਟਾਨ ਗਏ ਸੀ, ਤੂੰ ਬਿਮਾਰ ਹੋ ਗਿਆ ਸੀ ਉੱਥੇ, ਤੈਨੂੰ ਬੁਖਾਰ ਹੋ ਗਿਆ ਸੀ, ਤੇ ਅਸੀਂ ਜ਼ੋਰ ਲਾ ਲਿਆ, ਦਵਾਈ ਲੈ ਲੈ ਤੂੰ ਲਈ ਨਹੀਂ। ਤੂੰ ਮੈਨੂੰ ਲੱਗਦਾ ਬਾਈ ਟ੍ਰੇਨ ਆਇਆ ਸੀ, ਪਰ ਪੂਰੀ ਟ੍ਰੇਨ 'ਚ ਪੂਰਾ ਤੂੰ ਬੁਖਾਰ ਦੇ ਵਿੱਚ ਹੀ ਆਇਆ, ਪੂਰਾ ਜ਼ਬਰਦਸਤ ਬੁਖਾਰ ਦੇ ਵਿੱਚ ਆਇਆ ਤੂੰ ਵਾਪਿਸ, ਹੈ ਨਾ ਉਸ ਟਾਈਮ ਤੇ। ਮੈਨੂੰ ਬੜਾ ਔਖਾ ਲੱਗਿਆ ਸੀ ਉਹ ਪੁਆਇੰਟ, ਕਿਉਂਕਿ ਮੈਂ ਨਾਰਮਲੀ ਹਮੇਸ਼ਾ ਕੀ ਕਰ ਰਿਹਾ, ਜੇ ਕਦੀ ਵੀ ਬੁਖਾਰ ਹੋ ਗਿਆ, ਮਤਲਬ ਬੁਖਾਰ ਮੈਨੂੰ ਬਹੁਤ ਘੱਟ ਹੋਇਆ, ਮੈਨੂੰ ਲੱਗਦਾ 1 ਵਾਰੀ ਉਦੋਂ ਹੋਇਆ, ਇਸ ਤੋਂ ਬਾਅਦ 1 ਜਾਂ 2 ਵਾਰੀ ਹੋਇਆ, ਮਤਲਬ ਪਿਛਲੇ 13-14 ਸਾਲਾਂ 'ਚ 3 ਵਾਰੀ ਬੁਖਾਰ ਹੋਇਆ ਮੈਨੂੰ, ਹੈ। ਤੇ ਜ਼ੁਕਾਮ ਹੁੰਦਾ, ਹਰੇਕ ਸੀਜ਼ਨ ਹੀ ਹੁੰਦਾ ਜ਼ੁਕਾਮ ਤਾਂ, ਤੇ ਖਾਂਸੀ ਵੀ ਬਹੁਤ ਘੱਟ ਹੋਈ ਆ। ਲੂਜ਼ ਮੋਸ਼ਨ ਹੋਇਆ ਹੋਣਾ ਮੈਨੂੰ ਲੱਗਦਾ 2 ਵਾਰੀ ਪਿਛਲੇ 12-13 ਸਾਲਾਂ ਦੇ ਵਿੱਚ। ਤੇ ਪਰ ਮੈਂ ਜਿਵੇਂ ਹੀ ਹੁੰਦਾ ਨਾ, ਮੈਂ ਸਾਰੇ ਕੰਮ ਛੱਡ ਦਿੰਦਾ, ਸਭ ਕੁਝ ਛੱਡ ਦਿੰਦਾ। ਮੈਂ ਕਹਿੰਦਾ ਮੈਨੂੰ ਬੈੱਡ ਦੇ ਦਿਓ, ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਸਿਰਫ ਪਾਣੀ ਚਾਹੀਦਾ, ਮੈਨੂੰ ਰੋਟੀ ਨਹੀਂ ਚਾਹੀਦੀ, ਮੈਂ ਪੈਣਾ। ਤੇ ਮੈਂ ਪੂਰੀ ਬੋਡੀ ਨੂੰ ਨਾ ਇੱਕ ਤਰੀਕੇ ਨਾਲ ਧਿਆਨ ਲਗਾਨਾ ਕਿ ਮੇਰੇ ਸਰੀਰ ਤੂੰ ਪੂਰੀ ਜ਼ੋਰ, ਤੈਨੂੰ ਮੈਂ ਸਭ ਕੁਝ, ਅੱਖਾਂ ਬੰਦ ਕਰੋ, ਮੂੰਹ ਬੰਦ ਕਰੋ, ਕੁਛ ਸੋਚਣਾ ਨਹੀਂ, ਪੂਰੀ ਬੋਡੀ ਨੂੰ ਇੱਕ ਵਾਰੀ ਫੋਰਸ ਦੇ ਦਿਓ ਕਿ ਇਹਨੂੰ ਅਸੀਂ ਕਹਿੰਦੇ ਨੇ ਵਾਈਟਲ ਫੋਰਸ ਕਹਿੰਦੇ ਨੇ, ਆਪਣੇ ਬੋਡੀ ਅੰਦਰ ਵਾਈਟਲ ਫੋਰਸ ਆ। ਤਾਂ ਅਸੀਂ ਜਿਵੇਂ ਆਪਾਂ ਐਮਰਜੈਂਸੀ 'ਚ ਕਿਤੇ ਅਚਾਨਕ ਫਸ ਜਾਈਏ, ਆਪਣੇ ਫੋਨ ਦੀ ਬੈਟਰੀ ਬੜੀ ਘੱਟ ਹੋਵੇ, ਆਪਾਂ ਫਟਾਫਟ ਕਹਾਂਗੇ ਆਹ ਫਲਾਨਾ ਐਪ ਵੀ ਬੰਦ ਕਰ, ਹਨਾ, ਹੁਣ ਆਹ ਵੀ ਬੰਦ ਕਰ ਦਈਏ। ਹੁਣ ਮੈਨੂੰ ਕਾਲ ਹੋਣੀ ਮੇਰੇ ਵਾਸਤੇ ਸਭ ਤੋਂ ਇੰਪੋਰਟੈਂਟ ਆ ਉਸ ਟਾਈਮ ਤੇ। ਤਾਂ ਮੇਰੀ ਬੋਡੀ ਨੂੰ ਸਾਰੀ એનર્ਜੀ ਆਪਾਂ ਕਹਾਂਗੇ, ਸਾਰੀ ਬੈਟਰੀ ਆਪਾਂ ਕਾਲਿੰਗ ਵਾਸਤੇ ਰੱਖੀਏ। ਕੋਈ ਫਜ਼ੂਲ ਦੀ ਉਹੀ ਬੇਮਤਲਬ ਤੋਂ ਕੋਈ ਵੀਡੀਓ ਕਾਲ ਨਾ ਲਾ ਕੇ ਬਹਿ ਜਾਵੇ, ਫਲਾਨਾ ਨਾ ਕਰਕੇ ਬਹਿ ਜੇ। ਤਾਂ ਸੇਮ ਅਸੀਂ, ਤੇ ਮੈਂ ਕਹਿੰਦਾ ਇੰਨੀ ਅੱਛੀ ਚੀਜ਼ ਆ। ਇਨਫੈਕਟ ਇਹ ਤਾਂ ਗੌਰਮੈਂਟਸ ਨੂੰ ਨਾ ਇਸ ਬਿਮਾਰੀਆਂ ਵਾਸਤੇ ਨਾ 2-2 ਜੇ ਛੁੱਟੀਆਂ ਦੇ ਦੇਣ ਨਾ ਲੋਕਾਂ ਨੂੰ, ਕਿ ਭਾਈ ਹਰ ਬਿਮਾਰੀ ਦਾ, ਜ਼ੁਕਾਮ ਦੀ 2 ਛੁੱਟੀਆਂ, ਮੈਨੂੰ ਲੱਗਦਾ ਅੱਧੇ ਹਸਪਤਾਲ ਬੰਦ ਹੋ ਜਾਣਗੇ। ਆਪਾਂ ਉਹ ਸਟਾਰਟਿੰਗ ਸਟੇਜਿਸ ਦੇ ਵਿੱਚ ਆਪਾਂ ਬਿਲਕੁਲ ਅਣਗਹਿਲਿਆਂ ਵਾਂਗੂ ਗੋਲੀ ਖਾ ਕੇ ਸਪਰੈਸ ਕਰ ਲੈਂਦੇ ਆ, ਜ਼ੁਕਾਮ ਨੂੰ ਸਪਰੈਸ ਕਰ ਲਓ, ਖਾਂਸੀ ਨੂੰ ਸਪਰੈਸ ਕਰ ਲਓ, ਫਿਰ ਉਹੀ ਖਾਂਸੀ ਕੱਲ ਨੂੰ TB ਬਣ ਜਾਂਦੀ ਆ, ਉਹੀ ਅੱਗੇ ਅਸਥਮਾ ਬਣ ਜਾਂਦਾ ਹੈ। ਤੇ ਸੇਮ ਸਾਰੀ ਬਿਮਾਰੀਆਂ ਵਾਸਤੇ ਆਪਾਂ ਸਟਾਰਟਿੰਗ ਦੇ 2 ਦਿਨ ਬਚਾਉਣ ਦੇ ਚੱਕਰਾਂ 'ਚ ਨਾ ਅਗਲੇ ਲਾਈਫ ਦੇ ਨਾ ਮੈਨੂੰ ਲੱਗਦਾ 20-20 ਸਾਲ ਖਰਾਬ ਕਰ ਲੈਂਦੇ ਆ, ਮੈਨੂੰ ਇਹ ਲੱਗ ਰਿਹਾ ਬੜਾ। ਨਹੀਂ, ਪਰ ਕਈ ਵਾਰ ਮੁੰਝੇ ਤੇ ਇਹਦੇ ਨਾਲ ਜਿਵੇਂ ਕਹਿੰਦੇ ਕਿ ਬੁਖਾਰ ਸਿਰ ਨੂੰ ਚੜ ਜਾਂਦਾ ਹੈ, ਫਿਰ ਬ੍ਰੇਨ ਹੈਮਰੇਜ ਹੋ ਜਾਂਦੀ ਹੈ, ਬੰਦਿਆਂ ਦੀ ਮੌਤਾਂ ਵੀ ਹੋ ਜਾਂਦੀਆਂ ਨੇ ਬੁਖਾਰ ਚੜਨ ਨਾਲ। ਤੇ ਇਹ ਜੇ ਨਾ ਕੰਟਰੋਲ ਕੀਤੀ ਜਾਏ ਫਿਰ ਇਹ ਇਫੈਕਟ ਵੀ ਤਾਂ ਹੋ ਸਕਦੇ ਨੇ ਨਾਲ। ਹਾਂ ਇਹਦੇ 'ਚ ਕੀ ਕੀਤਾ ਗਿਆ, ਇਹ 'ਚ ਇਹਨਾਂ ਨੇ ਸਾਨੂੰ ਸਿਖਾਇਆ ਸੀ ਨੈਚੁਰੋਪੈਥੀ ਦੇ ਵਿੱਚ ਕਿ 102 ਤੱਕ ਬੁਖਾਰ ਨਾ ਉਹ ਨਹੀਂ ਹੁੰਦਾ, ਮਤਲਬ ਤੁਸੀਂ ਮਰ ਨਹੀਂ ਸਕਦੇ 102 ਤੱਕ। 102 ਤੋਂ ਅੱਗੇ ਹੁੰਦਾ ਜਦੋਂ ਉਦੋਂ ਬੁਖਾਰ 'ਚ ਡੈਥ ਹੁੰਦੀ ਆ। ਤਾਂ ਇਹਨਾਂ ਨੇ ਕਿਹਾ ਸੀ ਤੁਸੀਂ 102 ਤੋਂ ਬੁਖਾਰ ਨੂੰ ਥੱਲੇ ਉਤਾਰਨਾ ਨਹੀਂ। ਮਤਲਬ ਆਪਾਂ ਕੀ ਕਰਦੇ, ਆਪਾਂ 98 ਵੀ ਆ ਨਾ, 99 ਵੀ ਆਪਾਂ ਗੋਲੀ ਖਾ ਲੈਂਦੇ ਆ, ਹੈ। ਤਾਂ ਪਹਿਲੀ ਗੱਲ ਤਾਂ 102 ਤੱਕ ਤੁਹਾਨੂੰ ਗੋਲੀ ਖਾਣ ਦੀ ਜ਼ਰੂਰਤ ਨਹੀਂ ਹੈਗੀ, 102 ਤੱਕ, ਹੈ। ਤੇ ਜੇ 102 ਆ ਗਿਆ ਨਾ, ਜੇ 103 ਵੱਲ ਨੂੰ ਜਾ ਰਿਹਾ, ਤੁਸੀਂ ਠੰਡੀਆਂ ਪੱਟੀਆਂ ਰੱਖੋ ਆਪਣੇ ਸਰੀਰ ਦੇ ਉੱਤੇ, ਹੈ। ਤੁਸੀਂ ਉਹਨੂੰ 102 ਤੇ 101 ਤੇ ਟਿਕਾ ਕੇ ਰੱਖਣਾ, ਬੁਖਾਰ ਚਾਹੇ 2 ਦਿਨ ਟਿਕਿਆ ਰਹੇ, ਤੁਸੀਂ ਉਹਨੂੰ ਉਤਾਰਨਾ ਨਹੀਂ। ਕਿਉਂਕਿ ਜਿਵੇਂ ਹੀ ਤੁਹਾਡੀ ਬੋਡੀ ਨੇ ਬੁਖਾਰ ਨੂੰ ਉਤਾਰਿਆ ਤਾਂ ਜਿਹੜੀ ਫੋਰਨ ਮੈਟਰ ਸੀ ਨਾ, ਉਹ ਨੈਕਸਟ ਸਟੇਜ 'ਚ ਅੰਦਰ ਵੜ ਜੂਗੀ, ਹੋਰ ਉਹ ਨੈਕਸਟ ਲੈਵਲ ਤੇ ਚਲ ਜੂਗੀ, ਉਹਨੇ ਘਰ ਬਣਾ ਲੈਣਾ। ਇਹ ਜਿਵੇਂ ਜਿੰਨੀ ਡਿਫੀਕਲਟ ਵਾਇਰਸ ਆਇਆ, ਜਿੰਨਾ ਡਿਫੀਕਲਟ ਫੋਰਨ ਮੈਟਰ ਆਈ ਹੈ, ਸਟਰੋਂਗ ਆਈ ਆ, ਉਨੀ ਲੰਬੀ ਲੜਾਈ ਚੱਲਣੀ ਆਪਣੀ ਬੋਡੀ ਦੀ ਉਹਦੇ ਨਾਲ। ਉਹ ਬੋਡੀ ਨੇ ਆਪਣਾ ਹੀਟ ਟੈਂਪਰੇਚਰ ਹੋਰ ਵਧਾਈ ਜਾਣਾ, ਕਿਤੇ ਨਾ ਕਿਤੇ ਇਹੋ ਜਿਹੇ ਟੈਂਪਰੇਚਰ ਤੇ ਜਾ ਕੇ ਉਸ ਵਾਇਰਸ ਨੂੰ ਆਪਣੇ ਸਰੀਰ 'ਚੋਂ ਭੱਜਣਾ ਹੀ ਪਊਗਾ। ਤੇ ਜੇ ਤੁਸੀਂ ਆਪਣੇ ਸਰੀਰ ਨੂੰ ਹੈਲਪ ਨਹੀਂ ਕਰੋਗੇ ਉਸ ਟਾਈਮ ਤੱਕ, ਤਾਂ ਤੁਸੀਂ ਉਹਨੂੰ ਆਪਣੇ ਅੰਦਰ ਘਰ ਰੈਂਟ ਤੇ ਘਰ ਦੇ ਰਹੇ ਹੋ, ਹੌਲੀ ਰੈਂਟ ਤੇ ਕੀ ਫਿਰ ਕੋਠੀ ਪਾ ਕੇ ਬਹਿ ਜਾਊਗਾ ਆਪਣੇ ਤੁਹਾਡੇ ਅੰਦਰ। ਤੇ ਫਿਰ ਉਹਨੇ ਅਗਲੇ 20-25 ਸਾਲ ਬਸ ਆਈ ਤੰਗ ਕਰਿਆ ਕਰਨਾ ਫੋਰਨ ਮੈਟਰ ਨੇ ਤੁਹਾਡੇ ਸਰੀਰ ਦੇ ਅੰਦਰ, ਕਿਉਂਕਿ ਉਹਨੇ ਵਾਈਟਲ ਆਰਗਨਸ 'ਚ ਵੜ ਜਾਣਾ, ਉਹਨੇ ਇੰਟਰਨਲ ਆਰਗਨਸ 'ਚ ਵੜ ਜਾਣਾ, ਜਿੱਥੋਂ ਕੱਢਣਾ ਇੰਪੋਸੀਬਲ ਹੋ ਜਾਣਾ ਫਿਰ ਅੱਗੇ ਆ ਕੇ। ਤਾਂ ਨਹੀਂ, ਫਿਰ ਜਿਵੇਂ ਕਰੋਨਾ ਵਰਗੀ ਵੀ ਆਈ ਸੀ, ਕਰੋਨਾ ਵੀ ਤਾਂ ਇੱਕ ਫੋਰਨ ਐਲੀਮੈਂਟ ਹੀ ਸੀ, ਵਾਇਰਸ ਹੀ ਹੈ ਕਰੋਨਾ, ਤੇ ਇਹਦੇ 'ਚ ਇੰਨੇ ਲੋਕ ਮਰੇ ਨੇ ਕਰੋਨਾ ਕਰਕੇ। ਤੇ ਫਿਰ ਇਹ ਜੇ ਆਪਾਂ ਕੁਛ ਨਾ ਕਰੀਏ ਕਰੋਨਾ 'ਚ, ਸਿਰਫ ਉਹਨੂੰ ਆ ਕੇ
ਉਹਨੂੰ ਆਪਾਂ ਬੀਅਰ ਕਰਦੇ ਰਹੀਏ ਕਿ ਚਲੋ ਆਪਣੇ ਆਪ ਠੀਕ ਹੋਊਗਾ 2 ਦਿਨ 4 ਦਿਨਾਂ ਦੇ ਵਿੱਚ ਵਟਐਵਰ, ਫਿਰ ਲੋਕ ਵੀ ਤਾਂ ਕਿੰਨੇ ਮਰੇ ਸੀ ਇਹਦੇ ਵਿੱਚ, ਇਹ ਵੀ ਤਾਂ ਪ੍ਰੋਬਲਮ ਹੈ। ਉਹੀ ਕਹਿ ਰਿਹਾ, ਜਦੋਂ ਕਰੋਨਾ ਦਾ ਵੀ ਇਲਾਜ ਕੀਤਾ ਗਿਆ ਸੀਗਾ ਉਦੋਂ ਵੀ ਉਹਨਾਂ ਦੇ ਇਹੀ ਕੰਮ ਕੀਤਾ ਗਿਆ ਸੀਗਾ। ਉੱਥੇ ਜਾ ਕੇ ਇਹਨਾਂ ਨੂੰ ਆਰਾਮ ਨਾਲ ਬਿਠਾਇਆ ਗਿਆ ਸੀਗਾ, ਆਈਸੋਲੇਟ ਕੀਤਾ ਗਿਆ ਸੀਗਾ। ਇਨਫੈਕਟ ਮੈਨੂੰ ਲੱਗਦਾ ਆਈਸੋਲੇਸ਼ਨ ਜਿਹੜੀ ਕੀਤੀ ਗਈ ਸੀਗੀ ਐਜ਼ ਪਰ ਨੈਚੁਰੋਪੈਥੀ ਉਹ ਅੱਛੀ ਗੱਲ ਨਹੀਂ ਸੀਗੀ, ਕਿਉਂਕਿ ਉਹ ਕਹਿ ਰਹੇ ਸੀਗੇ ਕਿ ਜਿੰਨੇ ਤੁਹਾਡੇ ਆਪਸ 'ਚ ਟਰਾਂਸਫਰਸ ਹੋਣਗੇ ਨਾ, ਮਤਲਬ ਮੰਨ ਕੇ ਚੱਲੋ ਇੱਕ ਖੇਤ ਦੇ ਵਿੱਚ ਕੋਈ ਕਣਕ ਨੂੰ ਬਿਮਾਰੀ ਪੈ ਗਈ, ਗਵਾਂਢੀ ਦੇ ਖੇਤ 'ਚ ਇੱਕ ਦਰਖਤ ਲੱਗਿਆ ਸੀ, ਉਹ ਤੇ ਇੱਕ ਚਿੜੀ ਬਹਿੰਦੀ ਸੀਗੀ ਹੈ, ਤੇ ਉਹ ਚਿੜੀ ਉਹ ਸੁੰਡੀ ਖਾਂਦੀ ਸੀਗੀ, ਤਾਂ ਜਦੋਂ ਉਸ ਖੇਤ ਦੀ ਉਹਨੇ ਸੁੰਡੀਆਂ ਚੁਗ ਲੀਆਂ ਤਾਂ ਚਿੜੀ ਨਾਲ ਦੇ ਖੇਤ 'ਚ ਜਾ ਕੇ ਸੁੰਡੀਆਂ ਖਾਣ ਲੱਗ ਗਈ ਉੱਥੇ, ਕਿਉਂਕਿ ਉੱਥੇ ਇੱਕ ਡਿਫਰੈਂਟ ਟਾਈਪ ਦਾ ਪਲਾਂਟੇਸ਼ਨ ਸੀ, ਇੱਕ ਪੇੜ ਸੀਗਾ ਜਿਹਦੇ ਤੇ ਉਹ ਪ੍ਰੀਡੇਟਰ ਬਹਿ ਸਕਦਾ ਸੀ ਜਿਹੜੀ ਸੁੰਡੀ ਖਾਂਦੀ ਸੀਗੀ। ਜੇ ਇੱਕ ਕਿਸਾਨ ਨੇ ਮੰਨ ਕੇ ਚੱਲੋ ਕਿ ਆਪਣੇ ਖੇਤ 'ਚ ਪੇੜ ਨਹੀਂ ਲਗਾਇਆ ਸੀਗਾ, ਉੱਥੇ ਪ੍ਰੀਡੇਟਰ ਨਹੀਂ ਬੈਠ ਸਕਦਾ, ਤਾਂ ਐਟਲੀਸਟ ਦੂਸਰੇ ਖੇਤ ਵਾਲਾ ਪ੍ਰੀਡੇਟਰ ਤਾਂ ਉੱਡ ਕੇ ਜਾ ਕੇ ਜਾਇਆ ਹੋਊਗਾ ਨਾ। ਤਾਂ ਜਿੰਨਾ ਤੁਹਾਨੂੰ ਆਈਸੋਲੇਟ ਕੀਤਾ ਗਿਆ ਤਾਂ ਤੁਸੀਂ ਲਾਈਫ ਫਾਰਮਸ ਤੋਂ ਦੂਰ ਹੋ ਗਏ। ਤਾਂ ਹੀ ਅਸੀਂ ਦੇਖਿਆ ਕਿ ਜਦੋਂ ਫਾਰਮਸ ਤੇ ਲੋਕ ਚਲੇ ਗਏ ਤਾਂ ਉਹ ਬਿਲਕੁਲ ਠੀਕ ਰਹੇ, ਰੂਰਲ ਦੇ ਵਿੱਚ ਉਨੀ ਡੈਥ ਨਹੀਂ ਆਈ ਜਿੰਨੀ ਅਰਬਨ 'ਚ ਆਈ ਆ, ਕਿਉਂਕਿ ਅਰਬਨ ਦੇ ਵਿੱਚ ਤੁਸੀਂ ਤੁਹਾਡਾ ਗੱਟ ਮੋਨੋਕਲਚਰਡ ਆ ਬਹੁਤ ਜ਼ਿਆਦਾ, ਇੱਕੋ ਜਿਹਾ ਖਾਣਾ ਖਾ ਰਹੇ ਆ, ਉਹੀ ਕਣਕ ਖਾ ਰਹੇ ਆ, ਜਾਂ ਸਾਰੇ ਲੋਕ ਚੌਲ ਖਾਈ ਜਾ ਰਹੇ ਆ ਬੈਠ ਕੇ ਸਾਰਾ ਦਿਨ, ਹਨਾ। ਆਪਣੇ ਫੂਡ ਡਾਇਵਰਸਿਟੀ ਨਹੀਂ ਹੈਗੀ, ਐਨੀਮਲਸ ਜਾਂ ਪਲਾਂਟਸ ਨੇੜੇ ਨਹੀਂ ਹੈਗੇ। ਤਾਂ ਆਪਾਂ ਫਿਰ ਉਦੋਂ ਵੀ ਤਾਂ ਲੋਕਾਂ ਨੇ ਕੀਤਾ ਜੀ ਮੋਰਿੰਗਾ ਖਾਓ ਜੀ, ਆ ਪਪੀਤੇ, ਹੁਣ ਕੀ ਹੁੰਦਾ ਪਪੀਤੇ ਦੇ ਪੱਤਿਆਂ ਦਾ ਜੂਸ ਬਣਾ ਪੀ ਜਾਂਦੇ ਨੇ, ਚਲੋ ਡੇਂਗੂ ਹੁੰਦਾ। ਉਹ ਕੀ ਹੁੰਦਾ ਕਿ ਉਸ ਦੇ ਅੰਦਰੋਂ ਸਾਡੇ ਅੰਦਰ ਬੈਕਟੀਰੀਆ ਆਵੇ, ਪਪੀਤੇ ਦੇ ਪੱਤੇ ਅੰਦਰੋਂ ਬੈਕਟੀਰੀਆ ਆਵੇ, ਬੱਕਰੀ ਦਾ ਦੁੱਧ ਪੀ ਲਓ, ਬੱਕਰੀ 100 ਥਾਂ ਖਾ ਕੇ ਆਂਦੀ ਆ, ਤਾਂ ਉਹਦਾ ਬੈਕਟੀਰੀਆ ਸਾਡੇ ਅੰਦਰ ਆਵੇ। ਤਾਂ ਇਹ ਜਿੰਨਾ ਵੀ ਮਤਲਬ ਇਹ ਜਿੰਨਾ ਵੀ ਆ ਨਾ, ਐਂਡ ਆਫ ਦਾ ਡੇ ਕਰੋਨਾ ਮਤਲਬ ਜਿਹੜੀ ਕਰੋਨਾ ਦੀ ਜ਼ਿਆਦਾ ਡੈਥ ਹੋਈਆਂ ਨੇ ਉਹ ਉਹੀ ਡੈਥ ਹੋਈਆਂ ਨੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਲਾਈਟਲੀ ਲਿਆ ਤੇ ਉਹਨਾਂ ਨੇ ਰੈਸਟ ਨਹੀਂ ਕੀਤੀ ਲੋਕਾਂ ਨੇ। ਉਹ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਰੈਸਟ ਮੀਨਸ ਕਿ ਤੁਸੀਂ ਘਰ ਦੇ ਵਿੱਚ ਤੁਰੇ ਫਿਰਦੇ ਹੋ ਕੁਝ ਕੰਮ ਕਰੀ ਜਾ ਰਹੇ ਹੋ, ਨਾ, ਤੁਸੀਂ ਬੈੱਡ ਰੈਸਟ ਬਿਲਕੁਲ ਪੈ ਜਾਣਾ। ਤੇ ਫਿਰ ਐਨਰਜੀ ਬੋਡੀ ਦੀ ਇੱਕ ਚੀਜ਼ ਤੇ ਫੋਕਸ ਹੋਵੇ, ਬਸ ਤੁਹਾਡੀ ਇਹਨੂੰ ਫੋਰਨ ਐਲੀਮੈਂਟ ਨੂੰ ਭਜਾਣ ਤੇ ਫੋਕਸ ਹੋਵੇ ਸਾਰਾ ਬੋਡੀ ਦਾ ਜ਼ੋਰ ਲੱਗੇ। ਪਹਿਲਾਂ ਤਾਂ ਮਤਲਬ ਰੈਸਟ ਦੀ ਡੈਫੀਨੇਸ਼ਨ ਹੀ ਅੱਡ ਨੇ। ਰੈਸਟ ਕਈ ਲੋਕ ਕਹਿੰਦੇ ਨੇ ਹਾਂ ਜੀ ਮੈਂ ਤਾਂ ਜੀ ਫਲਾਈਟ ਨਹੀਂ ਫੜੀ, ਮੈਂ ਤਾਂ ਫਲਾਨਾ ਨਹੀਂ ਕੀਤਾ। ਕਈਆਂ ਨੂੰ ਐਂ ਲੱਗਦਾ ਮੈਂ ਸ਼ਹਿਰ 'ਚ ਤੁਰਿਆ ਫਿਰਦਾ ਰੈਸਟ ਆ ਮੇਰੀ, ਕਈਆਂ ਨੂੰ ਲੱਗਦਾ ਮੈਂ ਘਰੇ ਤੁਰਿਆ ਫਿਰਦਾ ਰੈਸਟ ਆ, ਕਈ ਬੈੱਡ ਤੇ ਬੈਠੇ ਖਾਈ ਜਾ ਰਹੇ ਨੇ, ਟੀਵੀ ਦੇਖੀ ਜਾ ਰਹੇ ਨੇ, ਉਹਨਾਂ ਨੂੰ ਲੱਗਦਾ ਮੈਂ ਤਾਂ ਰੈਸਟ ਕਰ ਰਿਹਾ। ਤੁਸੀਂ ਆਪਣੇ ਫੂਡ ਨੂੰ ਘੱਟੋ ਘੱਟ ਕਰਨਾ, ਜੇ ਛੱਡ ਸਕਦੇ ਹੋ ਤਾਂ ਛੱਡ ਹੀ ਦਿਓ। ਤੁਹਾਡੀ ਬੋਡੀ ਆਪਣੇ ਆਪ ਹੀ ਮੂੰਹ ਕੌੜਾ ਹੋਣ ਲੱਗ ਜਾਂਦਾ, ਬੰਦਾ ਕਹਿੰਦਾ ਮੈਂ ਖਾਵਾਂ ਨਾ ਕੁਛ। ਤੇ ਉਹ ਬੇਸਿਕ ਰੈਸਟ ਹੀ ਹੈ। ਤੁਸੀਂ ਡਾਈਜੈਸਟਿਵ ਸਿਸਟਮ ਨੂੰ ਵੀ ਰੈਸਟ ਦੇਣੀ ਆ, ਠੀਕ ਆ, ਤੁਸੀਂ ਬ੍ਰੇਨ ਨੂੰ ਵੀ ਰੈਸਟ ਦੇਣੀ ਆ। ਮਤਲਬ ਤੁਸੀਂ ਖਬਰਾਂ ਪੜ੍ਹੀ ਜਾ ਰਹੇ ਹੋ, ਤੁਹਾਡਾ ਬ੍ਰੇਨ ਸਾਰੀ એનર્ਜੀ ਕੰਜ਼ਿਊਮ ਕਰੀ ਜਾ ਰਿਹਾ, ਜਿਹੜੀ એનર્ਜੀ ਤੁਹਾਡੀ ਵਾਈਟਲ ਫੋਰਸਿਸ ਨੇ ਲੈਣੀ ਸੀਗੀ ਹੈ। ਤਾਂ ਤੁਸੀਂ ਤਾਂ ਕਹੋਗੇ ਯਾਰ ਮੈਂ ਤਾਂ ਰੈਸਟ ਕੀਤੀ ਪਰ ਮੈਨੂੰ ਫਿਰ ਵੀ ਨਹੀਂ ਕੁਛ ਆ ਰਿਹਾ। ਮਤਲਬ ਰੈਸਟ ਮੀਨਸ ਤੁਸੀਂ ਆਈਸੋਲੇਟਿਡ ਬੰਦਾ ਤਾਂ ਫੀਅਰ 'ਚ ਇੰਨਾ ਸੀਗਾ, ਉਹਨੂੰ ਲੱਗਦਾ ਸੀ ਪਤਾ ਨਹੀਂ ਸਾਰੀ ਦੁਨੀਆ ਬਾਹਰ ਤੁਰੀ ਫਿਰਦੀ ਆ ਮੇਰੇ ਨਾਲ, ਮੈਂ ਪਤਾ ਨਹੀਂ ਕੀ ਪਾਪ ਕਰਤਾ। ਉਹਦੀ ਬੋਡੀ ਤਾਂ ਫੀਅਰ ਦੇ ਵਿੱਚ ਬਿਲਕੁਲ ਹੀ ਡਿਫਰੈਂਟ ਵੇ ਨਾਲ ਰਿਐਕਟ ਕਰ ਰਹੀ ਹੋਊਗੀ ਉਸ ਟਾਈਮ ਤੇ। ਆਈਸੋਲੇਟਿਡ ਬੰਦੇ ਨੂੰ ਤਾਂ ਐਂ ਲੱਗਦਾ ਯਾਰ ਮੈਨੂੰ ਤਾਂ ਜਿਵੇਂ ਉਹ ਨਹੀਂ ਪੁਰਾਣੇ ਜ਼ਮਾਨੇ 'ਚ ਕੀ ਕਹਿੰਦੇ ਹੁੰਦੇ ਸੀ ਆਪਾਂ, ਉਹ ਕੋੜ ਹੋ ਗਿਆ, ਕੋੜੀ ਨੂੰ ਘਰੋਂ ਕੱਢ ਦੋ। ਮਤਲਬ ਕਿੰਨਾ ਅਨਰਿਸਪੈਕਟਫੁਲ ਸੀਗਾ ਉਹ ਸੀਨ। ਹਾਂ, ਤਾਂ ਇਹ ਹੋਲਿਸਟਿਕ ਆ ਨਾ ਗੱਲ, ਤਾਂ ਫਿਰ ਉੱਥੇ ਹੋਲਿਸਟਿਕ ਤੇ ਆ ਗਈ। ਠੀਕ ਹੈ ਥੈਂਕ ਯੂ ਫॉर ਐਕਸਪਲੇਨਿੰਗ ਦਿਸ। ਇਹ ਸੀਗਾ ਆਪਣਾ ਪੁਆਇੰਟ ਨੰਬਰ 3। ਫਿਰ ਆਪਾਂ ਵਧਦੇ ਹਾਂ ਹੁਣ ਚੌਥੇ ਵੱਲ। ਚੌਥਾ ਪੁਆਇੰਟ ਹੈਗਾ ਨੇਚਰ ਇਟਸੈਲਫ ਇਜ਼ ਅ ਡਾਕਟਰ। ਮਤਲਬ ਕਿ ਜਿਹੜਾ ਨੇਚਰ ਹੈ, ਹੁਣ ਕੁਦਰਤ ਹੈ ਨਾ, ਜਿਹੜੀ ਕੁਦਰਤ ਹੈ ਇਹ ਆਪਣੇ ਆਪ 'ਚ ਹੀ ਇੱਕ ਡਾਕਟਰ ਹੈ, ਇਲਾਜ ਕਰਦੀ ਹੈ ਤੁਹਾਡਾ। ਹੈ ਤੇ ਇਹ ਬੜੀ ਜੈਨਰਿਕ ਜੀ ਸਟੇਟਮੈਂਟ ਹੈ। ਇਹਨੂੰ ਥੋੜਾ ਡਿਟੇਲ 'ਚ ਐਕਸਪਲੇਨ ਕਰੋ ਕੀ ਹੈ ਇਹ। ਤੁਸੀਂ ਸਿੱਧਾ ਹੀ ਲਗਾਓ। ਆਪਾਂ ਕਹਿੰਦੇ ਆ ਸਾਨੂੰ ਹਸਪੀਟਲ ਚਾਹੀਦੇ ਨੇ ਜਿਉਣ ਵਾਸਤੇ, ਤੇ ਆਪਾਂ ਜਿੱਥੇ ਅੱਛੀ ਸਹੂਲਤ ਆ ਮੈਡੀਕਲ ਦੀ ਆਪਾਂ ਉਧਰ ਨੂੰ ਮਾਈਗ੍ਰੇਟ ਹੋ ਰਹੇ ਹਾਂ। ਆਪਾਂ ਕਹਿ ਰਹੇ ਹਾਂ ਅਮਰੀਕਾ ਕੈਨੇਡਾ ਦੇ ਵਿੱਚ ਇਲਾਜ ਫ੍ਰੀ ਆ, ਹਸਪੀਟਲ ਅੱਛੇ ਨੇ, ਆਪਾਂ ਉਧਰ ਨੂੰ ਮਾਈਗ੍ਰੇਟ ਹੋਈ ਜਾ ਰਹੇ ਹਾਂ। ਡਿਸਪਾਈਟ ਉਹ ਦੇਸ਼ ਡਿਫਿਕਲਟ ਨੇ ਜਿਉਣ ਵਾਸਤੇ, ਬਹੁਤ ਸਾਰੇ ਉੱਥੇ ਮਤਲਬ ਟੈਂਪਰੇਚਰ ਬਹੁਤ ਡਿਪ ਕਰਦਾ ਕਿਤੇ ਹੈ ਨਾ। ਤੇ ਆਪਣੀ ਸਾਰੀ ਮੂਵਮੈਂਟ ਹੈਗੀ ਟੂਵਰਡਸ ਹੈਲਥ ਕੇਅਰ, ਮੈਨ ਮੇਡ ਹੈਲਥ ਕੇਅਰ ਸਿਸਟਮ। ਤੇ ਆਪਾਂ ਮੈਨੂੰ ਇਹ ਲੱਗਦਾ ਕਿ ਆਪਾਂ ਕਿਉਂ ਭੁੱਲ ਜਾਂਦੇ ਹਾਂ ਕਿ ਜੰਗਲਾਂ 'ਚ ਅੱਜ ਵੀ ਜਾਨਵਰ ਜਿਉਂਦੇ ਨੇ ਤੇ ਵਿਦਆਊਟ ਹਸਪੀਟਲ ਜਿਉ ਰਹੇ ਨੇ ਤੇ ਬਹੁਤ ਹੈਲਦੀ ਨੇ। ਤੇ ਆਪਾਂ ਲੱਗਦਾ ਕਿ ਜੰਗਲ ਮਤਲਬ ਮੌਤ। ਯਾਰ ਜੇ ਜੰਗਲ ਮਤਲਬ ਮੌਤ ਹੁੰਦੀ ਜਾਂ ਜੰਗਲ ਤਾਂ ਅੱਜ ਤੱਕ ਮੁੱਕ ਜਾਣੇ ਚਾਹੀਦੇ ਸੀ ਬਿਲਕੁਲ ਹੀ।
ਹੈ। ਤੇ ਇਹ ਆਪਣੇ ਆਪ 'ਚ ਇੱਕ ਦਰਸਾਉਂਦਾ ਕਿ ਆਪਣੇ ਨੇਚਰ ਇਟਸੈਲਫ ਇਜ਼ ਅ ਡਾਕਟਰ, ਨੇਚਰ ਖੁਦ ਵੈ ਖੁਦ ਰਾਹ ਬਣਾਉਂਦਾ। ਤੇ ਹੁਣ ਇਹ ਚੀਜ਼ਾਂ ਤੇ ਰਿਸਰਚ ਹੋਈਆਂ ਨੇ। ਮੈਂ ਕੱਲ ਇੱਕ ਡਾਕਟਰ ਜੋ ਨੇ, ਮੈਂ ਉਹਨਾਂ ਦੀ ਪੋਡਕਾਸਟ ਸੁਣ ਰਿਹਾ ਸੀਗਾ, ਉਹ ਕਹਿ ਰਹੇ ਨੇ ਕਿ ਤੁਹਾਡਾ ਨਾ ਬ੍ਰੇਨ, ਕਹਿੰਦੇ ਸਭ ਤੋਂ ਵੱਡਾ ਕੈਮਿਸਟ ਸ਼ਾਪ ਆ, ਮਤਲਬ ਫਾਰਮੇਸੀ ਆ ਦੁਨੀਆ ਦੀ। ਕਹਿੰਦੇ ਉੱਥੇ ਅਸੀਂ, ਕਹਿੰਦੇ ਹੁਣ ਇਸ ਟਾਈਮ ਰਿਸਰਚ ਹੋ ਚੁੱਕੀ ਆ, ਉਹ ਸਾਲਟ ਕ੍ਰੀਏਟ ਕਰ ਦਿੰਦਾ ਬ੍ਰੇਨ ਜਸਟ ਬਾਏ ਥਿੰਕਿੰਗ। ਮਤਲਬ ਤੁਹਾਨੂੰ ਕੁਝ ਵੀ ਬਾਹਰੋਂ ਨਹੀਂ ਚਾਹੀਦਾ, ਕਹਿੰਦੇ ਤੁਹਾਡੀ ਬੋਡੀ ਨੂੰ ਕੁਝ ਵੀ ਬਾਹਰੋਂ ਨਹੀਂ ਚਾਹੀਦਾ, ਜਸਟ ਬਾਏ ਥਿੰਕਿੰਗ ਥਾਟ ਪ੍ਰੋਸੈਸ ਤੁਹਾਡਾ ਬ੍ਰੇਨ ਐਗਜ਼ੈਕਟ ਤੁਹਾਡੀ ਬੋਡੀ 'ਚ ਜਿੰਨੀ ਕਮੀ ਆ ਉਨਾ ਹੀ ਸਾਲਟ ਕਹਿੰਦੇ ਕ੍ਰੀਏਟ ਕਰ ਸਕਦਾ। ਇੰਨਾ ਕਹਿੰਦੇ ਪਾਵਰਫੁਲ ਆ, ਜੇ ਤੁਸੀਂ ਉਸ ਲੈਵਲ ਦੀ ਮੈਡੀਟੇਸ਼ਨ ਤੱਕ ਪਹੁੰਚ ਜਾਓ ਤੇ ਇੰਟਰਫੀਅਰ ਨਾ ਕਰੋ। ਹਾਂ, ਤੇ ਮਤਲਬ ਹੁਣ ਜਿਹੜਾ ਜਾਪਾਨ ਨੇ ਬੜਾ ਕੰਮ ਕੀਤਾ ਫੋਰੈਸਟ ਥੈਰੇਪੀ ਦੇ ਉੱਤੇ, ਫੋਰੈਸਟ ਵਾਕਸ ਦੇ ਉੱਤੇ। ਤਾਂ ਉਹਨਾਂ ਨੇ ਲੋਕਾਂ ਨੂੰ ਜੰਗਲ 'ਚ ਲੈ ਜਾਂਦੇ ਨੇ ਤੇ ਕਹਿੰਦੇ ਨੇ ਤੁਸੀਂ 7 ਦਿਨ ਜੰਗਲ 'ਚ ਰਹੋ, ਤੁਸੀਂ ਫੋਨ ਸਾਈਡ ਕਰ ਦਿਓ, ਤੁਸੀਂ ਬਿਜਲੀ ਪਾਸੇ ਕਰ ਦਿਓ, ਤੁਸੀਂ ਧੁੱਪ 'ਚ ਬੈਠੋ। ਤੇ ਉਹਦੇ ਐਕਸੀਲੈਂਟ ਰਿਜ਼ਲਟਸ ਆ ਰਹੇ ਨੇ, ਐਕਸੀਲੈਂਟ ਰਿਜ਼ਲਟ। ਤੇ ਹੁਣ ਹੌਲੀ ਹੌਲੀ ਫੇਮਸ ਹੋ ਰਹੀ ਹੈ ਇਹ, ਤੇ ਸਭ ਲੋਕਾਂ ਨੂੰ। ਇੰਡੀਆ ਦੇ ਵਿੱਚ ਮੈਂ ਹਮੇਸ਼ਾ ਜ਼ਿਕਰ ਕਰਦਾ, ਸਿਹਤਵਨ ਕਰਕੇ ਭੋਪਾਲ ਹੈਗਾ, ਵਿਪਿਨ ਗੁਪਤਾ ਜੀ ਤੇ ਕੰਮ ਕਰ ਰਹੇ ਨੇ। ਤੇ ਮਤਲਬ ਉਹਨਾਂ ਕੋਲ ਤਾਂ ਮਤਲਬ ਡਾਟਾ, ਰਿਟਨ ਡਾਟਾ ਪਿਆ ਇਸ ਦੇ ਉੱਤੇ ਕਿ ਜਰਮਨ ਦੀ ਇੱਕ ਯੂਨੀਵਰਸਿਟੀ ਆ, ਉਹਨਾਂ ਨਾਲ ਪੂਰਾ ਇਹਨੂੰ ਡਾਟਾ ਨੂੰ ਮੋਨੀਟਰ ਕਰ ਰਹੀ ਆ ਕਿ ਕਿਵੇਂ ਲੋਕਾਂ ਦੀ ਕਿਵੇਂ ਬਿਮਾਰੀਆਂ। ਲੋਕ ਇੱਕ ਬੰਦਾ ਇੱਕ ਬਿਮਾਰੀ ਲੈ ਕੇ ਜਾਂਦਾ, ਉਹ ਕਹਿੰਦਾ ਯਾਰ ਇਹਦੇ ਨਾਲ ਮੈਨੂੰ ਬੋਨਸ 'ਚ 4 ਮੇਰੀਆਂ ਹੋਰ ਵੀ ਨਿਕਲ ਗਈਆਂ। ਮੈਨੂੰ ਤੇ ਜਗਪ੍ਰੀਤ ਨੂੰ ਯਾਦ ਆ, ਇੱਕ ਚੰਡੀਗੜ੍ਹ ਦੀ ਬਹੁਤ ਫੇਮਸ ਗਾਇਨੋਕੋਲੋਜਿਸਟ ਨੇ ਡਾਕਟਰ ਚਾਵਲਾ, ਤੇ ਸਾਨੂੰ ਇੱਕ ਸ਼ਾਪ ਤੇ ਮਿਲੇ। ਸਾਨੂੰ ਕਹਿੰਦੇ ਬਹੁਤ ਲੋਕ ਆਉਂਦੇ ਨੇ ਕਿ ਕਨਸੀਵ ਨਹੀਂ ਕਰ ਪਾ ਰਹੇ, ਬੱਚਾ ਨਹੀਂ ਕਨਸੀਵ ਕਰ ਪਾ ਰਹੇ, ਨਿਊਲੀ ਮੈਰਿਡਸ। ਕਹਿੰਦੇ ਮੈਂ ਸਿਰਫ ਉਹਨਾਂ ਨੂੰ ਇੱਕ ਸਲਾਹ ਦਿੰਦੀ ਹਾਂ, ਉਹਨਾਂ ਨੂੰ ਪੁੱਛਦੇ ਕਿ ਤੁਸੀਂ ਜੌਬ ਕਿੱਥੇ ਕਰਦੇ ਹੋ, ਕਹਿੰਦੇ ਮੋਸਟਲੀ ਕਾਰਪੋਰੇਟ 'ਚ ਕਰ ਰਹੇ ਹੁੰਦੇ ਨੇ, ਤੇ ਐ ਟਾਰਗੇਟ ਬੇਸਡ ਜੌਬ, ਬੁਰਾ ਹਾਲ ਉਹਨਾਂ ਦਾ, ਹਨਾ। ਤੇ ਕਹਿੰਦੇ ਮੈਨੂੰ ਸਿਰ ਹਾਈ ਸਟ੍ਰੈਸ ਲੈਵਲ। ਮੈਂ ਉਹਨਾਂ ਨੂੰ ਕਹਿੰਦੀ ਹਾਂ ਦੇਖੋ ਪੁੱਤ, ਪਲੀਜ਼ ਇੱਕ ਕੰਮ ਕਰ ਲਓ, 1 ਸਾਲ ਨਾ ਛੁੱਟੀ ਲੈ ਲਓ, 1 ਸਾਲ ਦੀ, 1 ਸਾਲ ਛੁੱਟੀ ਲੈ ਕੇ ਕਿਤੇ ਵੀ ਹਿਲ ਸਟੇਸ਼ਨ ਚਲੇ ਜਾਓ, ਕਿਤੇ ਵੀ ਚਲੇ ਜਾਓ, ਤੁਸੀਂ 1 ਸਾਲ ਉੱਥੇ ਜਿਉਂ ਕੇ ਆਓ, ਕਹਿੰਦੇ ਤੁਹਾਨੂੰ ਬੱਚਾ ਮਿਲ ਜਾਊਗਾ। ਮਤਲਬ ਕਹਿੰਦੇ ਮੇਰਾ ਇਹ ਜਿਹੜੀ ਮੇਰੀ ਇਹ ਐਡਵਾਈਸ ਆ ਨਾ, ਕਹਿੰਦੇ ਮਤਲਬ ਇੰਨੀ ਹਾਈਲੀ ਰੇਟਡ ਐਡਵਾਈਸ ਆ, ਤੇ ਲੋਕ ਕਹਿੰਦੇ ਨੇ ਮੈਡਮ ਮਤਲਬ ਸਾਨੂੰ ਕੋਈ ਹਸਪੀਟਲ ਨਹੀਂ ਕਰ ਸਕਿਆ, ਪਰ ਉਹ ਕਹਿੰਦੇ ਮਤਲਬ ਘੱਟੋ ਘੱਟ ਤੁਸੀਂ 1 ਸਾਲ, ਮੈਂ ਤਾਂ ਕਹਿੰਦੀ ਆ ਕਿ 2-3 ਮਹੀਨੇ ਤਾਂ ਤੁਹਾਡੇ ਨਾ ਕਾਰਪੋਰੇਟ ਕਲਚਰ ਨੇ ਤੁਹਾਡਾ ਖਹਿੜਾ ਨਹੀਂ ਛੱਡਣਾ, ਤੁਹਾਨੂੰ ਟੈਨਸ਼ਨ ਪਈ ਜਾਣੀ, ਤੁਸੀਂ 2-3 ਮਹੀਨੇ ਤੁਸੀਂ ਨਾਰਮਲ ਤੇ ਹੀ ਆਵੋਗੇ, ਇੱਕ ਨਵੇਂ ਸ਼ਡਿਊਲ ਤੇ ਆਵੋਗੇ, ਫਿਰ ਤੁਸੀਂ ਇੱਕ ਵਾਈਲਡਰਨੈਸ ਵੱਲ ਜਾਵੋਗੇ, ਫਿਰ ਤੁਹਾਡੀ ਬੋਡੀ ਇੱਕ ਪੂਰਾ ਇੱਕ ਸਿਸਟਮ ਰਨ ਕਰੂਗਾ ਜਿਹਦੇ ਕਰਕੇ ਤੁਹਾਨੂੰ ਬੱਚਾ ਮਿਲੂਗਾ। ਤਾਂ ਮਤਲਬ ਸਾਨੂੰ ਬੜੀ ਅੱਛੀ ਲੱਗੀ ਇਹ ਗੱਲ। ਮਤਲਬ ਅੱਜ ਇਹ ਮੈਨੂੰ ਲੱਗਦਾ ਇਨ ਫਿਊਚਰ ਦੀ ਮੈਨੂੰ ਲੱਗਦਾ ਸਭ ਤੋਂ ਵੱਡੀ ਪ੍ਰੋਬਲਮ ਹੀ ਆਣੀ ਆ ਹੁਣ ਅੱਗੇ ਜਾ ਕੇ। ਨਹੀਂ, ਜਿਹੜੀ ਇਹਦੇ ਨਾਲ, ਇਸ ਕ੍ਰਾਈਟੇਰੀਆ ਦੇ ਨਾਲ ਕਰੋਨਿਕ ਇਸ਼ੂਜ਼ ਵੀ ਸੋਲਵ ਹੋ ਸਕਦੇ ਨੇ। ਹਾਂ, ਕਰੋਨਿਕ ਵੀ ਹੁੰਦੇ ਨੇ, ਉਹ ਅੱਗੇ ਆਊਗਾ, ਇਹਦੇ 'ਚ ਪੁਆਇੰਟ ਆਊਗਾ ਕਰੋਨਿਕ ਵਾਲਾ ਵੀ, ਤੇ ਆਪਾਂ ਉਦੋਂ ਉਹਨੂੰ ਡਿਸਕਸ ਕਰਾਂਗੇ। ਓਕੇ। ਚਲੋ, ਇਹ ਤਾਂ ਹੋਇਆ ਕਿ ਨੇਚਰ ਇਟਸੈਲਫ ਇਜ਼ ਅ ਡਾਕਟਰ। ਫਿਰ ਅਗਲਾ ਹੈਗਾ 5th ਪੁਆਇੰਟ, ਟ੍ਰੀਟਮੈਂਟ ਇਜ਼ ਨਾਟ ਆਫ ਅ ਪਰਟੀਕੂਲਰ ਡਿਜ਼ੀਜ਼ ਬਟ ਆਫ ਦੀ ਐਂਟਾਇਰ ਬੋਡੀ ਆਫ ਦਾ ਪੇਸ਼ੈਂਟ। ਕਿ ਜਿਹੜੀ ਇਲਾਜ ਹੈ ਉਹ ਇੱਕ ਖਾਸ ਬਿਮਾਰੀ ਦਾ ਇਲਾਜ ਨਹੀਂ ਹੁੰਦਾ, ਪਰ ਉਹ ਪੂਰੀ ਜਿਹੜਾ ਪੇਸ਼ੈਂਟ ਹੁੰਦਾ ਹੈ, ਜਿਹੜਾ ਮਰੀਜ਼ ਹੁੰਦਾ ਹੈ, ਉਹਦੀ ਪੂਰੀ ਬੋਡੀ, ਪੂਰੇ ਸਰੀਰ ਦਾ ਇਲਾਜ ਹੁੰਦਾ ਹੈ। ਉਹ ਆਪਾਂ ਇੱਕ ਚੀਜ਼ ਦਾ ਇਲਾਜ ਨਹੀਂ ਕਰਦੇ ਹੈਗੇ, ਆਪਾਂ ਓਵਰਆਲ ਪੂਰੀ ਬੋਡੀ ਦਾ ਇਲਾਜ ਕਰਦੇ ਹਾਂ। ਤੇ ਇਹ ਮੈਨੂੰ ਲੱਗਦਾ ਥੋੜਾ ਬਹੁਤ ਤੂੰ ਸਮਝਾ ਚੁੱਕੇ ਹਾਂ ਆਲਰੇਡੀ ਕਿ ਇਹ ਹੋਲਿਸਟਿਕ, ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਕਿ ਆਪਾਂ ਐਜ਼ ਅ ਹੋਲਿਸਟਿਕ ਨਹੀਂ ਦੇਖਦੇ ਚੀਜ਼ਾਂ ਨੂੰ ਓਵਰਆਲ, ਹੈ ਨਾ। ਕੋਈ ਇੱਕ ਚੀਜ਼ ਦੂਜੀ ਚੀਜ਼ ਨਾਲ ਲਿੰਕ ਹੁੰਦੀ ਹੈ ਤੁਹਾਡੀ ਬੋਡੀ 'ਚ। ਤੇ ਆਈ ਥਿੰਕ ਇਹ ਉਹਨੂੰ ਹੀ ਉਸ ਪੁਆਇੰਟ ਨੂੰ ਹੀ ਥੋੜਾ ਐਕਸਪੈਂਡ ਕੀਤਾ ਹੋਇਆ ਇਹ। ਪਰ ਫਿਰ ਵੀ ਜੇ ਥੋੜਾ ਹੋਰ ਡੀਪ ਸਮਝਾਉਣਾ ਇਹਨੂੰ, ਦੱਸੋ ਇਹਦੇ ਬਾਰੇ। ਹਾਂ, ਇਹਦੇ 'ਚ ਨਾ ਮਤਲਬ ਇਹਨਾਂ ਨੇ ਕਿਹਾ ਕਿ ਤੁਸੀਂ ਜਿਵੇਂ ਆਪਾਂ ਹਾਰਟ ਦੀ ਬਿਮਾਰੀ, ਆਪਾਂ ਹਾਰਟ ਸਪੈਸ਼ਲਿਸਟ ਚਲੇ ਜਾਂਦੇ ਹਾਂ, ਜਾਂ ਹਾਰਟ ਦੇ ਸਪੈਸ਼ਲ ਹਸਪੀਟਲ ਹੀ ਹੋ ਗਏ ਹੁਣ ਤਾਂ, ਜਿਵੇਂ ਫੋਰਟੀਜ਼ ਹਾਰਟ ਵਾਸਤੇ ਫੇਮਸ ਆ, ਜਾਂ DMC ਦੇ ਵਿੱਚ ਇੱਕ ਹਾਰਟ ਦਾ ਅੱਡ ਵਿੰਗ ਬਣਾਤਾ, ਕੈਂਸਰ ਦਾ ਅਲੱਗ ਵਿੰਗ ਬਣ ਗਏ, ਕੈਂਸਰ ਹਸਪਤਾਲ ਹੀ ਅਲੱਗ ਬਣ ਗਏ, ਲੋਕ ਬੀਕਾਨੇਰ ਜਾਂਦੇ ਸੀ ਕੈਂਸਰ ਵਾਲੇ। ਤਾਂ ਆਪਣਾ ਜਿਹੜਾ ਐਲੋਪੈਥੀ ਆ ਇਹ ਨਾ ਬਿਲਕੁਲ ਟੈਲੀਸਕੋਪਿਕ, ਉਹ ਡਾਕਟਰ ਕਹਿ ਦੂਗਾ ਯਾਰ ਦੇਖ ਮੈਂ ਪੈਸੇ ਲਿੱਤੇ ਸੀ, ਮੈਂ ਕੰਮ ਤੈਨੂੰ ਠੀਕ ਕਰਕੇ ਦੇਤਾ, ਠੀਕ ਹੈ ਨਾ। ਹੁਣ ਮੈਨੂੰ ਕੋਈ ਲੈਣਾ ਦੇਣਾ ਨਹੀਂ ਇਸ ਤੋਂ ਅੱਗੇ ਜਾਂ ਇਸ ਤੋਂ ਪਿੱਛੇ, ਤੈਨੂੰ ਕੋਈ ਸਿਆਪਾ ਛਿੜਿਆ ਹੋਵੇ ਉਹ ਹੋਰ ਡਾਕਟਰ ਦਾ ਕੰਮ ਆ, ਭਾਈ ਤੂੰ ਪੈਸੇ ਦੇ ਉੱਥੇ ਆਪਣਾ ਇਲਾਜ ਕਰਾ। ਤਾਂ ਮਤਲਬ ਮੈਂ ਪੈਂਚਰ ਲਗਾਤਾ ਤੇ ਹੁਣ ਉਹਨੇ ਇਹ ਨਹੀਂ ਕਹਿਣਾ ਭਾਈ ਤੂੰ ਹਵਾ ਭਰਨੀ ਬੰਦ ਕਰ ਜਾਂ ਤੂੰ ਸੜਕ ਬਦਲ ਲਾ, ਠੀਕ ਹੈ ਨਾ। ਤੇਰੀ ਗੱਡੀ 'ਚ ਕੋਈ ਹੋਰ, ਤੂੰ ਰੋਜ਼ ਉਹ ਸੜਕ ਤੋਂ ਨਿਕਲਦਾ ਰੋਜ਼ ਹੀ ਪੈਂਚਰ ਲੈ ਕੇ ਆ ਜਾਣਾ,
ਉਹ ਤੁਹਾਨੂੰ ਇਹ ਸਲਾਹ ਦਊਗਾ ਨਾ ਕਿ ਯਾਰ ਤੂੰ ਰੋਜ਼ ਹੀ, ਯਾਰ ਤੇਰੀ ਗੱਡੀ 'ਚ ਰੋਜ਼ ਹੀ ਪੈਂਚਰ ਹੋ ਜਾਂਦਾ, ਤੂੰ ਰੋਜ਼ ਹੀ ਤੂੰ ਸੜਕ ਕਿਉਂ ਨਹੀਂ ਬਦਲ ਲੈਂਦਾ, ਜਾਂ ਤੂੰ ਟਾਇਰ ਨਵਾਂ ਪਵਾ ਲਾ, ਹਨਾ। ਉਹ ਕਹਿੰਦੇ ਯਾਰ ਆ ਮੈਂ ਪੈਂਚਰ ਲਾਤਾ, ਹੁਣ ਕੱਲ ਨੂੰ ਪੈਂਚਰ ਲੱਗੂਗਾ, ਕੱਲ ਦਾ ਪੈਂਚਰ ਅਲੱਗ ਪੈਂਚਰ ਆ, ਪਰਸੋਂ ਦਾ ਪੈਂਚਰ ਅਲੱਗ ਪੈਂਚਰ ਆ, ਇੱਕ ਤਰੀਕੇ ਨਾਲ। ਤਾਂ ਇਹ ਜਿਹੜੇ ਕਹਿ ਰਹੇ ਨੇ ਕਿ ਜਿਹੜੀ ਤੁਹਾਡੀ ਇਲਾਜ ਆ ਨਾ, ਇਹ ਇੰਨਾ ਕੁ ਹੋਲਿਸਟਿਕ ਆ। ਦੇਖੋ 2 ਐਂਗਲ ਤੋਂ ਹੋਲਿਸਟਿਕ ਆ। ਇੱਕ ਤਾਂ ਓਵਰਆਲ ਤੁਹਾਡੀ ਬੋਡੀ ਦੀ ਹੋਲਿਸਟਿਕ ਗਰੋਥ, ਮਤਲਬ ਤੁਸੀਂ ਸਪਿਰਿਚੁਅਲ ਵੀ ਹੋ, ਤੁਸੀਂ ਮੈਂਟਲ ਵੀ ਹੋ, ਤੁਸੀਂ ਫਿਜ਼ੀਕਲ ਵੀ ਹੋ। ਤਾਂ 3 ਲੈਵਲਸ ਦੀ ਇਕੱਠਾ ਇਲਾਜ ਕਰਨਾ, ਤਿੰਨੋਂ ਲੈਵਲਸ ਦਾ ਸਪਿਰਿਚੁਅਲ ਇਲਾਜ ਵੀ ਨਾਲ ਚੱਲਣਾ ਚਾਹੀਦਾ। ਤੇ ਵਿਪਿਨ ਗੁਪਤਾ ਨੇ ਇਸ ਨੂੰ ਹੋਰ ਵੀ ਬਰੋਡ ਕਰਤਾ। ਉਹ ਕਹਿ ਰਿਹਾ ਕਿ ਮੰਨ ਕੇ ਚੱਲੋ ਤੁਸੀਂ ਇੱਕ ਬਹੁਤ ਅੱਛੇ ਨੈਚੁਰੋਪੈਥੀ ਹਸਪੀਟਲ ਆ ਪੂਨੇ ਦੇ ਵਿੱਚ, ਜਿਵੇਂ ਆਪਾਂ ਕਰੀਏ ਵੱਡੇ ਵੱਡੇ ਨੇ, ਤੇ ਤੁਸੀਂ ਉਸ ਦੇ ਇੱਕ ਹਾਈ-ਫਾਈ ਕਮਰੇ ਦੇ ਅੰਦਰ, 에ਅਰ ਕੰਡੀਸ਼ਨਡ ਕਮਰੇ ਦੇ ਅੰਦਰ ਬੈਠ ਕੇ ਨੈਚੁਰੋਪੈਥੀ ਦਾ ਇਲਾਜ ਵੀ ਕਰ ਰਹੇ ਹੋ ਹੈ, ਪਰ ਤੁਸੀਂ ਪ੍ਰਾਣ ਵਾਯੂ ਤਾਂ ਨਹੀਂ ਲੈ ਪਾ ਰਹੇ ਉਸ ਟਾਈਮ, ਤੁਸੀਂ ਉਸ ਕੁਆਲਿਟੀ ਦੀ ਸਨਸ਼ਾਈਨ ਨਹੀਂ ਲੈ ਪਾ ਰਹੇ। ਉਹ ਕਿੰਨਾ ਸ਼ਹਿਰ ਦੇ ਨੇੜੇ ਆ, ਠੀਕ ਆ, ਤੁਸੀਂ ਉੱਥੇ ਕੋਈ ਪਰਦਾ ਤਾਂ ਨਹੀਂ ਲਗਾ ਸਕਦੇ। ਹੁਣ ਇਹ ਕਹਿ ਰਹੇ ਨੇ ਕਿ ਤੁਹਾਡਾ ਈਕੋਸਿਸਟਮ, ਤੁਹਾਡੇ ਐਟਲੀਸਟ ਆਸ-ਪਾਸ ਦਾ 1.5 ਕਿਲੋਮੀਟਰ ਵੀ ਮੈਟਰ ਕਰਦਾ ਤੁਹਾਡੀ ਇਲਾਜ ਦੇ ਵਿੱਚ, ਕਿ ਤੁਸੀਂ ਕਿਸ ਏਰੀਆ 'ਚ ਬੈਠ ਕੇ, ਕਿਹੋ ਜਿਹੇ ਜ਼ੋਨ 'ਚ ਬੈਠ ਕੇ ਇਲਾਜ ਚੱਲ ਰਿਹਾ ਤੁਹਾਡਾ, ਉੱਥੇ ਕਿਹੋ ਜਿਹੀ ਚਿੜੀਆਂ ਆਉਂਦੀਆਂ ਨੇ, ਕਿਹੋ ਜਿਹੇ ਕਾਂ ਆਉਂਦੇ ਨੇ, ਕਿਹੋ ਜਿਹੀ ਆਵਾਜ਼ਾਂ ਆਉਂਦੀਆਂ ਨੇ। ਮਤਲਬ ਤੁਹਾਡਾ ਕੰਨ ਵੀ ਕੁਝ ਸੁਣ ਰਿਹਾ ਨਾ, ਤੁਹਾਡਾ ਕੰਨ ਕੀ ਸੁਣ ਰਿਹਾ, ਤੁਹਾਡੀ ਅੱਖਾਂ ਕੀ ਦੇਖ ਰਹੀਆਂ ਨੇ, ਠੀਕ ਆ, ਤੁਸੀਂ ਫੀਲ ਕੀ ਕਰ ਰਹੇ ਹੋ। ਤਾਂ ਕਹਿੰਦੇ ਜਦੋਂ ਤੱਕ ਤੁਸੀਂ ਇਹੋ ਜਿਹਾ ਪੂਰਾ ਈਕੋਸਿਸਟਮ ਨਹੀਂ ਚੇਂਜ ਕਰਦੇ ਆਪਣੀ ਬੋਡੀ ਦੇ ਸਾਰੇ ਲੈਵਲਸ ਤੇ ਆਪਣੇ ਆਸ-ਪਾਸ ਦੇ ਸਾਰੇ ਲੈਵਲਸ ਨੂੰ ਚੇਂਜ ਨਹੀਂ ਕਰਦੇ, ਤਾਂ ਉਦੋਂ ਤੱਕ ਤੁਹਾਨੂੰ ਆਊਟਸਟੈਂਡਿੰਗ ਰਿਜ਼ਲਟਸ ਨਹੀਂ ਮਿਲ ਸਕਦੇ। ਠੀਕ ਆ, ਜਿਵੇਂ ਐਲੋਪੈਥੀ 'ਚ ਇਲਾਜ ਕਰ ਦਿੰਦੇ, ਨੈਚੁਰੋਪੈਥੀ ਵੀ ਇਹੋ ਜਿਹੇ ਕਰ ਦੂਗੀ, ਪਰ ਜੇ ਅਗਰ ਤੁਸੀਂ ਪਿਓਰ ਨੈਚੁਰੋਪੈਥੀ ਦੇਖਣੀ ਆ ਤਾਂ ਫਿਰ ਤੁਹਾਨੂੰ ਬਹੁਤ ਵੱਡੇ ਮੇਜਰ ਚੇਂਜਸ ਕਰਨੇ ਪੈਂਦੇ ਨੇ। ਸਾਰਾ ਆਪਣਾ ਹਰੇਕ ਆਪਣੀ ਸੈਂਸਿਸ, ਆਪਣੀ ਬੋਡੀ ਕਨੈਕਟਡ ਹੋਣੀ ਚਾਹੀਦੀ ਹੈ ਇੱਕ ਦੂਜੇ ਦੇ ਨਾਲ, ਹੈ ਨਾ, ਪੂਰੀ ਕੰਪਲੀਟ ਹੋਣੀ ਚਾਹੀਦੀ ਹੈ। ਮਤਲਬ ਤੁਸੀਂ ਆਪਣੇ ਲੈਵਲ ਤੇ ਵੀ 3 ਲੈਵਲ ਤੇ ਕਰ ਰਹੇ ਹੋ, ਮੈਂਟਲ, ਫਿਜ਼ੀਕਲ ਐਂਡ ਸਪਿਰਿਚੁਅਲ, ਤੇ ਤੁਸੀਂ ਆਪਣੇ ਆਸ-ਪਾਸ ਦੇ ਜ਼ੋਨ ਵੀ ਮੈਟਰ ਕਰਦਾ। ਮਤਲਬ ਧੱਕੇ ਨਾਲ, ਹੁਣ ਤੁਸੀਂ ਧੱਕੇ ਨਾਲ, ਹੁਣ ਮੰਨ ਕੇ ਚੱਲੋ ਤੁਹਾਡੀ ਅੱਖਾਂ ਨੂੰ ਹਰਾ ਰੰਗ ਦੇਖਣਾ ਪਸੰਦ ਆ, ਜਾਂ ਤੁਸੀਂ ਸਮੁੰਦਰ ਦੇ ਕੰਢੇ ਤੇ ਬੈਠੇ ਹੋ, ਨੀਲਾ ਰੰਗ ਆ, ਠੀਕ ਆ ਨਾ, ਹੁਣ ਤੁਸੀਂ ਆਪਾਂ ਬੀਚ ਤੇ ਜਾਂਦੇ, ਆਪਾਂ ਕਹਿੰਦੇ ਆ ਯਾਰ ਮੈਂ ਦਿਲ ਕਰਦਾ ਉਰੇ ਹੀ ਬੈਠਾ ਰਹਾਂ, ਮੈਂ ਸਨਸੈਟ ਦੇਖੀ ਚੱਲਾਂ ਬੈਠ ਕੇ, ਠੀਕ ਆ ਨਾ। ਉਹ ਵੀ ਇੱਕ ਇਲਾਜ ਦਾ ਪਾਰਟ ਆ, ਤੁਹਾਡੀ ਆਈਜ਼ ਦੇ ਥਰੂ ਇਲਾਜ ਹੋ ਰਿਹਾ, ਠੀਕ ਆ। ਤੁਸੀਂ ਇਹਨੂੰ ਕ੍ਰੋਮੋਥੈਰੇਪੀ ਕਹਿੰਦੇ ਆ, ਮਤਲਬ ਤੁਸੀਂ ਕਲਰਸ ਬਹੁਤ ਮੈਟਰ ਕਰਦੇ ਨੇ। ਹੁਣ ਤੁਹਾਨੂੰ ਧੱਕੇ ਨਾਲ ਇੱਕ ਕੰਧਾਂ ਤੇ ਰੰਗ ਕਰ ਦਿੱਤਾ ਜਾਵੇ, ਠੀਕ ਆ। ਹੁਣ ਤੁਸੀਂ ਦੇਖੋਗੇ ਨਾਰਮਲੀ ਹਸਪੀਟਲ 'ਚ ਫਿਸ਼ ਐਕੁਆਰੀਅਮ ਲਗਾਇਆ ਹੁੰਦਾ, ਉਹ ਤੁਸੀਂ ਫਿਸ਼ ਦੇਖਣ ਲੱਗਦੇ ਨਾ, ਵੇਟਿੰਗ ਏਰੀਆ 'ਚ ਬੜੀ ਜਗ੍ਹਾ ਫਿਸ਼ ਐਕੁਆਰੀਅਮ ਲਗਾ ਦਿੰਦੇ ਨੇ, ਤਾਂ ਲੋਕ ਮੱਛੀਆਂ ਹੀ ਦੇਖੀ ਜਾਂਦੇ ਨੇ ਕਲਰਸ ਨੂੰ, ਐ ਘੁੰਮਦਿਆਂ ਨੂੰ। ਤੇ ਉਹ ਜਿਹੜਾ ਪਾਰਟ ਸੀ ਉਹ ਪਲੇ ਕਰਦਾ ਤੁਹਾਡੇ ਐਜ਼ ਤੁਹਾਡਾ ਪੇਸ਼ੈਂਸ ਆਉਂਦਾ, ਤੁਸੀਂ ਸਹਿਜ ਹੋ ਜਾਂਦੇ ਹੋ ਚੀਜ਼ਾਂ ਨਾਲ। ਤਾਂ ਇਹ ਬਹੁਤ ਵੱਡਾ ਜ਼ੋਨ ਹੈ, ਇਹਨੂੰ ਤੁਸੀਂ ਮੈਨੂਫੈਕਚਰ ਕਰਨਾ ਬੜਾ ਔਖਾ, ਇਸ ਚੀਜ਼ਾਂ ਨੂੰ ਡਿਜ਼ਾਈਨ ਕਰਨਾ ਬੜਾ ਔਖਾ। ਇਹ ਤੁਸੀਂ ਜਦੋਂ ਤੱਕ ਤੁਸੀਂ ਨੈਚੁਰਲ ਡਿਜ਼ਾਈਨਸ 'ਚ ਨਹੀਂ ਜਾਵੋਗੇ, ਉਦੋਂ ਤੱਕ ਤੁਹਾਨੂੰ ਮਤਲਬ ਫੁੱਲ ਪੋਟੈਂਸ਼ੀਅਲ ਨਹੀਂ ਦਿਖਦਾ ਇਹ ਸਾਰੀ ਚੀਜ਼ਾਂ ਦਾ। ਇਹ ਤਾਂ ਫਿਰ ਮੈਨੂੰ ਜਿਵੇਂ ਆਪਾਂ ਉਹਨਾਂ 'ਤੇ ਤਾਂ ਫਿਰ ਤਰਸ ਆਉਂਦਾ, ਜਿਵੇਂ ਜਿਹੜਾ ਕੋਈ ਬੰਦਾ ਕਰੋਨਿਕ ਇਲਨੈਸ ਦੇ ਵਿੱਚ ਐਲੋਪੈਥੀ 'ਚ ਫਸ ਜਾਂਦਾ ਹੈ, ਉਹਨੂੰ ਵਿਚਾਰੇ ਨੂੰ ਹਸਪੀਟਲ 'ਚ ਹੀ ਬਾੜ ਦਿੰਦੇ ਨੇ, ਹੈ ਨਾ, ਇੱਕ ਬੰਦ ਕਮਰੇ ਦੇ ਅੰਦਰ, ਉੱਥੇ ਹੀ ਉਹਦੇ ਦਿਨ ਕੱਟਦੇ ਨੇ। ਤਾਂ ਇੱਕ ਤਾਂ ਉਹ ਵੈਸੇ ਹੀ ਬੜਾ ਬੁੱਝਿਆ ਹੋਇਆ ਹੈ ਕਿਉਂਕਿ ਉਹ ਬਿਮਾਰੀ ਨਾਲ ਜੂਝ ਰਿਹਾ ਹੈ, ਉੱਤੋਂ ਦੀ ਫਿਰ ਉਹਨੂੰ ਇਹ ਚੀਜ਼ਾਂ ਤੋਂ ਵੀ ਦੂਰ ਲਿਜਾਇਆ ਜਾ ਰਿਹਾ ਹੈ, ਨੇਚਰ ਤੋਂ ਵੀ ਦੂਰ ਹੋ ਜਾਂਦਾ ਹੈ ਬੰਦਾ, ਤੇ ਉਹਦੇ ਨਾਲ ਫਿਰ ਉਹਦੀ ਬਿਮਾਰੀ ਤਾਂ ਹੋਰ ਵੱਧਦੀ ਹੋਏਗੀ ਜ਼ਿਆਦਾ, ਹੈ ਨਾ। ਮੈਨੂੰ ਨਹੀਂ ਲੱਗਦਾ ਕਿ ਉਹ ਬਿਮਾਰੀ ਘਟਦੀ ਹੋਏਗੀ ਉਸ ਤਰੀਕੇ ਨਾਲ। ਮੈਂ ਬਹੁਤ ਪਿੰਡਾਂ ਦੇ ਵਿੱਚ ਪਿੱਛੇ ਗਿਆ, ਮਤਲਬ ਆਪਣੇ ਭੋਗ ਵਗੈਰਾ ਪਏ ਨੇ, ਤੇ ਮੈਂ ਦੇਖਿਆ ਕਿ ਬਾਪੂ ਜੀ ਕਹਿੰਦੇ 95 ਦੇ ਸੀਗੇ, ਤੇ ਅਸੀਂ ਘਰੇ ਹੀ ਰੱਖਿਆ, ਕਹਿੰਦੇ ਉਹਨਾਂ ਨੂੰ ਅਸੀਂ ਘਰੇ ਹੀ ਰੱਖਿਆ, ਤੇ ਉਰੀ ਸਰੀਰ ਛੱਡ ਗਏ ਸਾਡੇ ਨਾਲ ਹੀ। ਤੇ ਉਹਨਾਂ ਦਾ ਕਹਿੰਦੇ ਮੰਜਾ ਚੱਕ ਕੇ ਅਸੀਂ ਧੁੱਪੇ ਬਿਠਾ ਦਿੰਦੇ ਸੀ, ਆ 6 ਮਹੀਨਿਆਂ ਤੋਂ ਅੰਦਰ ਕਰ ਦਿੰਦੇ ਸੀ। ਕਈਆਂ ਨੇ ਨਾ ਮੰਜੇ ਥੱਲੇ ਟਾਇਰ ਲਾਏ ਹੋਏ ਦੇਖੇ ਮੈਂ ਪਿੰਡਾਂ 'ਚ, ਤੇ ਕਹਿੰਦੇ ਮਤਲਬ ਮੇ ਵੀ ਫਾਈਨੈਂਸ਼ੀਅਲ ਪ੍ਰੋਬਲਮਸ ਨੇ, ਜਾਂ ਬੰਦਿਆਂ ਨੂੰ ਕਈਆਂ ਨੂੰ ਸਮਝ ਆ ਜਾਂਦਾ, ਹਨਾ। ਉਹ ਕਹਿੰਦੇ ਸੀ ਬਾਪੂ ਜੀ ਨੂੰ ਨਾ, ਮਤਲਬ ਮੈਂ ਦੇਖਿਆ ਯਾਰ ਇਸ ਤੋਂ ਅੱਛੀ ਤਾਂ ਡੈਥ ਹੀ ਨਹੀਂ ਹੋ ਸਕਦੀ ਯਾਰ। ਤੁਹਾਡੇ ਪਰਿਵਾਰ ਤੁਹਾਡਾ ਮੰਜਾ ਜਾਂ ਘੜੀਸ ਕੇ ਧੁੱਪੇ ਕਰ ਦਿੰਦੀ ਆ, ਤੁਹਾਡਾ ਅੰਦਰ ਜੇ ਨੂੰ ਕਰ ਦਿੰਦੀ ਆ, ਤੁਸੀਂ ਉੱਥੇ ਪਏ ਹੋ, ਤੁਹਾਡੇ ਪੋਤੇ ਜੇ ਬੱਚੇ ਜੇ ਆਸ-ਪਾਸ ਜੇ ਤੁਰੇ ਫਿਰਦੇ ਨੇ, ਆਵਾਜ਼ ਸੁਣ ਰਹੀ ਆ ਤੁਹਾਨੂੰ, ਹਨਾ, ਤੁਸੀਂ ਦੇਖ ਲੈਂਦੇ ਹੋ ਹੈ। ਤੇ ਇੱਕ ਪਾਸੇ ਮੈਂ ਆਪਣੀ ਮਾਸੀ ਜੀ ਨੂੰ ਦੇਖਿਆ, ਮੈਨੂੰ ਭੇਜਿਆ ਗਿਆ ਉੱਪਰ ICU 'ਚ, ਜਾਂ ਦੇਖ ਕੇ ਆ ਮੈਂ ਦੇਖ ਨਹੀਂ ਸਕਿਆ ਆਪਣੇ ਸੰਦੀਪ ਦੀ ਮਦਰ ਨੂੰ, ਵੀਰੋ ਅੰਕਲ ਦੀ ਵਾਈਫ ਨੂੰ ਆਪਣੇ,
ਮੈਂ ਦੇਖ ਨਹੀਂ ਸਕਿਆ। ਮੈਂ ਬਲੇ ਉੱਤੇ 5 ਜਾਣੇ ਪਏ ਸੀ ICU 'ਚ, ਤੇ ਉਹ ਸੁੰਗੜ ਕੇ ਨਾ ਮਤਲਬ ਐਡੇ ਛੋਟੇ ਜਿਹੇ ਹੋ ਗਏ ਸੀਗੇ, ਤੇ ਉਹਨਾਂ ਨੂੰ ਐਂ ਟਰੀਟ ਕੀਤਾ। ਮੈਨੂੰ ਐਂ ਫੀਲ ਹੋ ਰਿਹਾ ਜਦੋਂ ਮੈਂ ਗਿਆ ਨਾ ਅੰਦਰ, ਜਿਵੇਂ ਨਾ ਮੈਂ ਕਾਰ ਗੈਰੇਜ 'ਚ ਗਿਆ ਤੇ ਉੱਥੇ ਕਿੰਨੀਆਂ ਵਿੰਟੇਜ ਕਾਰ ਨੇ, ਟੁੱਟੀਆਂ ਭੱਜੀਆਂ ਫਿਰਦੇ ਨੇ, ਕਿਸੇ ਦਾ ਫੈਂਡਰ ਜਾਂ ਖਿੰਡਿਆ ਪਿਆ, ਕਿਸੇ ਦਾ ਟਾਪਾ ਖੋਲਿਆ ਹੋਇਆ। ਮਤਲਬ ਮੈਂ ਕਹਿ ਰਿਹਾ ਯਾਰ ਮੈਨੂੰ ਐਂ ਲੱਗਿਆ ਕਿ ਮਾਸੀ ਤਾਂ ਇਹ ਸੋਚ ਰਹੀ ਕਿ ਇਹੀ ਨਰਕ ਆ, ਸ਼ਾਇਦ ਮੈਂ ਮਾਰੀ ਨਾ ਗਈ ਹੋਵਾਂ। ਮਤਲਬ ਮੈਨੂੰ ਇੱਥੇ ਤੱਕ ਫੀਲ ਹੋਇਆ। ਮੈਨੂੰ ਡਾਕਟਰ ਕਹਿੰਦਾ ਮਰਨ ਤੋਂ ਪਹਿਲਾਂ ਹੀ ਮਾਰ ਦਿੰਨੇ ਆਪਾਂ ਬੰਦੇ ਨੂੰ। ਮੈਨੂੰ ਲੱਗਦਾ ਬਹੁਤ ਵੱਡਾ ਕੌਜ਼ ਆ। ਜੇ ICU ਚੋਂ ਬਚਾ ਲਿੱਤਾ ਜਾਵੇ ਨਾ ਬੰਦੇ ਨੂੰ, ਸ਼ਾਇਦ ਮੈਨੂੰ ਲੱਗਦਾ ਕਿ ਬੰਦਾ ਬਚ ਹੀ ਜਾਵੇ। ਮਤਲਬ ICU ਇਹੋ ਜਿਹਾ ਜ਼ੋਨ ਆ ਜਿੱਥੇ ਮੈਂਟਲੀ ਬੰਦੇ ਦੇ ਉੱਤੇ ਇੰਨਾ ਮਤਲਬ ਉਸ ਦੇ ਇੰਨੀ ਡ੍ਰਿਪਾਂ ਲਗਾਈਆਂ ਜਾ ਰਹੀਆਂ ਨੇ, ਮਸ਼ੀਨਾਂ ਚੱਲ ਰਹੀਆਂ ਨੇ ਆਸ-ਪਾਸ, ਨਾਲ ਇੱਕ ਪੇਸ਼ੈਂਟ ਡੈਥ ਹੋ ਰਹੀ ਆ, ਨਾਲ ਡੈਥਸ ਹੋ ਰਹੀਆਂ ਨੇ। ਦੂਸਰੇ ਪਾਸੇ ਕ੍ਰਿਟੀਕਲ ਪੇਸ਼ੈਂਟਸ ਨੇ, ਕੋਈ ਇੱਕਦਮ ਐਕਸੀਡੈਂਟ ਦਾ ਪੇਸ਼ੈਂਟ ਆ ਜਾਂਦਾ, ਖੂਨੋ ਖੂਨ ਲੱਤਪੱਤ ਕੀਤਾ, ਤੁਹਾਡੇ ਅੱਖਾਂ ਸਾਹਮਣੇ ਨਿਕਲ ਰਿਹਾ। ਤਾਂ ਮਤਲਬ ਮੈਂ ਤੇ ਜਗਪ੍ਰੀਤ ਜਦੋਂ ਗੱਲਾਂ ਕਰਦੇ ਆ ਨਾ, ਅਸੀਂ ਨਾ ਕਹਿੰਦੇ ਆ ਯਾਰ ਜਿਹੜਾ ਦਾਰੂ ਵਾਲਾ ਨਹੀਂ ਸੀਗਾ ਬਿਗ ਬੁੱਲ, ਅਸੀਂ ਕਹਿ ਰਹੇ ਯਾਰ ਬੰਦਾ ਕਿੰਨਾ ਅਨਸਕਸੈਸਫੁਲ ਰਿਹਾ ਲਾਈਫ 'ਚ। ਮਤਲਬ ਯਾਰ ਉਸ ਬੰਦੇ ਨੇ ਪੈਸਾ, ਇੰਨਾ ਗਰੀਬ ਸੀ ਉਹਦੇ ਕੋਲ ਸਿਰਫ ਪੈਸਾ ਹੀ ਸੀ ਲੈ ਦੇ ਕੇ ਐਂਡ 'ਚ, ਹਨਾ। ਤਾਂ ਇਹ ਚੀਜ਼ਾਂ ਉੱਥੇ ਮੈਟਰ ਕਰਦੀਆਂ ਨੇ। ਹਾਂ, ਮੈਂ ਤਾਂ ਇਹ ਕਹੂੰਗਾ ਬਹੁਤ ਗਰੀਬ 40s ਪਹੁੰਚਦੇ ਨੇ। ਹਾਂ, ਨਹੀਂ ਮੈਂ ਤਾਂ ਚਾਹੂੰਗੀ ਕਿ ਜਦੋਂ ਵੀ ਸਰੀਰ ਛੱਡਣਾ ਹੋਵੇ, ਮੈਂ ਤਾਂ ਨਾ ਇਸੇ ਤਰੀਕੇ ਮਾਹੌਲ 'ਚ ਛੱਡਾਂ ਜਿੱਥੇ ਕਿ ਮੈਂ ਖੁੱਲੇ ਆਪਣੀ ਮਰਜ਼ੀ ਨਾਲ, ਖੁਸ਼ੀ ਨਾਲ, ਜਿਵੇਂ ਆਪਾਂ ਕਹਿ ਸਕਦੇ ਹਾਂ ਨਾ, ਖੁਸ਼ੀ ਨਾਲ ਛੱਡਿਆ ਜਾਵੇ। ਤੇ ਉਹ ਜਦੋਂ ਵਕਤ ਆਊਗਾ ਉਦੋਂ ਤਾਂ ਆਪਾਂ ਨੂੰ ਪਤਾ ਨਹੀਂ ਚੱਲਣਾ, ਚਲੋ ਕਿ ਕਿਹਦੇ ਹੱਥ ਹੋਵਾਂਗੇ ਅਸੀਂ, ਕੌਣ ਸਾਨੂੰ ਕਿੱਥੇ ਲੈ ਕੇ ਜਾਊਗਾ। ਬਟ ਜੇ ਆਪਣਾ ਬਸ ਚੱਲੇ ਤਾਂ ਇਸ ਤਰੀਕੇ ਨਾਲ ਮੈਂ ਤਾਂ ਛੱਡਣਾ ਚਾਹੂੰਗੀ ਆਪਣਾ ਸਰੀਰ। ਇਹ 'ਚ ਮੈਂ ਤੁਹਾਨੂੰ ਬੜੀ ਮਜ਼ੇਦਾਰ ਇੱਕ ਗੱਲ ਦੱਸਦਾ। ਇੱਕ ਸੀਰੀਜ਼ ਆਉਂਦੀ ਆ ਵੇਅਰ ਦ ਵਾਈਲਡ ਮੈਨ ਲਿਵ ਵਿਦ ਬੈਨ ਫੋਗਲ। ਬੈਨ ਫੋਗਲ ਨਾ ਇੰਡੀਆ ਦਾ ਐਪੀਸੋਡ ਆ ਉਹ। ਇੱਥੇ ਉੱਤਰਾਖੰਡ 'ਚ ਇੱਕ ਗਵਰਨਰ ਦਾ ਮੁੰਡਾ ਸੀ, ਬਜ਼ੁਰਗ ਹੋ ਗਿਆ ਸੀ ਹੁਣ ਕਾਫੀ, ਤੇ ਉਸ ਦੇ ਫਾਰਮ ਤੇ ਰਹਿੰਦਾ, ਬਹੁਤ ਵੱਡਾ ਫਾਰਮ ਆ ਉਹਦਾ, ਬੜਾ ਮਜ਼ੇਦਾਰ ਬੰਦਾ ਉਹ ਨਾ ਕਹਿੰਦਾ ਆ ਬੈਨ ਫੋਗਲ ਆ ਜਾ, ਮੈਂ ਤੈਨੂੰ ਇੱਕ ਜਗ੍ਹਾ ਦਿਖਾ ਕੇ ਲੈ ਕੇ ਆਵਾਂ। ਉਹ ਫੋੜੇ ਚੱਕੀ ਜਾਂਦੇ ਹੁੰਦੇ ਨੇ, ਦੋਨੋਂ ਕਹੀਆਂ ਚੱਕੀ। ਉਹ ਕਹਿੰਦਾ ਆ ਕੀ ਆ? ਕਹਿੰਦਾ ਮੇਰੀ ਕਬਰ ਆ। ਕਹਿੰਦਾ ਮੈਂ ਪੱਟੀ ਆ। ਕਹਿੰਦਾ ਮੈਂ ਰੋਜ਼ ਪੱਟਦਾ ਇਹਨੂੰ ਥੋੜੀ ਥੋੜੀ। ਕਹਿੰਦਾ ਮੈਂ ਪੱਟ ਕੇ ਨਾ ਫਿਰ ਕਹਿੰਦਾ ਕਹਿੰਦਾ ਤੂੰ ਆਪਣੀ ਕਬਰ ਰੋਜ਼? ਕਹਿੰਦਾ ਹਾਂ ਯਾਰ ਮੈਨੂੰ ਕਹਿੰਦਾ ਬੜਾ ਮਜ਼ਾ ਆਉਂਦਾ। ਕਹਿੰਦਾ ਮੈਂ ਆਪਣੀ ਕਬਰ ਪੱਟਦਾ ਆ ਕੇ ਉਰੇ ਖੇਤ ਜਿਹੇ ਦੇ ਨਾ, ਅੱਡ ਜਿਹਾ ਰੱਖਿਆ ਹੋਇਆ ਜ਼ੋਨ ਉਹਨੇ ਪਰਾਂ 'ਚ ਜਾ ਕੇ ਜੰਗਲ ਜਿਹਦੇ ਵਿੱਚ। ਫਿਰ ਨਾ ਉਹ ਕਹਿੰਦਾ ਪਰੇਸ਼ ਤਾਂ ਤੂੰ ਫਿੱਟ ਨਹੀਂ ਆਏਗਾ ਪੂਰਾ, ਤੂੰ ਲੰਬਾ ਜ਼ਿਆਦਾ। ਕਹਿੰਦਾ ਯਾਰ ਮੈਂ ਬੈਠਣਾ। ਕਹਿੰਦਾ ਮੈਂ ਕਿਹਾ ਵਾ ਮੈਂ ਪੈਣਾ ਨਹੀਂ, ਮੇਰੇ ਨਾ ਜਦੋਂ ਮੈਂ ਪੈਣਾ ਮੈਨੂੰ ਖਾਂਸੀ ਜਿਹੀ ਛਿੜਦੀ ਆ, ਮੈਂ ਬਹਿਣਾ ਐਂਡ 'ਚ। ਮੈਂ ਸਭ ਨੂੰ ਸਮਝਾਇਆ ਹੋਇਆ ਕਿ ਮੈਨੂੰ ਆਈ ਦਫਨਾਇਓ ਬੈਠੇ ਨੂੰ। ਤੇ ਉਹਦੇ ਨਾਲ ਨਾ ਉਹਨੇ ਇੱਕ ਨਾ ਹੱਥ ਰੱਖਣ ਨੂੰ ਜਗ੍ਹਾ ਬਣਾਈ ਵੀ ਸੀ। ਉਹ ਕਹਿੰਦਾ ਆ ਕੀ ਆ? ਕਹਿੰਦਾ ਮੈਂ ਕਿਹਾ ਮੇਰਾ ਹੱਥ ਰੱਖ ਕੇ ਨਾ ਇੱਥੇ ਇੱਕ ਬੀਅਰ ਦੀ ਬੋਟਲ ਰੱਖ ਦਿਓ। ਅੱਛਾ। ਮੈਂ ਕਹਿ ਰਿਹਾ ਉਹ ਬੰਦਾ ਨਾ ਡੈਥ ਨੂੰ ਇੰਜੋਏ ਕਰਨ ਵਾਸਤੇ ਰੈਡੀ ਬੈਠਾ, ਬਿਲਕੁਲ। ਉਹ ਵੇਟ ਕਰ ਰਿਹਾ ਯਾਰ ਕਿਸ ਦਿਨ ਮੈਂ ਮਰੂੰਗਾ। ਉਹ ਕਹਿੰਦਾ ਮੈਂ ਪਿਛਲੇ 10 ਸਾਲਾਂ ਤੋਂ ਰੋਜ਼ ਉਰੇ ਆਨਾ, ਰੋਜ਼ ਉਰੇ ਬੈਠ ਕੇ ਸ਼ਾਮ ਨੂੰ ਇੱਕ ਬੀਅਰ ਪੀ ਕੇ ਜਾਣਾ। ਮਤਲਬ ਉਹ ਬੰਦਾ ਸ਼ਾਮ ਨੂੰ ਉੱਥੇ ਇੱਕ ਬੈਠ ਕੇ ਬੀਅਰ ਪੀਂਦਾ ਤੇ ਕਹਿੰਦਾ ਮੈਂ ਆਰਾਮ ਨਾਲ ਉਰੇ ਬੈਠਦਾ ਅੱਧਾ ਘੰਟਾ ਬੈਠ ਕੇ, ਫਿਰ ਕਹਿੰਦਾ ਮੈਂ ਜਾ ਕੇ ਸੌ ਜਾਣਾ। ਤੇ ਉਸ ਬੰਦੇ ਦੀ ਇੰਨੀ ਤਿਆਰੀ ਆ, ਉਹ ਕਹਿੰਦਾ ਯਾਰ ਆਪਣਾ ਸਭ ਕੁਝ ਰੈਡੀ ਆ, ਆਪਾਂ ਕਿਸੇ ਤੇ ਡਿਪੈਂਡੈਂਟ ਨਹੀਂ ਹੈਗੇ। ਆਪਾਂ ਤਾਂ ਆਪਣੀ ਇਹ ਵੀ ਪੱਟੀ ਬੈਠੇ ਆ, ਕਿਸੇ ਨੂੰ ਕਹਿ ਦੇਣਾ ਬਸ ਮੇਰੇ ਤੇ ਮਿੱਟੀ ਪਾ ਦੀ, ਜੇ ਪਾਤੀ ਨਹੀਂ ਪਾਤੀ ਨਾ ਪਾਤੀ, ਆਪਾਂ ਤਾਂ ਆਰਾਮ ਨਾਲ ਜਾਵਾਂਗੇ। ਮਤਲਬ ਮੈਂ ਕਹਿ ਰਿਹਾ ਕਿ ਕਿੰਨੀ ਹਾਈ ਲੈਵਲ ਆਫ ਸੋਚ ਤੇ ਕਿੰਨਾ ਮਜ਼ੇਦਾਰ ਜ਼ਿੰਦਗੀ ਹੋ ਗਈ ਇਸ ਬੰਦੇ ਦੀ, ਜਿਹੜਾ ਇੰਨਾ ਮਜ਼ੇਦਾਰ ਡੈਥ ਵਾਸਤੇ ਵੀ ਤਿਆਰ ਬੈਠਾ। ਆਪਾਂ ਕਿੰਨੇ ਡਰਦੇ ਆ ਵੈਸੇ ਨਾ, ਸੋਚਿਆ ਜਾਵੇ ਕਿ ਆਪਾਂ ਮੌਤ ਦੇ ਨਾਮ ਤੋਂ ਕਿੰਨਾ ਡਰ ਜੰਨੇ ਆ ਹਨਾ। ਪਰ ਮੈਂ ਕਈ ਵਾਰ ਸੋਚਦੀ ਹੁੰਦੀ ਹਾਂ ਕਿ ਜਿਹੜੀ ਮੌਤ ਹੈ ਇਹ ਵੀ ਤਾਂ ਇੱਕ ਪੜਾਅ ਹੁੰਦੀ ਹੈ, ਜਿਵੇਂ ਜਨਮ ਹੁੰਦਾ ਹੈ ਏਦਾਂ ਮੌਤ ਹੁੰਦੀ ਹੈ। ਤੇ ਮੌਤ ਤੋਂ ਬਿਯੋਂਡ ਆਪਾਂ ਨੂੰ ਕਿਸੇ ਨੂੰ ਪਤਾ ਨਹੀਂ ਕਿ ਹੁੰਦਾ ਕੀ ਹੈ। ਤੇ ਇਹ ਤੋਂ ਆਪਾਂ ਨੂੰ ਡਰਨਾ ਨਹੀਂ ਚਾਹੀਦਾ। ਇਹ ਤਾਂ ਇੱਕ ਯੂ ਨੈਵਰ ਨੋ, ਇੱਕ ਸਾਈਕਲ ਹੋਵੇ ਅੱਗੇ ਗਾਹਾਂ, ਮੌਤ ਤੋਂ ਬਾਅਦ ਕੁਝ ਹੋਰ ਨਵੀਂ ਜ਼ਿੰਦਗੀ ਸ਼ੁਰੂਆਤ ਉਹ ਤੋਂ ਬਾਅਦ ਹੁੰਦੀ ਹੋਵੇ, ਕੋਈ ਨਵੀਂ ਚੀਜ਼ ਦੀ ਸ਼ੁਰੂਆਤ ਹੁੰਦੀ ਹੋਵੇ ਉਸ ਤੋਂ ਬਾਅਦ, ਦੈਟ ਵੀ ਡੋਂਟ ਨੋ। ਤੇ ਪਰ ਸਭ ਤੋਂ ਵੱਡਾ ਫੀਅਰ ਜੋ ਹੈ ਅੱਜ ਦੀ ਡੇਟ 'ਚ ਮੈਨਕਾਈਂਡ ਨੂੰ ਉਹ ਡੈਥ ਦਾ ਹੈ। ਉਹੀ ਹੈ ਨਾ ਹੋਲਿਸਟਿਕ ਗਰੋਥ। ਮੈਂ ਬਾਰ-ਬਾਰ ਮੇਰਾ ਕਈ ਵਾਰ ਮੇਰੀ ਛੇੜ ਹੀ ਬਣਾਤੀ ਆ, ਇੱਕ 2 ਅੱਖਰ, ਇੱਕ ਹੋਲਿਸਟਿਕ ਗਰੋਥ, ਇੱਕ ਸਸਟੇਨੇਬਲ ਲਿਵਿੰਗ, ਹਨਾ। ਮੂੰਝੇ ਤਾਂ ਬਦਨਾਮ ਹੈ ਇਸ ਚੀਜ਼ਾਂ ਵਾਸਤੇ। ਬੇਸਿਕਲੀ ਬਬਲੀ ਦੀ ਇਹ ਕਹਿ ਦੇਣ ਨਾਲ ਨਹੀਂ ਹੋਊਗਾ। ਹੁਣ ਤੁਸੀਂ ਇੱਕ ਸਟੋਰੀ ਸੁਣ ਲਈ, ਤੁਸੀਂ ਕਹਿ ਤਾਂ ਨਹੀਂ ਹੋਊਗਾ। ਜਦੋਂ ਤੱਕ ਤੁਸੀਂ ਪੜ੍ਹ ਕੇ ਸਿਸਟਮ ਰਨ ਕਰਕੇ ਕੌਨਫੀਡੈਂਸ ਗੇਨ ਨਹੀਂ ਕਰਦੇ, ਜੇ ਤੁਸੀਂ ਕਹੋਗੇ ਯਾਰ ਮੇਰਾ ਅੱਜ ਦਾ ਦਿਨ ਮੈਂ ਜਿਉਇਆ, ਯਾਰ ਮਜ਼ਾ ਆ ਗਿਆ ਅੱਜ ਦਾ ਦਿਨ ਜਿਉ ਕੇ,
ਤੁਸੀਂ ਕਹੋਗੇ ਯਾਰ ਮੈਨੂੰ ਹੋਰ ਕੀ ਚਾਹੀਦਾ। ਓਸ਼ੋ ਕਹਿੰਦਾ ਸੀ ਯਾਰ ਮੈਂ ਰੈਡੀ ਹਾਂ ਮੌਤ ਵਾਸਤੇ, ਕਿਉਂਕਿ ਮੈਂ ਜਿਉਂ ਹੀ ਇੰਨਾ ਅੱਛਾ ਰਿਹਾ। ਹੁਣ ਜਿਹੜੇ ਬੰਦੇ ਨੇ ਤਾਂ ਕਹਿਣਾ ਹਜੇ ਤਾਂ ਮੈਂ ਜਿਉਣਾ ਸ਼ੁਰੂ ਕਰਨਾ ਭਾਈ, ਹਜੇ ਤਾਂ ਮੇਰੀ ਸਟਾਰਟਿੰਗ ਹੀ ਨਹੀਂ ਹੋਈ ਜਿਉਣ ਦੀ। ਮੈਂ ਤਾਂ ਉਹ ਕਾਰ ਲੈਣੀ ਸੀ, ਮੈਂ ਤਾਂ ਉਹ ਕੋਠੀ ਪਾਣੀ ਸੀ, ਮੇਰੇ ਤਾਂ ਜੇ ਕਾਗਜ਼ ਹੀ ਨਹੀਂ ਬਣੇ, ਮੈਂ ਤਾਂ ਜੇ ਫਲਾਨੇ ਦੇਸ਼ 'ਚ ਜਾਣਾ ਸੀ। ਉਸ ਬੰਦੇ ਨੇ ਤਾਂ ਮੌਤ ਤੋਂ ਡਰਨਾ ਹੀ ਡਰਨਾ, ਕਿਉਂਕਿ ਉਹਦੇ ਤਾਂ ਹਜੇ ਟਾਰਗੇਟ ਹੀ ਨਹੀਂ ਪੂਰੇ ਹੋਏ। ਜਿਹੜਾ ਬੰਦਾ ਰਾਤ ਨੂੰ ਸੌਣ ਲੱਗੇ ਕਹੇ ਮੇਰੇ ਟਾਰਗੇਟ ਪੂਰੇ ਨੇ, ਮੈਂ ਮੌਜਾਂ ਕੀਤੀਆਂ ਨੇ, ਅੱਜ ਫਨ ਕੀਤਾ, ਆਈ ਐਮ ਰੈਡੀ ਟੂ ਡਾਈ, ਥੈਂਕ ਗੋਡ ਤੂੰ ਮੈਨੂੰ ਹਜੇ ਨਹੀਂ ਸੱਦਿਆ, ਮੈਨੂੰ ਇੱਕ ਦਿਨ ਹੋਰ ਦੇਤਾ। ਠੀਕ ਆ, ਉਹਦੇ ਟਾਰਗੇਟ ਵੀ ਫਿਰ ਛੋਟੇ ਛੋਟੇ ਹੋਣੇ ਚਾਹੀਦੇ ਨੇ ਨਾ। ਇਹਦਾ ਮਤਲਬ ਇਹਦਾ ਤੂੰ ਇਹ ਕਹਿ ਰਹੀ ਕਿ ਆਪਾਂ ਟਾਰਗੇਟ ਬਣਾਈਏ ਨਾ, ਇਦਾਂ ਦੇ ਵੱਡੇ ਟਾਰਗੇਟ ਹੋਣੇ ਨਹੀਂ ਚਾਹੀਦੇ ਹੈਗੇ। ਮਤਲਬ ਛੋਟੇ ਛੋਟੇ ਟਾਰਗੇਟ ਹੋਣ ਕਿ ਮੈਂ ਅੱਜ ਜੋ ਖਾਣਾ ਸੀ ਖਾ ਲਿਆ, ਜਾਂ ਮੈਂ ਅੱਜ ਟਾਈਮ ਬੁੱਕ ਪੜ੍ਹਨੀ ਸੀ ਬੁੱਕ ਪੜ੍ਹ ਲਈ, ਹੈ ਨਾ। ਇਦਾਂ ਦੇ ਛੋਟੇ ਛੋਟੇ ਟਾਰਗੇਟਸ ਹੋਣੇ ਚਾਹੀਦੇ ਨੇ, ਲੰਬੇ ਟਾਰਗੇਟਸ ਹੋਣੇ ਚਾਹੀਦੇ ਨੇ ਕਿ ਮੇਰਾ ਕੱਲ ਨਾਲੋਂ ਮੈਂ ਅੱਜ ਇੰਪਰੂਵ ਹੋਇਆ, ਕਿ ਮੈਂ ਕੱਲ ਤੋਂ ਬੈਟਰ ਖਾਣੇ ਬਾਰੇ ਕੁਝ ਸਮਝਿਆ ਜਾਂ ਮੈਂ ਕੀਤਾ, ਜਾਂ ਮੈਂ ਸਪਿਰਿਚੁਅਲੀ ਕੱਲ ਨਾਲੋਂ ਬੈਟਰ ਹੋ ਗਿਆ, ਜਾਂ ਮੈਂਟਲੀ ਕੱਲ ਨਾਲੋਂ ਬੈਟਰ ਹੋ ਗਿਆ। ਤਾਂ ਉਦੋਂ ਆਪਾਂ ਅੱਗੇ ਇੱਕ ਟਾਕ ਕਰਾਂਗੇ 8 ਫਾਰਮਸ ਆਫ ਕੈਪੀਟਲ। ਤਾਂ ਆਪਾਂ ਕੀ ਕਰ ਰਹੇ ਹਾਂ, ਸਿਰਫ ਇੱਕ ਫਾਰਮ ਆਫ ਕੈਪੀਟਲ ਪਿੱਛੇ ਪਏ ਹੋਏ ਆ, ਜਾਂ 2 ਫਾਰਮਸ ਆ। ਇੱਕ ਤਾਂ ਫੀਅਟ ਮਨੀ ਆ ਕਿ ਬੈਂਕ 'ਚ ਕਿੰਨਾ ਪਿਆ, ਇੱਕ ਕਿੰਨੀ ਕੁ ਜਾਇਦਾਦ ਆ, ਬਸ 2 ਫਾਰਮਸ ਆਫ ਕੈਪੀਟਲ ਨੇ। ਆਪਾਂ ਇਹਦੇ ਵਾਸਤੇ ਟਾਰਗੇਟਸ ਨੇ ਨਾ ਤੁਹਾਡੇ ਸਾਰੇ, ਹੈ। ਤੇ ਆਪਾਂ ਕਦੀ ਟਾਰਗੇਟ ਨਹੀਂ ਡਿਸਾਈਡ ਕੀਤਾ ਕਿ ਯਾਰ ਮੈਂ ਮੈਂਟਲੀ ਕੱਲ ਤੱਕ ਮੈਨੂੰ ਇੰਨਾ ਪਤਾ ਸੀ, ਅੱਜ ਮੈਨੂੰ ਇੰਨਾ ਪਤਾ ਹੋਣਾ ਚਾਹੀਦਾ, ਮੈਂ ਕਿਹੜੀ ਬੁੱਕ ਪੜ੍ਹਾਂ। ਮੈਂ ਸਪਿਰਿਚੁਅਲੀ ਅੱਜ ਮੈਂ ਕਿਹਨੂੰ ਸੁਣਾ ਕਿ ਮੇਰਾ ਆਹ ਡਰ ਵੀ ਕੱਢ ਦੇਵੇ ਕੋਈ ਬੰਦਾ, ਮਤਲਬ ਮੈਨੂੰ ਆਹ ਚੀਜ਼ ਦਾ ਡਰ ਆ, ਮੇਰਾ ਆਹ ਡਰ ਵੀ ਕੋਈ ਬੰਦਾ ਕੱਢ ਦੇਵੇ, ਮੈਂ ਕਿਸ ਨੂੰ ਸੁਣਾ। ਮਤਲਬ ਇਹ ਵੀ ਇੱਕ ਟਾਰਗੇਟ ਨੇ ਲਾਈਫ ਦੇ। ਜਦੋਂ ਤੁਸੀਂ 8 ਫਾਰਮਸ ਆਫ ਕੈਪੀਟਲ ਦੇ ਟਾਰਗੇਟਸ ਪੂਰੇ ਕਰਨ ਲੱਗ ਜਾਂਦੇ ਹੋ, ਤਾਂ ਤੁਸੀਂ ਇੱਕ ਇਹੋ ਜਿਹੀ ਸਟੇਜ 'ਚ ਆ ਜਾਂਦੇ ਹੋ ਜਿੱਥੇ ਤੁਸੀਂ ਸੇਮ ਜੋ ਅੱਜ ਕਰ ਰਹੇ ਹੋ ਤੁਸੀਂ ਕਰਨਾ ਇਹੀ ਆ, ਸਿਰਫ ਤੁਹਾਡੀ ਇਨਵੈਸਟਮੈਂਟਸ ਅੱਡ ਬਕੇਟਸ 'ਚ ਜਾ ਰਹੀਆਂ ਨੇ। ਫਿਰ ਇੱਕ ਤੁਸੀਂ ਇਹੋ ਜਿਹਾ ਔਰਾ ਬਣਦਾ ਤੁਹਾਡੇ ਆਸ-ਪਾਸ, ਜਿੱਥੇ ਤੁਸੀਂ ਕਹੋਗੇ ਯਾਰ ਕਿ ਨਹੀਂ ਤਾਂ ਸੁਸਾਈਡਲ ਆ। ਮੈਂ ਤਾਂ ਕਹਿ ਰਿਹਾ ਬਾਈ ਇਹ ਗੱਲਾਂ ਸੁਣ ਕੇ ਜਾਂ ਕੋਈ ਬੰਦਾ ਸਾਡੀ ਮਾੜੀ ਮੋਟੀ ਦੇਖ ਕੇ ਅਚਾਨਕ ਕੱਲ ਨੂੰ ਗੋਲੀਆਂ ਖਾਣੀ ਨਾ ਛੱਡ ਦੇਵੇ। ਮੈਂ ਤਾਂ ਵਾਰਨਿੰਗ ਕਹਿ ਰਿਹਾ। ਮਤਲਬ ਇਹ ਤੁਸੀਂ ਇਹਨਾਂ ਨੂੰ ਸੁਣੋ, ਤੁਸੀਂ ਇਹਨਾਂ ਬਾਰੇ ਸੋਚ ਵਿਚਾਰ ਕਰੋ। ਪੈਸੇ ਤੇ ਪ੍ਰੋਪਰਟੀ ਨਾਲ ਥੋੜਾ ਕੰਪਰੋਮਾਈਜ਼ ਕਰਕੇ ਇੱਧਰ ਤੁਸੀਂ ਇਨਵੈਸਟੀਗੇਟ ਕਰਨਾ ਸਟਾਰਟ ਕਰ ਲਓ, ਕੁਐਸਚਨ ਕਰਨਾ ਸਟਾਰਟ ਕਰ ਲਓ। ਪਾਗਲ ਉਹ ਸੁਸਾਈਡਲ ਆ, ਸੁਸਾਈਡਲ ਤਾਂ ਸਭ ਤੋਂ ਮੂਰਖ ਬੰਦਾ ਹੁੰਦਾ ਜਿਹੜਾ ਸੁਸਾਈਡ ਕਰਦਾ। ਮੈਂ ਤਾਂ ਕਹਿ ਰਿਹਾ ਕਿ ਅੱਜ ਦੀ ਡੇਟ 'ਚ 99% ਲੋਕ ਸੁਸਾਈਡ ਨਾਲ ਮਰ ਰਹੇ ਨੇ। ਆਪਾਂ ਕਹਿ ਦਿੰਦੇ ਹਾਰਟ ਅਟੈਕ ਹੋ ਗਿਆ, ਫਲਾਨਾ ਹੋ ਗਿਆ, ਸਾਨੂੰ ਦਿਖ ਰਿਹਾ ਹੁੰਦਾ ਯਾਰ ਬੰਦੇ ਦੇ ਲੱਛਣ ਇਹੋ ਜਿਹੇ ਨੇ। ਯਾਰ ਤੁਸੀਂ ਬੱਚਾ ਬੇਸਮੈਂਟ 'ਚ ਜਿਉਂ ਰਿਹਾ, ਰਾਤ ਨੂੰ ਸੌ ਨਹੀਂ ਪਾ ਰਿਹਾ, ਦਿਨ ਰਾਤ ਕੰਮ ਕਰ ਰਿਹਾ, ਹਨਾ, ਉਹ ਬੱਚੇ ਦਾ ਹੋਣਾ ਕੀ, ਕੱਲ ਨੂੰ ਪਟਾਕਾ ਹੀ ਪੈਣਾ। ਇੰਨਾ ਸਟ੍ਰੈਸ ਇਹੋ ਜਿਹੇ ਬੱਚੇ ਤੇ ਦੇਤਾ, ਇੰਨਾ ਸਟ੍ਰੈਸ ਇਹੋ ਜਿਹੇ ਬੱਚੇ ਤੇ, ਧੁੱਪ ਨਹੀਂ ਹੈਗੀ, ਖਾਣਾ ਬਾਹਰਲਾ ਖਾ ਰਿਹਾ, ਲੈ ਦੇ ਕੇ ਉਹ ਸੁਸਾਈਡ ਆ। ਤੁਸੀਂ ਖੁਦ ਕਹਿ ਰਹੇ ਹੋ ਬੱਚੇ ਨੂੰ ਜਾ ਪੁੱਤ ਜਾ ਕੇ ਉੱਥੇ ਸੁਸਾਈਡ ਕਰਕੇ ਆ। ਤੇ ਜਿਹੜੇ ਆਪਾਂ ਗੱਲਾਂ ਕਰਦੇ ਆ ਨਾ ਕਿ ਆਪਾਂ ਗੱਲ ਕਰਦੇ ਕਰਦੇ ਆਪਾਂ ਨੂੰ ਵਧੀਆ ਲੱਗਦੀਆਂ ਨੇ, ਪਰ ਉਹਨਾਂ ਤੇ ਅਮਲ ਕਰਨਾ ਇੰਨਾ ਸੌਖਾ ਹੁੰਦਾ ਨਹੀਂ ਹੈਗਾ। ਇਹ ਗੱਲਾਂ 'ਚ ਆਪਣੇ ਆਪ ਨੂੰ ਚੇਂਜ ਕਰਨਾ, ਮਤਲਬ ਮੈਂ ਸੋਚਦੀ ਹੁੰਦੀ ਹਾਂ ਕਿ ਮੇਰੀ ਨਾ, ਕਿਉਂਕਿ ਮੇਰੀ ਪ੍ਰੋਜੈਕਟ ਮੈਨੇਜਮੈਂਟ ਦੀ ਜੋਬ ਹੈ, ਮੇਰੀ ਸਭ ਤੋਂ ਪਹਿਲਾਂ ਜੋ ਚੀਜ਼ ਸਾਨੂੰ ਸਿਖਾਈ ਜਾਂਦੀ ਹੈ ਪ੍ਰੋਜੈਕਟ ਮੈਨੇਜਮੈਂਟ 'ਚ, ਦ ਮੋਸਟ ਡਿਫੀਕਲਟ ਥਿੰਗ ਆਫਟਰ ਪਲੈਨਿੰਗ, ਮਤਲਬ ਪਲੈਨਿੰਗ ਤਾਂ ਖੈਰ ਤੁਹਾਨੂੰ ਕਰਨੀ ਪੈਂਦੀ ਹੈ, ਪਲੈਨਿੰਗ ਤੋਂ ਬਾਅਦ ਜਿਹੜੀ ਇੰਪਲੀਮੈਂਟੇਸ਼ਨ ਹੁੰਦੀ ਹੈ ਨਾ, ਉਹ ਇਜ਼ ਨਾਟ ਈਜ਼ੀ। ਦੈਟਸ ਦੀ ਮੋਸਟ ਕ੍ਰਿਟੀਕਲ ਪਾਰਟ, ਜਿੱਥੇ ਸਾਨੂੰ ਬਹੁਤ ਸਟਰਗਲ ਕਰਨਾ ਪੈਂਦਾ ਇੰਪਲੀਮੈਂਟ ਕਰਾਉਣ ਵਾਸਤੇ। ਕਿਉਂਕਿ ਤੁਸੀਂ ਡਿਜ਼ਾਈਨ ਕਰਦੇ ਟਾਈਮ ਜੋ ਮਰਜ਼ੀ ਗੱਲਾਂ ਮਾਰੀ ਜਾਓ, ਹੈ ਨਾ, ਆਪਾਂ ਕਿਤਾਬ 'ਚ ਡਿਜ਼ਾਈਨ ਕਰ ਲਿਆ, ਮੈਂ ਕੱਲ੍ਹ ਆਹ ਕਰਨਾ, ਪਰਸੋਂ ਮੈਂ ਆਹ ਕਰਨਾ, ਉਹਦੇ ਮੈਂ ਆਹ ਕਰਨਾ, ਵੱਡੇ ਵੱਡੇ ਪਲਾਨ ਬਣਾ ਲਏ, ਪਰ ਜਦੋਂ ਐਗਜ਼ੀਕਿਊਸ਼ਨ ਦੀ ਵਾਰੀ ਆਉਂਦੀ ਹੈ ਫਿਰ ਤੁਹਾਨੂੰ ਅਸਲੀਅਤ ਪਤਾ ਲੱਗਦੀ ਹੈ। ਤੁਸੀਂ ਹੌਲੀ ਹੌਲੀ ਜੋ ਤੁਹਾਡੀ ਮੋਟੀਵੇਸ਼ਨ ਹੁੰਦੀ ਹੈ ਤੁਹਾਡੀ ਪਲੈਨਿੰਗ ਕਰਨ ਦੇ ਟਾਈਮ, ਉਹ ਤੁਹਾਡੀ ਮੋਟੀਵੇਸ਼ਨ ਜਾ ਚੁੱਕੀ ਹੁੰਦੀ ਹੈ ਨਾ, ਤੇ ਫਿਰ ਤੁਸੀਂ ਉਹ ਘੜੀਸੋਗੇ ਉਹਨੂੰ ਹੌਲੀ ਹੌਲੀ 2-4 ਦਿਨ ਜਾਂ 2-4 ਮਹੀਨੇ ਕਹਿ ਲਓ। ਉਸ ਤੋਂ ਬਾਅਦ ਤੁਸੀਂ ਆਪਣੀ ਨੋਰਮਲ ਫਾਰਮ ਜਿਹੜੀ ਹੁੰਦੀ ਹੈ ਉਹ 'ਤੇ ਤੁਸੀਂ ਤੁਹਾਡੀ ਬੋਡੀ, ਤੁਹਾਡਾ ਮਾਈਂਡ ਤੁਹਾਨੂੰ ਉੱਧਰ ਨੂੰ ਲੈ ਕੇ ਹੀ ਜਾਂਦਾ ਤੁਹਾਡੀ ਨੋਰਮਲ ਫਾਰਮ ਵੱਲ। ਤੇ ਇਹ ਚੇਂਜ ਜਿਹੜੀ ਇੰਪਲੀਮੈਂਟ ਕਰਨੀ ਹੁੰਦੀ ਹੈ, ਇਟ ਇਜ਼ ਨਾਟ ਦੈਟ ਈਜ਼ੀ। ਕਹਿੰਦੇ ਨੇ ਨਾ ਕਿ ਕੀ ਕਹਿੰਦੇ ਹੁੰਦੇ ਨੇ, ਆਗ ਕਾ ਦਰਿਆ ਹੈ ਔਰ ਡੂਬ ਕੇ ਜਾਣਾ ਹੈ, ਇਹਦੇ 'ਚ ਡੁੱਬਣਾ ਪੈਂਦਾ ਹੈ, ਇਹ 'ਚ ਡੁੱਬਣਾ ਪੈਂਦਾ ਹੈ। ਡੁੱਬ ਕੇ ਤੁਹਾਨੂੰ ਮੁਸ਼ਕਿਲਾਂ ਦੇ ਵਿੱਚੋਂ ਨਿਕਲ ਕੇ ਪੂਰਾ ਤਪ ਕਰਕੇ ਆਪਣੇ ਆਪ ਨੂੰ ਚੇਂਜ ਕਰਨਾ ਪੈਂਦਾ। ਇਟ ਇਜ਼ ਨਾਟ ਦੈਟ ਈਜ਼ੀ, ਰਾਈਟ? ਹਾਂ, ਤੇ ਤਾਈਓ ਤਾਂ ਸਾਰੇ ਹੀ ਕਹਿ ਰਹੇ ਨੇ ਨਾ, ਸਾਰੇ ਧਰਮ ਵੀ ਇਹ ਕਹਿ ਰਹੇ ਨੇ। ਤੇ ਹੁਣ ਸਪੈਸ਼ਲੀ ਜਿਹੜੀ ਮੈਂ ਬੁੱਕ ਪੜ੍ਹੀ ਹੈ ਇਹਦੇ 'ਚ ਉਹਨੇ ਕਿਹਾ ਕਿ ਲਾਈਫ ਇਜ਼ ਅ ਸਫਰਿੰਗ। ਹੁਣ ਤੁਸੀਂ ਕਾਰਪੋਰੇਟ ਸਫਰਿੰਗ ਲੈਣੀ ਆ ਜਾਂ ਨੈਚੁਰਲ ਸਫਰਿੰਗ ਲੈਣੀ ਆ, ਤੁਹਾਡੀ ਆ। ਮਤਲਬ ਮੈਂ ਕਹਿ ਰਿਹਾ ਕਾਰਪੋਰੇਟ, ਤੁਸੀਂ ਕਾਰਪੋਰੇਟ 'ਚ ਵੀ ਬਹੁਤ ਸਫਰਿੰਗ ਆ। ਤੁਸੀਂ ਜੌਬਸ ਕਰਦੇ ਹੋ, ਸ਼ਹਿਰਾਂ ਜਾਂਦੇ ਹੋ, ਇੰਨਾ ਮੂਵ ਕਰਦੇ ਹੋ, ਠੀਕ ਆ ਨਾ, ਇੰਨਾ ਤੁਸੀਂ ਹੈਡੇਕ ਲੈਂਦੇ ਹੋ, ਲੈ ਦੇ ਕੇ ਉਹ 50 ਸਾਲ ਤੇ ਜਾ ਕੇ ਉਹਨੇ ਹੱਥ ਛੱਡ ਜਾਣਾ,
ਠੀਕ ਆ, ਤੁਸੀਂ ਇੰਨੀ ਸਫਰਿੰਗ ਲੈ ਰਹੇ ਹੋ, ਉਸ ਤੋਂ ਬਾਅਦ ਤੁਸੀਂ ਬਿਲਕੁਲ ਜ਼ੀਰੋ ਤੋਂ ਸਟਾਰਟ ਹੋ ਰਹੇ ਹੋ, ਦੁਬਾਰਾ ਤੋਂ ਜ਼ੀਰੋ ਤੋਂ, ਤੁਹਾਨੂੰ ਕੋਈ ਨੌਲੇਜ ਨਹੀਂ ਹੈਗੀ ਹੋਲਿਸਟਿਕ ਗਰੋਥ ਬਾਰੇ, ਬਿਲਕੁਲ ਨਾਲ। ਤੁਸੀਂ ਕਹੋਗੇ ਆਪਣਾ ਪ੍ਰਾਈਮ ਟਾਈਮ ਤੁਸੀਂ ਕਿਸੇ ਕਾਰਪੋਰੇਟ ਨੂੰ ਸਿਰਫ ਦੋ ਕੈਪੀਟਲ 'ਚ ਇਨਵੈਸਟ ਕਰਤਾ ਤੁਸੀਂ ਸਾਰੀ ਜ਼ਿੰਦਗੀ ਹੈ। ਤੇ ਪਰ ਜੇ ਤੁਸੀਂ ਆਪਣੇ ਆਪ ਤੇ ਸਫਰਿੰਗ ਲਵੋਗੇ, ਹਾਰਡ ਵਰਕ ਕਰੋਗੇ, ਐਟਲੀਸਟ ਤੁਸੀਂ ਇਹ ਸ਼ੋਰਟੀ ਹੋਊਗੀ ਕਿ ਭਾਈ ਮੈਂ ਜਿੰਨਾ ਮੇਰੇ 'ਚ ਸੀਗਾ ਕਿ ਮੈਂ ਆਪਣੇ ਵੱਲੋਂ ਪੂਰਾ ਜ਼ੋਰ ਲਗਾਇਆ, ਮੈਂ ਇੰਨਾ ਕਾਬਿਲ ਹੀ ਸੀਗਾ। ਨਹੀਂ ਤੁਸੀਂ ਕਹੋਗੇ ਕਿ ਮੈਂ ਆਪਣੀ ਸਾਰੀ ਕਾਬਲੀਅਤ ਫਲਾਨੀ ਕੰਪਨੀ ਨੂੰ ਦੇ ਕੇ ਚਲੇ ਗਿਆ, ਠੀਕ ਆ। ਮਤਲਬ ਇਹ ਵੀ ਤਾਂ ਇੱਕ ਪਾਰਟ ਹੋ ਗਿਆ ਨਾ ਕਿ ਤੁਸੀਂ ਆਪਣੀ ਸਾਰੀ ਕਾਬਲੀਅਤ, ਤੁਸੀਂ ਆਪਣਾ ਪ੍ਰਾਈਮ ਟਾਈਮ ਤੁਸੀਂ ਕਿਸੇ ਨੂੰ ਦੇਤਾ, ਕਿਸੇ ਕੰਪਨੀ ਨੂੰ ਦੇਤਾ, ਕਿਉਂਕਿ ਜੋ ਤੂੰ ਕੈਪੀਟਲ ਦੀ ਗੱਲ ਕਰਦਾ ਉਹਦੇ 'ਚ ਬਹੁਤ ਵੱਡਾ ਕੈਪੀਟਲ ਟਾਈਮ ਵੀ ਹੈ ਨਾ। ਟਾਈਮ ਹੀ ਕਨਵਰਟ ਹੁੰਦਾ ਡਿਫਰੈਂਟ ਕੈਪੀਟਲਸ ਦੇ ਵਿੱਚ, ਜਿੱਥੇ ਤੇ ਇਨਵੈਸਟ ਤੁਸੀਂ ਕਰਦੇ ਜਾਂਦੇ ਹੋ। ਤੇ ਟਾਈਮ ਬੜੀ ਇੰਪੋਰਟੈਂਟ ਚੀਜ਼ ਹੁੰਦੀ ਹੈ। ਇਹ ਜਦੋਂ ਮੈਂ ਨਾ ਕਈ ਵਾਰ ਆਪਣੇ ਆਫਿਸ 'ਚ ਵੀ ਜਨੈਰਿਕ ਜਦੋਂ ਗੱਲਾਂ ਸਾਡੀਆਂ ਹੁੰਦੀਆਂ ਨੇ, ਇੱਕ ਗਰੁੱਪ ਬੈਠ ਕੇ ਵੈਸੇ ਹੀ ਚੈਟ ਕਰਦੇ ਹਾਂ ਅਸੀਂ, ਤੇ ਉਹਦੇ 'ਚ ਵੀ ਮੈਂ ਕਈ ਵਾਰ ਬੋਲਣ ਦੀ ਕੋਸ਼ਿਸ਼ ਕੀਤੀ ਇਹ ਚੀਜ਼ ਕਿ ਵੀ ਆਪਾਂ ਕਰ ਕੀ ਰਹੇ ਹਾਂ ਐਕਚੁਅਲੀ, ਹੈ ਨਾ। ਆਪਾਂ ਦੇਖੋ ਆਪਾਂ ਇੰਨਾ ਟਾਈਮ ਡੋਨੇਟ ਕਰ ਰਹੇ ਹਾਂ ਇੱਥੇ, ਵਾਟ ਆਰ ਵੀ ਐਕਚੁਅਲੀ ਡੂਇੰਗ, ਆਪਾਂ ਨੂੰ ਮਿਲ ਕੀ ਰਹੇ ਆਸ-ਪਾਸ 'ਚ। ਇਹ ਬਹੁਤ ਆਲਮੋਸਟ 90% ਲੋਕ ਇਹਨੂੰ ਸਮਝ ਹੀ ਨਹੀਂ ਪਾਉਂਦੇ ਹੈਗੇ, ਹੈ ਨਾ। ਤੇ ਉਹ ਇਹ ਕੁਐਸਚਨ ਨੂੰ ਕੋਈ ਆਨਸਰ ਹੀ ਨਹੀਂ ਕਰ ਪਾਉਂਦੇ, ਨਾ ਹੀ ਉਹ 'ਤੇ ਗੌਰ ਕਰਦੇ ਨੇ। ਉਹ ਕਹਿੰਦੇ ਕਿ ਵਾਟ ਡੂ ਯੂ ਮੀਨ ਕਿ ਅਸੀਂ ਕੀ ਕਰ ਰਹੇ ਹਾਂ? ਕਹਿੰਦੇ ਆਪਾਂ ਜੌਬ ਕਰ ਰਹੇ ਹਾਂ, ਆਪਾਂ ਜੌਬ ਕਰਕੇ ਆਪਣਾ ਪੈਸਾ ਕਮਾ ਰਹੇ ਹਾਂ, ਤੇ ਪੈਸਾ ਕਮਾ ਕੇ ਪੈਸੇ ਦੇ ਬੇਸਿਸ 'ਤੇ ਆਪਾਂ ਲਾਈਫ ਜਿਉ ਰਹੇ। ਉਹਨਾਂ ਦਾ ਬੜੀ ਸਿੰਪਲ ਜੀ ਡੈਫੀਨੇਸ਼ਨ ਹੁੰਦੀ ਹੈ। ਪਰ ਹੋ ਸਕਦਾ ਮੈਂ ਉਹਨਾਂ ਨੂੰ ਠੀਕ ਕੁਐਸਚਨ ਨਹੀਂ ਪੁੱਛ ਪਾ ਰਹੀ ਹੈਗੀ, ਪਰ ਮੈਨੂੰ ਬੜਾ ਅਟਪਟਾ ਲੱਗਦਾ ਹੁੰਦਾ ਕਿ ਇੱਦਾਂ ਕਿਉਂ ਹੈ ਕਿ ਮੋਸਟਲੀ ਜਿਹੜੇ ਲੋਕ ਨੇ ਉਹ ਇਹ ਚੀਜ਼ਾਂ ਬਾਰੇ ਸੋਚਦੇ ਨਹੀਂ ਹੈਗੇ, ਇਹਨੂੰ ਸਮਝ ਹੀ ਨਹੀਂ ਪਾਉਂਦੇ ਹੈਗੇ। ਤੇ ਫਿਰ ਵਕਤ ਹੋ ਸਕਦਾ ਉਹਨਾਂ ਨੂੰ ਸਿਖਾਉਂਦਾ ਹੋਏ ਕਿਸੇ ਟਾਈਮ 'ਤੇ ਆ ਕੇ, ਜੇ ਤੁਸੀਂ ਰਿਟਾਇਰ ਹੋ ਗਏ ਜਾਂ ਤੁਹਾਡੇ ਨਾਲ ਕੁਝ ਹੋ ਗਿਆ, ਜਾਂ ਤੁਸੀਂ ਇਸ ਦੁਨੀਆ 'ਚੋਂ ਨਿਕਲ ਕੇ ਦੂਸਰੀ ਦੁਨੀਆ 'ਚ ਥੋੜ੍ਹਾ ਆਪਣੇ ਆਪ ਨੂੰ ਇਨਵੈਸਟ ਕੀਤਾ, ਫਿਰ ਤੁਹਾਨੂੰ ਰਿਅਲਾਈਜ਼ ਹੋਏਗਾ ਕਿ ਓ ਮਾਈ ਗੋਡ, ਮੈਂ ਇੰਨੇ ਲਾਈਫ ਦੇ ਵਿੱਚ ਕੀਤਾ ਕੀ ਹੈ, ਪੂਰੀ ਜ਼ਿੰਦਗੀ ਮੈਂ ਇੱਕ ਜਗ੍ਹਾ 'ਤੇ ਇਨਵੈਸਟ ਕਰਕੇ ਜਾਂ ਖਰਾਬ ਕਰਤੀ ਜਾਂ ਜੋ ਵੀ ਹੈਗਾ। ਤੇ ਚਲੋ ਇਹ ਤਾਂ ਹੁਣ ਆਪਣੇ ਸਮਝਣ ਦੀ ਗੱਲ ਹੈ। ਤੇ ਮੁੰਜੀ ਤਾਂ ਆਪਾਂ ਮੈਨੂੰ ਲੱਗਦਾ ਆਪਾਂ ਨੂੰ 2 ਪਾਰਟ 'ਚ ਡਿਵਾਈਡ ਕਰਨਾ ਪਏਗਾ, ਕਿਉਂਕਿ ਆਪਾਂ 5 ਜਿਹੜੇ ਹੈਗੇ ਨੇ ਇਹਦੇ ਨੈਚੁਰੋਪੈਥੀ ਦੇ ਰੂਲਸ, ਹੈ ਨਾ, ਇਹ ਆਪਾਂ ਇੱਥੇ ਕਰ ਲਏ ਨੇ ਅੱਜ ਕਵਰ। ਤੇ ਆਪਾਂ ਹੁਣ ਇਹਦੇ ਨੈਕਸਟ ਸੀਰੀਜ਼ ਦੇ ਨੈਕਸਟ ਐਪੀਸੋਡ ਦੇ ਵਿੱਚ ਆਪਾਂ ਨੰਬਰ 6 ਤੋਂ ਲੈ ਕੇ ਨੰਬਰ 10 ਤੱਕ ਕਵਰ ਕਰੀਏ। ਕੀ ਕਹਿਣਾ ਤੂੰ? ਨਹੀਂ ਠੀਕ ਆ, ਵਧੀਆ, ਕਿਉਂਕਿ ਠੀਕ ਆ, ਲੰਬੀ ਗੱਲ ਵੀ ਹੋ ਰਹੀ ਆ, ਥੋੜੀ ਡਿਟੇਲ ਵੀ ਹੋ ਰਹੀ ਆ, ਤੇ ਇਹ ਸਮਝਣਾ ਜ਼ਰੂਰੀ ਵੀ ਆ ਬਹੁਤ। ਮਤਲਬ ਮੈਂ ਦੇਖਿਆ ਕਿ ਇਹ ਜਿਹੜੀ ਚੀਜ਼ਾਂ ਨੇ ਨਾ, ਇਹੀ ਇੱਕ ਸਭ ਤੋਂ ਪਹਿਲਾ ਕਰੰਟ ਆ ਜਿਹਦੇ ਨਾਲ ਬੰਦਾ ਚੇਂਜ ਵੱਲ ਨੂੰ ਜਾਂਦਾ। ਹੈਲਥ ਦੇਖੋ, ਤੁਸੀਂ ਪੈਸੇ ਜਿੱਦਣ ਤੁਹਾਨੂੰ ਸਮਝ ਆ ਗਿਆ ਕਿ ਜਿੰਨਾ ਪੈਸਾ ਤੁਸੀਂ ਕਮਾ ਰਹੇ ਹੋ, ਇਹ ਭਾਈ ਤੁਹਾਨੂੰ ਅੱਛੇ ਹਸਪਤਾਲ 'ਚ ਸਿਰਫ ਮੌਤ ਦੇ ਸਕਦਾ, ਤੁਹਾਡੀ ਗੱਡੀ ਬਾਰ-ਬਾਰ ਜਾਊਗੀ, ਗੱਡੀ ਬਾਰ-ਬਾਰ ਵਰਕਸ਼ਾਪ ਤੋਂ ਮੁੜ ਕੇ ਆਊਗੀ, ਇਸ ਤੋਂ ਉੱਤੇ ਤੁਸੀਂ ਅਚੀਵ ਨਹੀਂ ਕਰ ਸਕਦੇ। ਵੱਧ ਤੋਂ ਵੱਧ ਤੁਸੀਂ ਇੰਸ਼ੋਰੈਂਸ ਆ ਲੈ ਲਓਗੇ, ਤੁਹਾਨੂੰ ਕਹਿਣਗੇ ਤੁਹਾਡੇ ਤੇ ਫਾਈਨੈਂਸ਼ੀਅਲ ਸਟ੍ਰੈਸ ਨਹੀਂ ਹੈਗਾ, ਠੀਕ ਹੈ ਨਾ, ਪਰ ਉਹ ਤੁਹਾਨੂੰ ਹੈਲਥ ਨਹੀਂ ਦੇ ਸਕਦਾ। ਉਹ ਤੁਹਾਨੂੰ ਹੈਲਦੀ ਬੋਡੀ, ਹੈਲਦੀ ਮਾਈਂਡ, ਹੈਲਦੀ ਹੈਪੀਨੈਸ ਨਹੀਂ ਆ ਸਕਦੀ ਉਹਦੇ ਨਾਲ। ਤਾਂ ਤੁਸੀਂ ਇਹ ਚੀਜ਼ਾਂ ਨੂੰ ਸਮਝੋਗੇ ਤਾਂ ਤੁਸੀਂ ਰੀਡਿਜ਼ਾਈਨ, ਰੀਥਿੰਕ ਕਰਨ ਵੱਲ ਜਾਵੋਗੇ। ਤੇ ਇਹੀ ਚੀਜ਼ਾਂ ਨੇ ਮੋਟੀਵੇਟ ਕੀਤਾ। ਤੇ ਮੈਨੂੰ ਇੱਕ ਲੱਗਦਾ ਕਿ ਮੈਂ ਇੱਕ ਛੋਟਾ ਜਿਹਾ ਪੁਆਇੰਟ ਤੁਹਾਨੂੰ ਆਪਾਂ ਇਹ ਤੇ ਗੱਲ ਕਰ ਲਈਏ। ਬਹੁਤ ਲੋਕ ਕਹਿੰਦੇ ਨੇ ਕਿ ਜਿਵੇਂ ਇਸ ਟਾਈਪ ਦੀ ਲਾਈਫ ਨਾ, ਜਿਵੇਂ ਅਸੀਂ ਜਿਉ ਰਹੇ ਹਾਂ ਜਾਂ ਵਿਪਿਨ ਗੁਪਤਾ ਜਿਉ ਰਹੇ ਹਾਂ, ਲੋਕ ਪਤਾ ਕੀ ਕਹਿੰਦੇ ਨੇ, ਇਹ ਨਾ ਕੇਅਰਲੈਸ ਲੋਕ ਨੇ, ਇਹ ਆਪਣੀ ਰਿਸਪੌਂਸਿਬਿਲਿਟੀਜ਼ ਨਹੀਂ ਪੂਰੀਆਂ ਕਰਦੇ। ਮਤਲਬ ਹੁਣ ਜਦੋਂ ਤੁਸੀਂ ਇਹਨੂੰ ਸਮਾਰ ਕੇ ਸਮਝਦੇ ਹੋ ਸਾਰੇ ਪ੍ਰੋਸੈਸ ਨੂੰ, ਮੈਨੂੰ ਇਹ ਲੱਗਦਾ ਕਿ ਲੋਕਾਂ ਨੂੰ ਲੱਗਦਾ ਕਿ ਇਟਸ ਵੈਰੀ ਹਾਰਡ, ਇਹ ਤਾਂ ਬੜਾ ਔਖਾ ਕੰਮ ਆ। ਮਤਲਬ ਇੱਕ ਬੰਦੇ ਨੂੰ ਟਿਕਾ ਕੇ ਇੱਕ ਜਗ੍ਹਾ ਬਿਠਾਉਣਾ ਹੀ ਨਾ ਬੜਾ ਔਖਾ ਲੱਗਦਾ ਕਦੀ ਇੱਕ ਬੰਦੇ ਨੂੰ। ਆਪਾਂ ਕਹਿ ਦਈਏ ਨਾ ਕਿ ਯਾਰ ਤੂੰ ਟਿਕ ਕੇ ਹੀ ਬੈਠਾ ਰਹਿ, ਤੂੰ ਥੋੜਾ ਟਾਈਮ ਉਰੇ, ਉਹਨੂੰ ਲੱਗੂਗਾ ਮੈਂ ਭੱਜਾਂ, ਮੈਂ ਤੁਰਾਂ। ਮਤਲਬ ਇਹ ਵੀ ਇੱਕ ਪਾਰਟ ਆ। ਮਤਲਬ ਜਿਸ ਬੰਦੇ ਨੂੰ ਕਦੀ ਉੱਠਿਆ ਨਹੀਂ, ਉਹਨੂੰ ਤੋਰਨਾ ਬੜਾ ਔਖਾ। ਜਿਸ ਬੰਦਾ ਰੋਜ਼ ਤਿਆਰ ਹੋ ਕੇ ਆਫਿਸ ਜਾਂਦਾ, ਉਹਨੂੰ ਕਵੇਂ ਤੂੰ ਟਿਕ ਕੇ ਬਹਿ ਜਾ, ਤੂੰ ਮੈਡੀਟੇਟ ਕਰ, ਉਹਨੂੰ ਉਹੀ ਬੜਾ ਔਖਾ। ਤਾਂ ਇਹ ਜਿਹੜੀ ਆਪਾਂ ਇੱਕ ਜੈਨੂਇਨ ਜੀ ਆਪਣੇ ਆਪ ਨੂੰ ਧੋਖਾ ਦੇਣ ਵਾਸਤੇ ਕਿ ਅਸੀਂ ਕਰ ਨਹੀਂ ਸਕਦੇ ਇਹ ਕੰਮ, ਕਿਉਂਕਿ ਆਪਾਂ ਨੂੰ ਪਤਾ ਕਿ ਔਖੇ ਕੰਮ ਨੇ ਇਹ, ਪੈਸੇ ਨਾਲ ਕੰਪਰੋਮਾਈਜ਼ ਕਰਨਾ, ਪ੍ਰੋਪਰਟੀ ਨਾਲ ਕੰਪਰੋਮਾਈਜ਼ ਕਰਨਾ ਔਖੇ ਕੰਮ ਨੇ। ਆਪਾਂ ਇੱਕ ਨਾ ਨਕਲੀ ਜਾਂ ਇੱਕ ਸਟੋਰੀ ਬਣਾ ਲੈਂਦੇ ਆ, ਯਾਰ ਇਹ ਤਾਂ ਨਾ ਬੜੇ ਇਰਰਿਸਪੌਂਸਿਬਲ ਲੋਕ ਨੇ, ਇਹਨਾਂ ਨੂੰ ਤਾਂ ਆਪਣੇ ਬੱਚਿਆਂ ਦਾ ਖਿਆਲ ਨਹੀਂ ਹੈਗਾ, ਇਹਨਾਂ ਨੂੰ ਤਾਂ ਫਲਾਨਾ ਨਹੀਂ ਹੈਗਾ, ਧਮਕਾਣਾ ਨਹੀਂ ਹੈਗਾ। ਇਹਦੇ ਨਾਲ ਨਾ ਆਪਾਂ ਨੂੰ ਜਿਵੇਂ ਨੋਰਮਲ ਲੋਕਾਂ ਨੂੰ ਨਾ ਇੰਟਰਨਲ ਇੱਕ ਹੈਪੀਨੈਸ ਮਿਲਦੀ ਹੈ ਕਿ ਯਾਰ ਮੈਂ ਜੋ ਕਰ ਰਿਹਾ ਨਾ, ਬੈਲੈਂਸ ਬਣਾ ਰਿਹਾ, ਬੈਂਕ ਬੈਲੈਂਸ ਬਣਾ ਰਿਹਾ, ਜਾਂ ਮੈਂ ਕਰ ਰਿਹਾ, ਇਹ ਮੈਂ ਠੀਕ ਕਰ ਰਿਹਾ। ਮੈਨੂੰ ਲੱਗਦਾ ਕਿ ਇੱਥੇ ਲੋਕ ਥੋੜਾ ਰੀਥਿੰਕ ਕਰਨ, ਤਾਂ ਫਿਰ ਆਪਾਂ ਬਾਕੀ ਆਪਾਂ ਅੱਗੇ ਸੋਚਾਂਗੇ, ਗੱਲ ਕਰਾਂਗੇ ਅਗਲੇ ਟੌਪਿਕ ਦੇ ਉੱਤੇ। ਠੀਕ ਹੈ, ਚਲੋ ਠੀਕ ਹੈ ਜੀ, ਥੈਂਕ ਯੂ ਸੋ ਮਚ। ਅਗੇਨ ਐਜ਼ ਯੂਜੂਅਲ ਮੈਨੂੰ ਗੱਲ ਕਰਕੇ
ਥੋੜੀ ਡੈਪਥ 'ਚ ਜਾ ਕੇ ਡਿਟੇਲ 'ਚ ਗੱਲ ਕਰਕੇ ਥੋੜਾ ਮਜ਼ਾ ਆਇਆ, ਵਧੀਆ ਚੀਜ਼ਾਂ ਲੱਗੀਆਂ। ਤੇ ਜਿਵੇਂ ਹੇਅਰ ਜੀ ਨੇ ਕਿਹਾ ਸੀਗਾ ਕਿ ਰੁਕਿਓ ਨਾ, ਤੁਸੀਂ ਗੱਲ ਕਰਦੇ ਰਹੋ, ਉਹਨਾਂ ਤੋਂ ਇੰਸਪਾਇਰ ਹੋ ਕੇ ਆਪਾਂ ਇਹ ਥੋੜਾ ਸ਼ੁਰੂ ਕੀਤਾ ਹੈ ਕਿ ਆਪਾਂ ਗੂੜੀਆਂ ਗੱਲਾਂ ਕਰੀਏ ਥੋੜ੍ਹੀਆਂ, ਤੇ ਉਹਨੂੰ ਲੰਬੀਆਂ ਕਰੀਏ, ਹੈ ਨਾ। ਜਿੱਥੇ ਆਪਾਂ ਜੋ ਗੱਲ ਕਰਨਾ ਚਾਹੁੰਦੇ ਹਾਂ ਉਹ ਕਹੀਏ, ਪੂਰੀ ਐਂਡ ਟੂ ਐਂਡ ਕਹੀਏ, ਆਪਾਂ ਨੂੰ ਵਿੱਚ ਕੱਟਣ ਦੀ ਲੋੜ ਨਾ ਪਏ। ਤੇ ਅੱਜ ਆਪਣਾ ਇਹ ਪਹਿਲਾ ਐਪੀਸੋਡ ਹੋਇਆ, ਤੇ ਫਿਰ ਆਪਾਂ ਦੂਜੇ ਐਪੀਸੋਡ 'ਚ ਫਿਰ ਦੁਬਾਰਾ ਮਿਲਦੇ ਹਾਂ, ਠੀਕ ਹੈ। ਚਲੋ ਚਲੋ ਓਕੇ ਜੀ, ਓਕੇ ਜੀ, ਓਕੇ, ਗੁੱਡ ਨਾਈਟ। ਧੰਨਵਾਦ, ਗੁੱਡ ਨਾਈਟ।